KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ। ਮੇਰੇ ਯਾਨੀ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਡੇ ਨਾਲ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 604 592 9191। ਸੋ ਆਓ ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ, ਫਿਰ ਉਸ ਤੋਂ ਬਾਅਦ ਪੜਾਅ ਦਰ ਪੜਾਅ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਸਰ। ਡਾਕਟਰ ਸਾਹਿਬ, ਗਵਰਨਮੈਂਟ ਹਾਊਸ ਲੀਡਰ ਕਰੀਨਾ ਗੋਲਡ ਸੰਸਦ ਮੈਂਬਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਿਹੜੇ ਨਵੇਂ ਉਦੇਸ਼ਾਂ ਦੀ ਗੱਲ ਕਰ ਰਹੇ ਹੈ ਜੀ? ਤੇ ਦੇਖੋ, ਜਿਹੜੀ ਆ ਖਬਰ ਵੈਸੇ ਨਾਰਮਲੀ ਨਹੀਂ ਹੋਣੀ ਚਾਹੀਦੀ ਜੀ। ਇਹਦਾ ਮਤਲਬ ਕੁਝ ਨਹੀਂ ਹੈ। ਉਹਨੇ ਕਹਿਤਾ ਵੀ ਜਿਹੜੀ ਕਾਰਗੁਜ਼ਾਰੀ ਚੱਲ ਰਹੀ ਹੈ ਕੁਐਸਚਨ ਪੀਰੀਅਡ ਦੇ ਵਿੱਚ ਜੀ। ਹੁਣ ਕੁਐਸਚਨ ਪੀਰੀਅਡ ਕੀ ਹੈ? ਸਾਡੇ ਪਾਰਲੀਮੈਂਟ ਦੇ ਵਿੱਚ ਇੱਕ ਪ੍ਰੋਸੀਜਰ ਹੈ ਜੀ, ਜਿਹੜਾ 2:15 ਵਜੇ ਹਰ ਰੋਜ਼ ਸ਼ੁਰੂ ਹੁੰਦਾ। ਇੱਕ ਫਰਾਈਡੇ ਥੋੜਾ ਜਿਹਾ ਅਰਲੀ ਹੋ ਜਾਂਦਾ ਕਿਉਂਕਿ ਐਮਪੀਜ਼ ਨੇ ਜਾਣਾ ਹੁੰਦਾ। 2:15 ਤੋਂ 3 ਵਜੇ ਤੱਕ 45 ਮਿੰਟ ਦਾ ਕੁਐਸਚਨ ਪੀਰੀਅਡ ਆ ਜੀ। ਜਦੋਂ ਕਿ ਲੈਜਿਸਲੇਟਿਵ ਮੈਂਬਰਸ ਨੂੰ, ਮੈਂਬਰਸ ਆਫ ਪਾਰਲੀਮੈਂਟ ਜਿਹੜੇ ਆ, ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਕਿ ਤੁਸੀਂ ਐਗਜ਼ੈਕਟਿਵ ਨੂੰ ਕੋਈ ਸਵਾਲ ਕਰ ਸਕਦੇ ਹੋ। ਤੇ ਉਹ ਚਾਹੇ ਆਪੋਜੀਸ਼ਨ ਦੇ ਬੰਦੇ ਹੋਣ ਚਾਹੇ ਗਵਰਨਮੈਂਟ ਸਾਈਡ ਦੇ ਹੋਣ, ਉਹਨਾਂ ਨੂੰ ਜਵਾਬ ਦੇਣਾ ਪੈਂਦਾ ਉਹਦੇ ਵਿੱਚ ਜੀ। ਤੇ ਨਾਰਮਲੀ ਉਹਨਾਂ ਨੇ ਗੱਲ ਕੁਛ ਨਹੀਂ ਕਹੀ, ਹਾਊਸ ਲੀਡਰ ਨੇ ਵੀ। ਉਹਨੇ ਇਹ ਕਿਹਾ ਵੀ ਜਿਹੜਾ ਜੋ ਕੁਛ ਚੱਲਦਾ ਲੋਕੀ ਬਹੁਤੇ ਖੁਸ਼ ਨਹੀਂ ਉਹ ਤੋਂ, ਕਿਉਂਕਿ ਡਰਾਮਾ ਜ਼ਿਆਦਾ ਚੱਲਦਾ ਉੱਥੇ ਕੁਐਸਚਨ ਪੀਰੀਅਡ ਦੇ ਵਿੱਚ। ਜੀ ਜੀ। ਤੇ ਕੁਐਸਚਨਸ ਵੀ ਉਦਾਂ ਦੇ ਹੀ ਹੁੰਦੇ ਆ ਤਾਂ ਆਨਸਰ ਵੀ ਉਦਾਂ ਦੇ ਹੀ ਹੁੰਦੇ ਆ। ਆਨਸਰ ਵੀ ਉਸ ਤਰ੍ਹਾਂ ਦਾ ਚੱਲੇ। ਮਤਲਬ ਉਹ ਟੀਵੀ ਤੇ ਹੁੰਦੇ ਕਰਕੇ ਜ਼ਿਆਦਾ ਐਕਟਿੰਗ ਕਰਦੇ ਆ ਵੀ ਸਾਡੇ ਕੰਸਟੀਚੂਐਂਟਸ ਵੀ ਦੇਖਦੇ ਹੋਣੇ ਆ, ਹਲਕੇ ਦੇ ਵਿੱਚ ਵੀ ਲੋਕੀ ਦੇਖਦੇ ਹੋਣੇ ਆ। ਲੋਕੀ ਦੇਖਣਗੇ ਵੀ ਕਿੰਨਾ ਗਰਜ ਕੇ ਬੋਲਦਾ ਸੀ ਬੰਦਾ। ਤੇ ਕੋਈ ਜਾਂ ਤਾਂ ਹੋਵੇ ਕੋਈ ਪ੍ਰਪੋਜ਼ਲ ਦਿੱਤੀ ਜਾਵੇ ਵੀ ਇਹ ਏਦਾਂ ਨਹੀਂ, ਇਸ ਤਰ੍ਹਾਂ ਹੋ ਸਕਦਾ। ਕੋਈ ਪ੍ਰਪੋਜ਼ਲ ਨਹੀਂ। ਇਹਨੇ ਕਿਹਾ ਵੀ ਜੋ ਕੁਝ ਚੱਲਦਾ ਹੈ ਉਹ ਠੀਕ ਨਹੀਂ ਚੱਲਦਾ। ਜੇ ਠੀਕ ਨਹੀਂ ਚੱਲਦਾ ਵੀ ਠੀਕ ਕਿਹੜਾ ਆ ਉਹ ਦੱਸੋ ਸਾਨੂੰ ਵੀ ਕਿਹੜੀ ਗੱਲ। ਕਹਿੰਦੇ ਇੱਥੇ ਬੱਚੇ ਦੇਖਣ ਆਏ ਹੁੰਦੇ ਆ, ਸਕੂਲ ਲੈ ਕੇ ਜਾਂਦੇ ਆ ਕਈ ਵਾਰੀ ਬੱਚਿਆਂ ਨੂੰ ਫੀਲਡ ਟ੍ਰਿਪ ਤੇ ਜੀ, ਤਾਂ ਉਹ ਕਈ ਹਾਊਸ ਆਫ ਕਾਮਨਸ ਦੇ ਵਿੱਚ ਵੀ ਲੈ ਜਾਂਦੇ ਆ। ਤਾਂ ਉੱਥੇ ਕੁਐਸਚਨ ਪੀਰੀਅਡ ਦੇਖਦੇ ਆ ਵੀ ਹੁਣ ਸਾਰੇ ਐਮਪੀਜ਼ ਨੇ ਆਉਣਾ ਹੈ, ਇਹਨਾਂ ਨੇ ਸਵਾਲ ਪੁੱਛਣੇ ਆ, ਉਹਨੂੰ ਅਬਜ਼ਰਵ ਕਰਾਂਗੇ। ਇਹਨਾਂ ਤੇ ਮਾੜਾ ਅਸਰ ਪੈਂਦਾ, ਉਹ ਡੈਮੋਕ੍ਰੇਸੀ ਦਿਮਾਗ ਦੇ ਵਿੱਚ ਰੱਖੀ ਬੈਠੇ ਹੋਰ ਤੇ ਦੇਖਦੇ ਕੁਝ ਹੋ ਰਿਹਾ। ਤੇ ਉਹ ਗੱਲ ਤਾਂ ਠੀਕ ਹੈ, ਪਰ ਜੇ ਨਾਰਮਲ ਹੋਰ ਖਬਰਾਂ ਹੁੰਦੀਆਂ, ਅੱਜ ਕੱਲ ਖਬਰਾਂ ਵੀ ਹੈ ਨਹੀਂ ਨਾ ਛਾਪਣ ਨੂੰ। ਬਿਲਕੁਲ। ਤੁਸੀਂ ਦੇਖ ਲਓ ਸਾਡੀਆਂ 10 ਮਿੰਟਾਂ ਚ ਖਤਮ ਹੋ ਗਈਆਂ ਸਾਰੀਆਂ ਖਬਰਾਂ ਪੰਜਾਬ ਦੀਆਂ। ਕੋਈ ਹੈ ਹੀ ਨਹੀਂ, ਕੋਈ ਖਬਰ ਆਈ ਨਹੀਂ ਰਹੀ, ਕੋਈ ਕਹਿੰਦਾ ਹੀ ਨਹੀਂ ਕੁਛ। ਬਿਲਕੁਲ। ਕੋਈ ਕਿਤੇ ਨੂੰ ਤੁਰਿਆ ਹੈ, ਕੋਈ ਕਿਤੇ ਨੂੰ ਤੁਰਿਆ ਹੈ। ਸਾਡੇ ਪਾਰਲੀਮੈਂਟ ਸੈਸ਼ਨ ਚ ਨਹੀਂ ਹੈ। ਬਿਲਕੁਲ। ਤਾਂ ਇਸ ਵੇਲੇ ਸਾਰੇ ਹੀ ਬੰਦੇ ਜਿਹੜੇ ਆ ਉਹ ਤੁਰੇ ਹੋਏ ਆ, ਕੋਈ ਵਕੇਸ਼ਨ ਤੇ ਗਿਆ ਆ ਤੇ ਕੋਈ ਬਾਰਬੇਕਿਊ ਕਰਨ ਲੱਗਾ ਆਪਣੀ ਕਮਿਊਨਿਟੀ ਦੇ ਵਿੱਚ ਵੀ ਚਲੋ ਅਗਲੀ ਇਲੈਕਸ਼ਨ ਸ਼ਾਇਦ ਛੇਤੀ ਨਾ ਆ ਜਾਵੇ। ਹੁਣ ਕੁਐਸਚਨ ਪੀਰੀਅਡ ਚ ਕੀ ਹੁੰਦਾ ਹੈ ਕਿ ਜਦੋਂ ਕੁਐਸਚਨ ਪੀਰੀਅਡ ਸ਼ੁਰੂ ਹੁੰਦਾ 45 ਮਿੰਟ ਹੀ ਹੈ ਵੈਸੇ ਜੀ। ਇਹ ਤਾਂ ਬਹੁਤ ਸਿਰੇ ਦਾ ਡਰਾਮਾ ਹੁੰਦਾ ਇੱਥੇ। ਬਿਲਕੁਲ। ਤੇ ਉਹ ਹੈਗਾ ਡਰਾਮਾ ਜ਼ਿਆਦਾ ਤਾਂ ਉਦੋਂ ਵਧਿਆ ਜਦੋਂ ਇਹ ਟੈਲੀਵਾਈਜ਼ ਸ਼ੁਰੂ ਕੀਤਾ। ਇਹ ਪਹਿਲਾਂ ਟੈਲੀਵਿਜ਼ਨ ਤੇ ਨਹੀਂ ਦਿਖਾਉਂਦੇ ਹੁੰਦੇ ਸੀ ਜੀ। ਜਦੋਂ ਇਹਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਪਤਾ ਲੱਗਾ ਐਮਪੀਜ਼ ਨੂੰ ਵੀ ਸਾਡੀ ਤਾਂ ਕਾਰਗੁਜ਼ਾਰੀ ਜਿਹੜੀ ਇੱਥੇ ਘਰ ਵੀ ਜਾਂਦੀ ਹੈ। ਲੋਕੀ ਸਾਡੇ ਹਲਕੇ ਦੇ ਦੇਖਦੇ ਆ ਵੀ ਮੈਂ ਉੱਠੂੰਗਾ, ਮੈਂ ਜਿੱਦਾਂ ਕੋਈ ਗੱਬਰ ਸਿੰਘ ਦਾ ਡਾਇਲੌਗ ਬੋਲੂੰਗਾ, ਲੋਕੀ ਮੈਨੂੰ ਸੁਣਨਗੇ, ਮੈਂ ਡਰੈਸ ਅਪ ਵਧੀਆ ਹੋਊਂਗਾ। ਤੁਸੀਂ ਦੇਖਿਓ ਬਹੁਤ ਵਧੀਆ ਡਰੈਸ ਅਪ ਹੁੰਦੇ ਆ ਜੀ। ਕੰਸਲਟੈਂਟ ਬੰਦਿਆਂ ਨੇ ਰੱਖੇ ਆ ਵੀ ਸਾਨੂੰ ਦੱਸੀ ਵੀ ਕਿੱਦਾਂ ਦੀ ਟਾਈ ਲਾਵਾਂ, ਕਿੱਦਾਂ ਦੀ ਸ਼ਰਟ ਪਾਵਾਂ, ਬਾਲ ਕਿੱਦਾਂ ਦੇ ਬਾਹ ਕੇ ਜਾਵਾਂ। ਕਿਉਂਕਿ ਇੱਕ ਕੈਮਰੇ ਤੇ ਆ, ਦੂਸਰਾ ਕੈਮਰੇ ਵਾਲੇ ਨੂੰ ਇਹ ਹਦਾਇਤ ਆ ਵੀ ਤੁਸੀਂ ਉਸ ਬੰਦੇ ਤੇ ਫੋਕਸ ਕਰਨਾ
ਜਾਂ ਜੇ ਬਹੁਤੀ ਹੱਦ ਦਿਖਾਣਾ ਤਾਂ ਉਹਦੇ ਬਿਲਕੁਲ 2-4 ਬੰਦੇ ਜਿਹੜੇ ਆਲੇ ਦੁਆਲੇ ਬੈਠੇ ਉਹ ਦਿਖਾ ਸਕਦੇ, ਹੋਰ ਨਹੀਂ ਦਿਖਾਣਾ ਤੁਸੀਂ। ਕਈ ਵਾਰੀ ਤੁਸੀਂ ਜਾ ਕੇ ਦੇਖਿਓ ਕੁਐਸਚਨ ਪੀਰੀਅਡ 'ਚ, ਉਹ ਉੱਥੇ ਕੋਈ ਉਹੀ ਬੰਦੇ ਬੈਠੇ ਹੁੰਦੇ ਜਿਹਨਾਂ ਨੇ ਸਵਾਲ ਪੁੱਛਣੇ ਹੁੰਦੇ, ਬਾਕੀ ਕੋਈ ਨਹੀਂ ਬੈਠਾ। ਨਹੀਂ ਤਾਂ 45 ਮਿੰਟਾਂ 'ਚ ਹੁਣ ਜੇ ਲੌਜੀਕਲੀ ਵੇਖੀ ਤੇ ਕੀ ਨਹਾਊ ਤੇ ਕੀ ਨਿਚੋੜੂ ਵਾਲੀ ਗੱਲ ਹੀ ਹੈ। ਉਹਦਾ 45 ਮਿੰਟ ਪੁੱਛਣ ਦੀ ਵੀ ਕੋਈ ਗੱਲ ਨਹੀਂ ਹੈ, ਪਰ ਪਹਿਲਾਂ ਉਹਦਾ ਰਿਸਪੈਕਟ ਦੇ ਤੌਰ ਤੇ ਵੈਸੇ ਤਾਂ ਸਾਰੇ ਲੈਜਿਸਲੇਟਿਵ ਮੈਂਬਰਸ ਜਿਹੜੇ ਚਾਹੇ ਗਵਰਨਿੰਗ ਪਾਰਟੀ ਦੇ ਹੋਣ ਚਾਹੇ ਆਪੋਜੀਸ਼ਨ ਦੇ ਹੋਣ ਉਹ ਐਗਜ਼ੈਕਟਿਵ ਮੈਂਬਰਸ ਨੂੰ ਸਵਾਲ ਪੁੱਛ ਸਕਦੇ, ਮੰਤਰੀਆਂ ਨੂੰ ਸਵਾਲ ਪੁੱਛ ਸਕਦੇ ਆ ਜੀ। ਅਕਸਰ ਇਹ ਸਵਾਲ ਪਹਿਲਾਂ ਹੀ ਉਹਨਾਂ ਨੂੰ ਸਬਮਿਟ ਕੀਤੇ ਹੁੰਦੇ ਆ ਤੇ ਉਹ ਤਿਆਰ ਹੋ ਕੇ ਆਏ ਹੁੰਦੇ ਆ। ਜੇ ਕਿਸੇ ਨੇ ਸਵਾਲ ਪੁੱਛਣਾ ਪਹਿਲਾਂ ਤੁਸੀਂ ਦੇ ਦਿੰਦੇ ਆ ਆਪਣੇ ਸਪੀਕਰ ਨੂੰ ਤੇ ਉਹ ਦੇ ਦਿੰਦੇ ਆ ਮਿਨਿਸਟਰ ਨੂੰ, ਤੇ ਮਿਨਿਸਟਰ ਦਾ ਜਿਹੜਾ ਹਮਲਾ ਫੈਲਾਇਆ ਉਹ ਤਿਆਰ ਕਰਕੇ ਦਿੰਦੇ ਆ। ਉਹਨਾਂ ਨੇ ਲਿਖਿਆ ਹੁੰਦਾ ਵੀ ਆਹੀ ਜਵਾਬ ਦੇਣਾ, ਆਹੀ ਪੜ੍ਹਨਾ, ਹੋਰ ਨਹੀਂ ਕੁਝ ਪੜ੍ਹਨਾ। ਬਿਲਕੁਲ। ਤਾਂ ਪ੍ਰੋਬਲਮ ਉਦੋਂ ਪੈ ਜਾਂਦੀ ਜਦੋਂ ਕੋਈ ਮੰਤਰੀ ਆਪਣੇ ਕੋਲੋਂ ਜਵਾਬ ਦੇ ਦਿੰਦਾ, ਕਿਉਂਕਿ ਗਲਤ ਦੇ ਦਿੰਦੇ ਫਿਰ ਉਸ ਵੇਲੇ ਪੰਗਾ ਪੈ ਜਾਂਦਾ। ਤੇ ਹੁਣ ਜਦੋਂ ਐਕਚੁਅਲੀ ਡਰਾਮਾ ਕਰਦੇ ਆ ਨਾ, ਕਿਸੇ ਨੇ ਸਵਾਲ ਪੁੱਛਣਾ ਆ ਬਹੁਤ ਜ਼ੋਰ ਨਾਲ, ਬਹੁਤ ਰੌਲਾ ਪਾ ਕੇ, ਤੇ ਜੇ ਕੋਈ ਬੱਚਾ ਦੇਖਣ ਜਾਂਦਾ ਆ ਉਹ ਦੇਖਦਾ ਵੀ ਇਹਦੇ ਚ ਉੱਚੀ ਬੋਲਣ ਵਾਲੀ ਕਿਹੜੀ ਗੱਲ ਸੀ, ਤੇ ਇਹ ਸਵਾਲ ਵੀ ਵੈਸੇ ਕਿਹੜਾ ਆ। ਅਸੀਂ ਤਾਂ ਆਏ ਆ ਡੈਮੋਕ੍ਰੇਸੀ ਦੇਖਣ ਵੀ ਸਾਡੇ ਦੇਸ਼ ਦੀ ਪਾਰਲੀਮੈਂਟ ਆ, ਬਹੁਤ ਵੱਡੀ ਚੀਜ਼ ਆ, ਤੇ ਇਹ ਬੰਦੇ ਇੱਥੇ ਕੀ ਕਰਦੇ ਆ? ਜੇ ਆਹ ਹੀ ਕੁਛ ਕਰਦੇ ਤਾਂ ਫੇਰ ਤਾਂ ਕੁਛ ਨਹੀਂ ਕਰਦੇ। ਤੇ ਇਹ ਗੱਲ ਤਾਂ ਨੁਕਤਾਚੀਨੀ ਤਾਂ ਉਹਦੀ ਠੀਕ ਹੈ, ਪਰ ਇੱਕ ਡਰਾਮਾ ਆ। ਤੇ ਉਹ ਸਭ ਤੋਂ ਪਹਿਲਾਂ ਪੁੱਛਦੇ ਆ ਲੀਡਰ ਆਫ ਆਪੋਜੀਸ਼ਨ ਜੀ। ਜੇ ਪ੍ਰਾਈਮ ਮਿਨਿਸਟਰ ਨੇ ਸਟੇਟਮੈਂਟ ਕੋਈ ਦੇਣੀ ਹੋਈ ਉਹਨਾਂ ਦੀ ਮਰਜ਼ੀ ਆ ਜੀ, ਪਰ ਨਹੀਂ ਤਾਂ ਪਹਿਲਾ ਸਵਾਲ ਜਿਹੜਾ ਆ ਲੀਡਰ ਆਫ ਆਪੋਜੀਸ਼ਨ ਦਾ ਹੁੰਦਾ। ਤੇ ਉਸ ਤੋਂ ਬਾਅਦ ਦੂਸਰੀ ਪਾਰਟੀ ਦਾ ਜਿਹੜਾ ਲੀਡਰ ਹੁੰਦਾ, ਫਿਰ ਤੀਸਰੀ ਪਾਰਟੀ ਦਾ, ਚੌਥੀ ਪਾਰਟੀ ਦਾ, ਫਿਰ ਉਦੋਂ ਬਾਅਦ ਖੋਲ ਦਿੰਦੇ। ਜ਼ਿਆਦਾ ਤੌਰ ਤੇ ਸਵਾਲ ਜਿਹੜੇ ਆਪੋਜੀਸ਼ਨ ਪਾਰਟੀਜ਼ ਦੇ ਕਰਦੇ, ਪਰ ਗਵਰਨਿੰਗ ਪਾਰਟੀ ਜਿਹੜੀ ਆ ਉਹਦੇ ਵੀ ਮੈਂਬਰ ਕਰਦੇ ਆ। ਉਹਨਾਂ ਨੇ, ਕਿਉਂਕਿ ਜਿਹੜੇ ਉਹਨਾਂ ਨੇ ਸਵਾਲ ਪੁੱਛਣੇ ਹੁੰਦੇ ਆ ਉਹ ਹੁੰਦੇ ਆ ਵੀ ਗਵਰਨਮੈਂਟ ਨੇ ਆਪਣੀਆਂ ਸਿਫਤਾਂ ਵੀ ਕਰਨੀਆਂ ਹੁੰਦੀਆਂ ਨਾ। ਅਸੀਂ ਫਲਾਣੇ ਥਾਂ ਟ੍ਰੇਨ ਸ਼ੁਰੂ ਕੀਤੀ ਆ, ਫਲਾਣੇ ਥਾਂ ਫਿਸ਼ਰੀਜ਼ ਵਾਲਿਆਂ ਨੂੰ ਇੰਨੇ ਪੈਸੇ ਦਿੱਤੇ ਆ, ਫਲਾਣੇ ਥਾਂ ਅਸੀਂ ਇੰਨੀਆਂ ਜੌਬ ਕ੍ਰੀਏਟ ਕੀਤੀਆਂ। ਗਵਰਨਮੈਂਟ ਮੈਂਬਰ ਨੂੰ ਵੈਸੇ ਵੀ ਪਤਾ ਹੁੰਦਾ ਵੀ ਮੇਰੇ ਏਰੀਏ ਦੇ ਵਿੱਚ ਆਹ ਹੋਣ ਜਾ ਰਿਹਾ, ਉਹ ਫਿਰ ਉਹਦੇ ਨਾਲ ਸੰਬੰਧਿਤ ਸਵਾਲ ਪੁੱਛਦਾ, ਉਹ ਕਹਿੰਦੇ ਹਾਂ ਅਸੀਂ ਆਹ ਕਰ ਰਹੇ ਹਾਂ, ਜਲਦੀ ਕਰ ਰਹੇ ਹਾਂ ਤੁਹਾਡੇ। ਐਗਜ਼ੈਕਟਲੀ। ਉਹਨਾਂ ਨੇ ਸਵਾਲ ਇਹ ਕਰਨਾ ਹੁੰਦਾ, ਦੇਖੋ ਜੀ ਸਾਡੇ ਹੁਣ ਇੰਪਲੋਇਮੈਂਟ ਜ਼ਿਆਦਾ ਹੀ ਵੱਧ ਗਈ ਆ, ਕਹਿੰਦੇ ਆ ਤੁਸੀਂ ਨੌਕਰੀਆਂ ਬੜੀਆਂ ਪੈਦਾ ਕੀਤੀਆਂ। ਇਹ ਸਵਾਲ ਕਾਹਦਾ ਹੁੰਦਾ ਹੈ? ਮਸ਼ਹੂਰੀ ਕਰਨ ਵਾਲੀ ਗੱਲ ਹੁੰਦੀ। ਤੇ ਉਹ ਮਿਨਿਸਟਰ ਫਿਰ ਹੁੱਬ ਕੇ ਦੱਸਦਾ, ਹਾਂ ਗੱਲ ਤਾਂ ਤੇਰੀ ਠੀਕ ਹੈ, 25,000 ਅਸੀਂ ਹੁਣ ਕਰਤੀਆਂ, 25,000 ਫੇਰ ਕਰ ਦੇਣੀ। ਤੇ ਆਪੋਜੀਸ਼ਨ ਵਾਲਿਆਂ ਦਾ ਹੁੰਦਾ ਹੈ ਵੀ ਹਰ ਗੱਲ ਨੈਗੇਟਿਵ। ਜੇ ਤੁਸੀਂ ਕਹਿੰਦੇ ਹੁੰਦੇ ਵੀ $1,000 ਪਰ ਮੰਥ ਦੇਣ ਦਾ ਫੈਸਲਾ ਕਰ ਦੋ ਸਾਰੇ ਕੈਨੇਡੀਅਨ ਨੂੰ ਨਾ, ਆਪੋਜੀਸ਼ਨ ਨੇ ਫੇਰ ਵੀ ਤੁਹਾਡੀ ਨੁਕਤਾਚੀਨੀ ਕਰਨੀ। 1200 ਕਿਉਂ ਨਹੀਂ ਦਿੱਤਾ? 1200 ਜਾਂ 1000 ਹੀ ਕਿਉਂ ਦੇ ਰਹੇ ਆ? ਲੋਕਾਂ ਨੇ ਪੈਸੇ ਦੇ ਰਹੇ, ਲੋਕਾਂ ਦੇ ਹੀ ਪੈਸੇ ਆ ਇਹ, ਤੁਸੀਂ ਕਿਉਂ ਦੇ? ਤੁਸੀਂ ਕੌਣ ਹੁੰਦੇ ਖਰਚਣ ਵਾਲੇ? ਏਦਾਂ ਦੀਆਂ ਗੱਲਾਂ ਕਰਦੇ ਆ। ਤੇ ਉਹਦੇ ਵਿੱਚ ਡਰਾਮਾ ਜਿਹੜਾ ਕਰਦੇ ਆ ਨਾ, ਉਹ ਡਰਾਮਾ ਤਾਂ ਕਰਦੇ ਟੀਵੀ ਦੇ। ਜਦੋਂ ਜਿਨ੍ਹਾਂ ਬੰਦਿਆਂ ਨੇ ਟੀਵੀ ਤੋਂ ਪਹਿਲਾਂ ਦੇਖੀ ਪਾਰਲੀਮੈਂਟ, ਤਾਂ ਉਦੋਂ ਏਦਾਂ ਨਹੀਂ ਸੀ ਹੁੰਦਾ ਬਈ ਉੱਚੀ ਉੱਚੀ ਬੋਲਦੇ ਆ, ਇੰਨੇ ਸੋਹਣੇ ਕੱਪੜੇ ਪਾਉਂਦੇ ਆ, ਤੇ ਉਹ ਢੰਗ ਦੇ ਨਾਲ ਸਵਾਲ ਕਰਦੇ ਆ, ਜਾਂ ਮਿਨਿਸਟਰ ਵੀ ਢੰਗ ਦੇ ਨਾਲ ਬੋਲਦੇ ਆ। ਪਰ ਦੂਸਰੀ ਵੱਡੀ ਗੱਲ ਹੈ ਵੀ ਇੱਕ ਸਾਡੇ ਡਿਪਟੀ ਪ੍ਰਾਈਮ ਮਿਨਿਸਟਰ ਹੁੰਦੇ ਸੀ, ਉਹਨਾਂ ਦੀ ਜੋਕ ਬਣਾਈ ਆ, ਕੋਈ ਨਵਾਂ ਮਿਨਿਸਟਰ ਇੱਕ ਬਣਾਇਆ ਤੇ ਉਹ ਮਿਨਿਸਟਰ ਨੂੰ ਕੋਈ ਸਵਾਲ ਕਰਤਾ ਕਿਸੇ ਨੇ, ਤਾਂ ਉਹਦੇ ਪਾਰਲੀਮੈਂਟ ਦੇ ਵਿੱਚ ਜਾਨੀ ਉਹਨੇ ਸਵਾਲ ਦਾ ਜਵਾਬ ਦੇਣਾ ਸੀ, ਤੇ ਉਹ ਆ ਕੇ ਕੁਐਸਚਨ ਪੀਰੀਅਡ ਦੇ ਵਿੱਚ ਬਹਿ ਗਿਆ, ਤਾਂ ਨਰਵਸ ਹੋਇਆ ਥੋੜਾ ਜਿਹਾ। ਤਾਂ ਉਹਨੇ ਉਹਨੂੰ ਪੁੱਛਿਆ, ਉਹ ਤਾਂ ਪੁਰਾਣਾ ਬੰਦਾ ਸੀ ਡਿਪਟੀ ਪ੍ਰਾਈਮ ਮਿਨਿਸਟਰ ਦਾ, ਉਹ ਕਹਿੰਦਾ ਵੀ ਤੂੰ ਕੰਬਣ ਲੱਗਾ ਕਿ ਤੈਨੂੰ ਕੀ ਹੋਇਆ? ਉਹ ਕਹਿੰਦਾ ਮੈਨੂੰ ਯਾਰ ਅੱਜ ਸਵਾਲ ਦਾ ਜਵਾਬ ਦੇਣਾ ਪੈਂਦਾ। ਉਹ ਕਹਿੰਦਾ ਤੈਨੂੰ ਪਤਾ ਵੀ ਇਹਨੂੰ ਕੁਐਸਚਨ ਪੀਰੀਅਡ ਕਹਿੰਦੇ ਆ? ਕਹਿੰਦਾ ਹਾਂ। ਇਹਨੂੰ ਕਹਿੰਦਾ ਆਨਸਰ ਪੀਰੀਅਡ ਨਹੀਂ ਕਹਿੰਦੇ। ਕੁਐਸਚਨ ਉਹਨੇ ਪੁੱਛਣਾ, ਤੂੰ ਜੋ ਮਰਜ਼ੀ ਬੋਲੀ ਜਾਈਂ। ਹੁੰਦਾ ਵੀ ਇਦਾਂ ਹੀ ਆ। ਕੁਐਸਚਨ ਕਿਸੇ ਨੇ ਪੁੱਛਿਆ ਹੁੰਦਾ ਹੈ ਵੀ ਤੁਸੀਂ ਕਿਬੈਕ ਦੇ ਵਿੱਚ ਫਾਰ ਐਗਜ਼ਾਮਪਲ
ਵੀ ਉਹਨਾਂ ਨੇ ਸੈਕੂਲਰਿਜ਼ਮ ਦਾ ਲਾ ਲਾਤਾ, ਉਹਨਾਂ ਨੇ ਪੱਗ ਨਹੀਂ ਬੰਨ੍ਹਣ ਦਿੱਤੀ, ਜੇ ਤੁਸੀਂ ਸਿਰ ਢੱਕਦੇ ਆ ਤੇ ਉਹ ਜੀ ਸਰਕਾਰੀ ਨੌਕਰੀ ਨਹੀਂ ਕਰ ਸਕਦੇ, ਇਹ ਕਿਉਂ ਆ, ਤੁਸੀਂ ਕਿਉਂ ਆਬਜੈਕਸ਼ਨ ਨਹੀਂ ਕੀਤਾ? ਅੱਛਾ, ਉਹਦਾ ਜਵਾਬ ਦੇਣ ਦੀ ਬਜਾਏ ਉਹ ਫਿਰ ਉਲਟੀਆਂ ਸਿੱਧੀਆਂ ਗੱਲਾਂ ਕਰਨ ਲੱਗ ਪਣਗੇ। ਦੇਖੋ ਜੀ ਪ੍ਰੋਵਿੰਸ ਦੇ ਅਸੀਂ ਤਾਂ ਆਪਣੇ ਚ ਤੋਂ ਇੱਥੇ ਫੈਡਰਲੀ ਤਾਂ ਇਦਾਂ ਹੀ ਕਹਿੰਦੇ ਆ ਵੀ ਹਰ ਇੱਕ ਬੰਦੇ ਨੇ ਜੇ ਚਾਹੇ ਸਿਰ ਤੇ ਕੁਝ ਵੀ ਬੰਨਿਆ ਹੋਵੇ, ਪਰ ਨਾਲ ਦੀ ਨਾਲ ਪ੍ਰੋਵਿੰਸਸ ਨੂੰ ਆਪਣਾ ਹੱਕ ਆ। ਉੱਥੇ ਵੀ ਆਪੋਜੀਸ਼ਨ ਵਾਲੇ ਸਾਡੀ ਪਾਰਟੀ ਵਾਲੇ ਪੁੱਛਦੇ ਆ ਉਹਨਾਂ ਨੂੰ ਸਵਾਲ, ਉਹਨਾਂ ਦੀ ਰਿਸਪੈਕਟ ਆ, ਉਹ ਪ੍ਰੋਵਿੰਸ਼ੀਅਲ ਲੈਵਲ ਤੇ ਹੀ ਰਹਿਣ ਦਿੰਦੇ ਆ। ਗੋਲ ਮੋਲ ਮਤਲਬ ਜਾਂ ਫਿਰ ਅਸੀਂ ਗੱਲ ਕਰਾਂਗੇ ਉਹਨਾਂ ਨਾਲ, ਨਹੀਂ ਗੱਲ ਵੀ ਨਹੀਂ ਕਰਨਾ, ਮਤਲਬ ਜਿਹੜਾ ਬੰਦਾ ਖਾਸ ਤੌਰ ਤੇ 11ਵੀਂ ਦਾ ਕੋਈ ਬੱਚਾ ਗਿਆ ਹੋਵੇ ਉਹਨੂੰ ਦੇਖਦਾ ਆ ਤਾਂ ਉਹ ਦੇਖਦਾ ਕਿ ਉਹਨੇ ਸਵਾਲ ਕੁਝ ਹੋਰ ਪੁੱਛਿਆ, ਇਹ ਜਵਾਬ ਕੁਝ ਹੋਰ ਦੇ ਰਿਹਾ, ਕਿਉਂਕਿ ਕੁਐਸਚਨ ਪੀਰੀਅਡ ਇਜ਼ ਕੁਐਸਚਨ ਪੀਰੀਅਡ, ਬਿਲਕੁਲ, ਇਹ ਆਨਸਰ ਪੀਰੀਅਡ ਨਹੀਂ ਹੈਗਾ। ਬਿਲਕੁਲ, ਇਹ ਵੀ ਸਲੋਗਨ ਬਣ ਗਿਆ ਜੀ, ਇਹ ਵੀ ਸਲੋਗਨ ਹੀ। ਉਹ ਕਹਿੰਦਾ ਵੀ ਤੂੰ ਕੰਬਣ ਦੀ ਲੋੜ ਨਹੀਂ ਹੈ, ਤੂੰ ਜੋ ਮਰਜ਼ੀ ਤੇਰੇ ਮਨ ਦੇ ਵਿੱਚ ਆਉਂਦਾ ਉਹ ਜਵਾਬ ਦੇਈ ਚੱਲੀ। ਠੀਕ ਹੈ ਜੀ। ਬਾਕੀ ਸਾਰਿਆਂ ਨੂੰ ਪਤਾ ਹੀ ਆ, ਜਿਹੜੇ ਬੰਦੇ ਜਾਣਦੇ ਆ, ਰਿਪੋਰਟਰਸ ਨੂੰ ਪਤਾ ਆ ਵੀ ਇਹ ਮੰਤਰੀਆਂ ਦੇ ਜਵਾਬ ਨਹੀਂ ਹੁੰਦੇ, ਇਹ ਜਵਾਬ ਹੈਗੇ ਆ ਸਿਵਲ ਸਰਵੈਂਟਸ ਦੇ, ਲਿਖ ਕੇ ਉਹਨਾਂ ਨੇ ਦਿੱਤੇ ਆ ਇਹਨਾਂ ਨੂੰ। ਬਿਲਕੁਲ। ਹਾਲਾਂਕਿ ਤੁਹਾਨੂੰ ਇੱਥੋਂ ਰੇਡੀਓ ਤੋਂ ਵੀ ਲੋਕੀ ਕਹਿਣਗੇ ਉਹ ਜੀ ਪਤਾ ਨਹੀਂ ਕਿੱਦਾਂ ਯਾਦ ਕਰ ਲੈਂਦਾ, ਮੋਹਰੇ ਟੀਵੀ ਲੱਗਾ ਹੁੰਦਾ ਇਹਨਾਂ ਦੇ, ਜਿਹੜੇ ਵੱਡੇ ਲੀਡਰ ਬੋਲਦੇ ਆ ਨਾ, ਟੈਲੀਪ੍ਰਾਂਪਟਰ ਲੱਗਾ ਹੁੰਦਾ, ਉੱਥੋਂ ਦੇਖ ਕੇ ਪੜ੍ਹੀ ਜਾਂਦੇ। ਇਹ ਚ ਦੱਸੋ ਯਾਦ ਕਰਨ ਵਾਲੀ ਕੀ ਗੱਲ ਹੈ? ਸਾਰੇ ਕਰਦੇ, ਮੋਦੀ ਵੀ ਐਂ ਕਰਦਾ ਜੀ, ਸਾਰੇ ਹੀ ਕਰਦੇ, ਸਾਰੇ ਹੀ ਲੀਡਰ ਏਦਾਂ ਕਰਦੇ। ਹੁਣ ਮਤਲਬ ਇਹ ਗੱਲ ਸ਼ੁਰੂ ਹੋ ਗਈ। ਬਰਾਕ ਓਬਾਮਾ ਨੇ ਪਹਿਲੀ ਵਾਰੀ ਇਹ ਸੈਨੇਟ ਦੀ ਸੀਟ ਤੇ ਨੋਮੀਨੇਸ਼ਨ ਹਾਰ ਗਿਆ, ਤਾਂ ਉਸ ਵੇਲੇ ਜਿਹੜੀ ਉਹਨਾਂ ਦੀ ਟੀਮ ਨੇ ਉਹਨਾਂ ਦੀ ਨੁਕਤਾਚੀਨੀ ਕੀਤੀ ਨਾ, ਉਹ ਕਹਿੰਦੇ ਵੀ ਤੈਨੂੰ ਟੈਲੀਪ੍ਰਾਂਪਟਰ ਤੇ ਪੜ੍ਹਨਾ ਨਹੀਂ ਆਉਂਦਾ, ਜਿੱਦਾਂ ਇਹ ਅਭਿਆਸ ਕਰਨਾ ਚਾਹੀਦਾ ਤੈਨੂੰ, ਵੀ ਜ਼ੋਰ ਲਾ, ਕਿਉਂਕਿ ਤੇਰੀ ਆਵਾਜ਼ ਚੰਗੀ ਆ, ਆਵਾਜ਼ ਤੇਰੀ ਬੜੀ ਵਧੀਆ ਹੈ, ਡਿਲੀਵਰੀ ਬੜੀ ਦੇ ਸਕਦਾ ਤੂੰ, ਪਰ ਉਹ ਤਰੀਕਾ ਨਹੀਂ ਸਹੀ। ਇਹਨੇ ਫਿਰ ਪੂਰਾ ਕਿਤੇ ਸਾਲ ਹੀ ਲਾਇਆ ਉਹਨੂੰ ਸਿੱਖਣ ਦੇ। ਦੈਨ ਹੀ ਬਿਕੇਮ ਵੈਰੀ ਗੁੱਡ। ਮਤਲਬ ਜਿਹੜੇ ਬੰਦਿਆਂ ਨੇ ਬਰਾਕ ਓਬਾਮਾ ਨੂੰ ਸੁਣਿਆ ਹੈ ਨਾ, ਉਹ ਸਮਝਦੇ ਵੀ ਵਧੀਆ ਸਪੀਕਰ ਸੀ। ਉਹ ਸਪੀਕਰ ਬਣ ਲਈ ਮਤਲਬ ਟਾਈਮ ਲੱਗਾ ਉਹਨੂੰ, ਉਹਦੇ ਗੱਲਬਾਤ ਚ ਪ੍ਰਭਾਵ ਹੁੰਦਾ ਸੀ, ਪ੍ਰਭਾਵ ਸੀ। ਉਹਨਾਂ ਨੂੰ ਦੱਸਿਆ ਵੀ ਜਦੋਂ ਆਉਂਦੇ ਆ ਤੁਸੀਂ ਕੰਟਰੋਲ ਵੀ ਕਰ ਸਕਦੇ ਆ ਵੀ ਜਿਹੜੀ ਇੱਕ ਲਾਈਨ ਕਦੋਂ ਆਵੇ, ਦੂਸਰੀ ਲਾਈਨ ਕਦੋਂ ਆਵੇ, ਰਿਮੋਟ ਹੱਥ ਚ ਹੁੰਦਾ ਜਾਂ ਤੁਹਾਡੇ ਹੱਥ ਦੇ ਵਿੱਚ ਹੁੰਦਾ। ਤੇ ਤੁਹਾਨੂੰ ਏਦਾਂ ਨਹੀਂ ਵੀ ਜਿੱਦਾਂ ਮੋਹਰੇ ਆਇਆ ਤਾਂ ਤੁਸੀਂ ਕਹਾਣੀ ਪੜ੍ਹਨ ਲੱਗੇ ਆ, ਦੇਰ ਵਾਜ਼ ਐਨ ਓਲਡ ਕਰੋ, ਐਨ ਅਟਕ ਕੇ ਵੀ ਆ ਇੱਥੇ ਹਾਈ ਹੋਣਾ ਚਾਹੀਦਾ, ਇੱਥੇ ਲੋ ਹੋਣਾ ਚਾਹੀਦਾ, ਇੱਥੇ ਹਾਈ ਹੋਣਾ ਚਾਹੀਦਾ, ਇਸ ਤਰੀਕੇ ਨਾਲ ਪ੍ਰਭਾਵਕ ਇੱਕ ਲੈਕਚਰ ਹੋਣਾ ਚਾਹੀਦਾ। ਤੇ ਸਾਡੇ ਪਾਰਲੀਮੈਂਟ 'ਚ ਵੀ ਏਦਾਂ ਹੀ ਆ, ਜਦੋਂ ਬੋਲਦੇ ਆ ਉਹ ਫਿਰ ਇਹਨਾਂ ਦੇ ਬੈਠੇ ਹੁੰਦੇ ਆ PR ਵਾਲੇ ਹੈਂਡਲਰਸ, ਇਹਨਾਂ ਦੇ ਦਫ਼ਤਰਾਂ ਦੇ ਵਿੱਚ ਬੈਠੇ ਹੁੰਦੇ ਆ, ਤਾਂ ਉਹ ਫਿਰ ਘੰਟਾ ਲਾਉਂਦੇ ਬਾਅਦ ਦੇ ਵਿੱਚ, ਦੇਖੋ ਇੱਥੇ ਕਿ ਜਿਹੜਾ ਆਹ ਸ਼ਬਦ ਕਿਹਾ ਤੁਸੀਂ, ਇਹ ਅਸਲੀ ਸ਼ਬਦ ਤਾਂ ਇਹ ਸੀ, ਇਹਨੂੰ ਕਰੋੜ ਕੇ ਕਹਿਣਾ ਸੀ। ਤੇ ਫਿਰ ਉਹ ਪੂਰਾ ਐਨ ਸਿੱਖ ਕੇ ਆਉਂਦੇ, ਸਿੱਖ ਕੇ ਆ ਕੇ ਸਵਾਲ ਤਾਂ ਇੱਕ ਪੁੱਛਣਾ ਹੁੰਦਾ, ਲਿਖਿਆ ਹੁੰਦਾ, ਉਹ ਵੀ ਆਪੋਜੀਸ਼ਨ ਦਾ ਵੀ ਸਵਾਲ ਲਿਖਿਆ ਹੁੰਦਾ ਤੇ ਮੰਤਰੀਆਂ ਦਾ ਵੀ ਸਵਾਲ ਲਿਖਿਆ ਹੁੰਦਾ, ਜਵਾਬ ਜਿਹੜਾ ਹੈ ਉਹਨਾਂ ਨੇ ਜਿਹੜਾ ਸਵਾਲ ਪੁੱਛਣਾ ਹੁੰਦਾ ਹੈ ਉਹਨਾਂ ਦਾ ਆਪਣਾ ਨਹੀਂ ਹੈ ਤੇ ਉਹਨਾਂ ਦਾ ਵੀ ਆਪਣਾ ਨਹੀਂ ਹੈ। ਪਰ ਡਰਾਮਾ ਇਦਾਂ ਹੀ ਹੋ ਰਿਹਾ। ਡਰਾਮੇ 'ਚ ਸਾਨੂੰ ਥੋੜਾ ਪਤਾ ਵੀ ਉਹ ਰਾਮ ਚੰਦਰ ਬਣਿਆ, ਐਕਚੁਅਲੀ ਰਾਮ ਥੋੜੋ, ਅਸੀਂ ਤਾਂ ਇਦਾਂ ਹੀ ਸਮਝਦੇ। ਬਿਲਕੁਲ। ਸੋ ਡਾਕਟਰ ਸਾਹਿਬ, ਅਗਲੀ ਖਬਰ ਵੱਲ ਵਧਦੇ ਹਾਂ। ਕਾਬਲ ਹਵਾਈ ਅੱਡੇ ਤੇ ਇੱਕ ਬੰਬ ਧਮਾਕਾ ਹੋਇਆ ਸੀ ਜੀ, ਉਹ 'ਚ ਇੱਕ ਦੀ ਫੌਜੀ ਦੀ ਲੱਤ ਤੇ ਬਾਂਹ ਜਿਹੜੀ ਉੱਡ ਗਈ ਸੀ। ਉਹ ਜਦੋਂ ਉਹ ਕਹਿੰਦਾ ਜੋ ਬਾਈਡਨ ਦੇ ਨਾਲ ਉਹ ਆਪਦੀ ਕੁਛ ਕਰ ਰਿਹਾ ਹੈ, ਕਹਿੰਦਾ ਵੀ ਮੇਰੀਆਂ ਯਾਦਾਂ ਸੀਗੀਆਂ ਜੁੜੀਆਂ ਉਹਦੇ ਨਾਲ, ਉਹਦੇ ਵਾਪਸੀ ਦੇ ਨਾਲ, ਉਹ ਕੀ ਸੀ? ਇਹ ਖਬਰ ਜ਼ਿਆਦਾ ਲੰਬੀ ਹੈ, ਚਲੋ ਥੋੜੀ ਜਿਹੀ ਹੁਣ ਸ਼ੁਰੂ ਕਰ ਦਿੰਦੇ ਆ, ਥੋੜੀ ਜਿਹੀ ਫਿਰ ਬਾਅਦ ਚ ਕਰ ਦਿੰਦੇ ਆ। ਹਾਂਜੀ, ਆਪਾਂ ਅਗਲੀ ਖਬਰ ਲੈ ਲੈਂਦੇ ਜੀ, ਕੋਈ ਗੱਲ ਨਹੀਂ। ਸ਼ਿਕਾਗੋ ਦੀ ਇੱਕ 9 ਸਾਲ ਦੀ ਕੁੜੀ ਨੂੰ ਗੋਲੀ ਮਾਰਨ ਵਾਲੇ ਫਸਟ ਡਿਗਰੀ ਮਰਡਰ ਚਾਰਜ ਕੀਤਾ ਗਿਆ ਜੀ ਬੰਦਾ। ਇਹ ਦੇਖੋ ਕਿ 9 ਸਾਲਾਂ ਦੀ ਲੜਕੀ ਆ ਜੀ, ਉਹ ਆਪਣੀ ਸਕੂਟਰੀ ਤੇ ਜਾ ਰਹੀ ਆ ਉਹਨਾਂ ਦੀ ਨੇਬਰਹੁੱਡ ਦੇ ਵਿੱਚ, ਬੰਦੇ ਨੇ ਆ ਕੇ ਗੋਲੀ ਮਾਰਤੀ, ਉਹਨੂੰ ਮਾਰਤੀ। ਔਰ ਉਹਨੂੰ ਪੁੱਛਿਆ ਗਿਆ ਵੀ ਤੁਸੀਂ ਇਹਨੂੰ ਕਿਉਂ, ਲੜਕੀ ਨੂੰ ਕਿਉਂ ਮਾਰਿਆ, ਇਹਨੇ ਕੀ ਤੇਰਾ ਵਿਗਾੜਿਆ ਕੀ ਸੀਗਾ? ਤੇ ਉਹ ਬੰਦਾ ਆਬਜੈਕਸ਼ਨ ਲਾ ਰਿਹਾ ਵੀ ਇਹ ਬੱਚੇ ਸ਼ੋਰ ਮਚਾਉਂਦੇ ਆ। ਹੁਣ ਦੇਖੋ ਇੱਥੇ ਕਿੰਨਾ ਸਾਡੇ ਅਸੀਂ ਕਿੰਨੇ ਕੀ ਕਹਿੰਦੇ ਨਰਮ ਬਣ ਗਏ। ਤੁਸੀਂ ਨੇਚਰ ਦੇ ਵਿੱਚ ਪਹਿਲਾਂ ਰਹਿੰਦੇ ਸੀ ਤਾਂ ਸ਼ੋਰ ਹੀ ਮਚਦਾ ਸੀ। ਬਿਲਕੁਲ।
ਸਾਨੂੰ ਸ਼ੋਰ ਅਸੀਂ ਸਮਝਦੇ ਹਾਂ ਵੀ ਕੋਈ ਵੱਡੀ ਗੱਲ ਨਹੀਂ ਹੈ। ਅਸੀਂ ਕਹਿੰਦੇ ਚਿੜੀਆਂ ਦੀ ਆਵਾਜ਼ ਆਵੇ, ਚਿੜੀਆਂ ਦੀ ਆਵਾਜ਼ ਆਵੇ, ਉਹ ਬੋਲੇ। ਹਾਂ, ਜਦੋਂ ਵੀ ਮੇਰੇ ਲਾਗੇ ਕ੍ਰੀਕ ਹੈ ਇੱਕ, ਉਹਨੂੰ ਜਦੋਂ ਅਸੀਂ ਵਿੰਡੋ ਖੋਲਦੇ ਹਾਂ ਸਵੇਰੇ ਤਕਰੀਬਨ 4 ਵਜੇ ਜੀ, ਕਹਿੰਦੇ ਹੁੰਦੇ 4 ਵਜੇ ਪਰਿੰਦੇ ਉੱਠ ਖੜਦੇ ਆ, ਤੇ 4 ਵਜੇ ਚੀ ਚੜਮੜ ਬੜੀ ਸੋਹਣੀ ਲੱਗਦੀ, ਬੜੀ ਸੋਹਣੀ ਲੱਗਦੀ। ਬਿਲਕੁਲ ਉਹ ਲੱਗਦਾ ਵੀ ਨੇਚਰ ਦੇ ਲਾਗੇ ਰਹਿ ਰਹੇ ਆ। ਫਿਰ ਕਈ ਚਲੋ ਕਿਸੇ ਨੇ ਮਿਊਜ਼ਿਕ ਲਾ ਲਿਆ, ਤਾਂ ਵੈਸੇ ਵੀ ਨੋਇਜ਼ ਦਾ ਲੈਵਲ ਜਿਹੜਾ ਹੈ ਨਾ ਸਾਡੇ ਸਿਟੀਜ਼ ਦੇ ਵਿੱਚ ਤਾਂ ਬਹੁਤ ਜ਼ਿਆਦਾ ਆ, ਪਿੰਡਾਂ ਦੇ ਵਿੱਚ ਘੱਟ ਹੁੰਦਾ। ਤੁਸੀਂ ਇੱਕ ਥਾਂ ਤੋਂ ਆਵਾਜ਼ ਮਾਰੋਗੇ ਦੂਸਰੇ ਥਾਂ ਸੁਣ ਪੈਂਦੀ ਹੈ। ਸ਼ਹਿਰਾਂ ਦੇ ਵਿੱਚ ਇਹ ਨਹੀਂ ਹੁੰਦਾ, ਕਿ ਸ਼ਹਿਰਾਂ ਦੇ ਵਿੱਚ ਬਹੁਤ ਨੋਇਜ਼ ਦਾ ਲੈਵਲ ਹੈ। ਗੱਡੀਆਂ ਚੱਲਦੀਆਂ ਆ, ਫੈਕਟਰੀਆਂ ਚੱਲ ਰਹੀਆਂ ਆ, ਬੱਸਾਂ ਚੱਲ ਰਹੀਆਂ ਆ, ਕਈ ਕੁਛ ਹੀ ਚੱਲ ਰਿਹਾ ਨਾ, ਤਾਂ ਉਹਦੇ ਵਿੱਚ ਹਿਊਮਨ ਜਿਹੜੀ ਨੋਇਜ਼ ਆ ਕੋਈ ਜ਼ਿਆਦਾ ਨਹੀਂ ਹੈ। ਤੇ ਇਹ ਬੰਦਾ ਵੀ ਜ਼ਿਆਦਾ ਹੀ ਨਰਮ ਹੋਣਾ, ਜਿਹੜਾ ਜ਼ਿਆਦਾ ਸੰਵੇਦਨਸ਼ੀਲ ਹੋ ਗਿਆ। ਕਹਿੰਦਾ ਵੀ ਬੱਚੇ ਸ਼ੋਰ ਮਚਾਉਂਦੇ ਆ, ਤੇ ਇੱਕ ਤਾਂ ਤਰੀਕਾ ਹੈਗਾ ਵੀ ਤੂੰ ਇਹਨਾਂ ਨੂੰ ਕਹਿ ਭਾਈ ਹਟੋ, ਉਹਨਾਂ ਨੂੰ ਚੁੱਪ ਵੀ ਕਰਾ ਹੀ ਸਕਦੇ ਆ। ਬਿਲਕੁਲ ਬਿਲਕੁਲ। ਮਤਲਬ ਅੱਜ ਕੱਲ ਇਹੀ ਤਰੀਕਾ ਲੱਭ ਲਿਆ ਵੀ ਅਸੀਂ ਗੋਲੀ ਮਾਰਨੀ ਆ। ਕੌਨਫਲਿਕਟ ਰੈਜ਼ੋਲੂਸ਼ਨ ਇਦਾਂ ਤਾਂ ਨਹੀਂ ਹੁੰਦੇ ਵੀ ਤੁਸੀਂ ਲੜਨਾ ਹੀ ਹੈ। ਬਿਲਕੁਲ, ਇਹ ਗੱਲਬਾਤ ਜ਼ਿਆਦਾ ਬੰਦਾ ਕਰੂਰ ਹੋਣਾ, ਨਹੀਂ ਤਾਂ ਬੱਚਿਆਂ ਦੀ ਜਿਹੜੀ ਹੈ ਸ਼ੋਰ ਕਿਹੜਾ ਹੈ ਉਹ ਕਿਹਨੂੰ ਪਰੇਸ਼ਾਨ ਕਰਦਾ ਜੀ। ਇਹ ਵੀ ਆਪਣੀ ਆਪਣੀ ਰਾਏ ਹੀ ਹੈ। ਉਹਦਾ ਮਤਲਬ ਕਈ ਆਪਣੇ ਬੱਚਿਆਂ ਦੇ ਤਾਂ ਤੰਗ ਹੋ ਜਾਂਦੇ ਆ, ਕਈਆਂ ਨੇ ਆਪਣੇ ਬੱਚੇ ਕੁੱਟੇ ਆ, ਇੰਨੇ ਕੁੱਟਦੇ ਆ ਉਹਨਾਂ ਨੂੰ ਵੀ ਇਹ ਸ਼ੋਰ ਮਚਾਉਂਦੇ ਆ। ਹਾਲਾਂਕਿ ਬਹੁਤੇ ਬੰਦੇ ਅੱਗੇ ਪਾਰਟੀਆਂ ਤੇ ਲਿਖ ਦਿੰਦੇ ਸੀ ਕਾਰਡ ਤੇ ਕਿ ਬੱਚੇ ਨਾਲ ਲੈ ਕੇ ਆਓ, ਤੇ ਫੇਰ ਕਈ ਬੰਦੇ ਜਿਹੜੇ ਸੰਵੇਦਨਸ਼ੀਲ ਆ ਉਹ ਬੰਦੇ ਕਹਿੰਦੇ ਕਿ ਯਾਰ ਪਾਰਟੀ ਦਾ ਕੀ ਮਜ਼ਾ ਜੇ ਬੱਚੇ ਨਹੀਂ ਨੱਠਦੇ ਤੁਰੇ ਫਿਰਦੇ। ਮਜ਼ਾ ਤਾਂ ਉੱਥੇ ਹੀ ਆਉਂਦਾ, ਬੱਚੇ ਵੀ ਆਨੰਦ ਲੈਣ। ਤੁਸੀਂ ਵੀ ਬੈਠੇ ਆ ਤਾਂ ਉਹ ਵੀ ਨੱਠੇ ਫਿਰਦੇ ਆ। ਬੱਚਾ ਜ਼ਿਆਦਾਤਰ ਪਾਰਟੀਆਂ ਤੇ ਹੁੰਦਾ ਜੀ, ਉਹ ਇੱਕ ਵੱਖਰੇ ਜਿਹੜੇ ਉਹ ਗੇਮ ਸੈਕਸ਼ਨ ਵੱਖਰਾ ਬਣਾ ਦਿੰਦੇ ਉਹਨਾਂ ਦਾ। ਇਹ ਵੀ ਮਤਲਬ ਹਾਂ ਇਹ ਹੈ ਇੱਕ, ਪਰ ਵੈਸੇ ਤੁਸੀਂ ਰੌਲਾ ਪਾਉਂਦੇ ਆ ਵੀ ਸਾਨੂੰ ਬੱਚੇ ਫਾਲੋ ਨਹੀਂ ਕਰਦੇ। ਵੱਡੇ ਹੋ ਕੇ ਤਾਂ ਇਹੀ ਰੌਲਾ ਪਾਉਂਦੇ ਆ ਵੀ ਬੱਚੇ ਸਾਡੇ ਨਾਲ ਨਹੀਂ ਬਹਿੰਦੇ। ਜਦੋਂ ਉਹ ਬੈਠਣ ਵਾਲੇ ਸੀ ਤਾਂ ਉਦੋਂ ਤੁਸੀਂ ਵੀ ਨਹੀਂ ਸੀ ਨਾਲ ਬਹਿੰਦੇ, ਤੁਸੀਂ ਉਹਨਾਂ ਨੂੰ ਜੁਦੇ ਕਰਦੇ ਸੀ। ਹੁਣ ਉਹ ਵੱਡੇ ਹੋ ਗਏ, ਹੁਣ ਤੁਹਾਨੂੰ ਨਾਲ ਬਿਠਾ ਦੇ। ਸੋਸ਼ਲਾਈਜ਼ ਤਾਂ ਤੁਸੀਂ ਕੀਤਾ। ਸੋ ਬੱਚਿਆਂ ਨੇ ਜੇ ਇੱਕ ਤੁਰੇ ਫਿਰਦੇ ਆ ਪਾਰਟੀ ਤੇ ਆ, ਉਹ ਵੀ ਆਨੰਦ ਮਾਣਦੇ ਆ, ਉਹਨਾਂ ਨੂੰ ਵੀ ਨਾਲ ਦੇ ਬੱਚੇ ਸਾਰਿਆਂ ਦੇ ਉਹ ਵੀ ਚਾਹੁੰਦੇ ਹੁੰਦੇ ਵੀ ਦੂਸਰਿਆਂ ਬੱਚਿਆਂ ਨਾਲ ਮਿਲਿਆ ਜਾਵੇ, ਕਿਉਂਕਿ ਅਸੀਂ ਕੱਲੇ ਅਸੀਂ ਨਹੀਂ ਜਿਹੜੇ ਚਾਹੁੰਦੇ ਆ ਵੀ ਸੋਸ਼ਲਾਈਜ਼ ਕਰੀਏ ਕਿਸੇ ਦੇ ਨਾਲ, ਬੱਚੇ ਵੀ ਚਾਹੁੰਦੇ ਆ ਜੀ। ਬੱਚਾ ਜਿਹੜੇ 2 ਬੱਚੇ ਆ ਘਰ ਦੇ ਵਿੱਚ ਜਾਂ ਇਕੱਲਾ ਹੀ ਬੱਚਾ ਆ, ਉਹਨਾਂ ਨੂੰ ਖੇਲਣ ਨੂੰ ਨਹੀਂ ਮਿਲਦਾ। ਬਿਲਕੁਲ। ਹੁਣ ਲੋੜੋਂ ਵੱਧ ਰਿਐਕਸ਼ਨ ਦੇ ਨਾਲ ਅਗਲੇ ਦਾ ਵੀ ਘਰ ਪੱਟਤਾ ਔਰ ਆਪ ਦਾ ਵੀ ਪੱਟਿਆ ਗਿਆ। ਹੁਣ 20 ਸਾਲ ਜੇਲ੍ਹ ਚਲਾਊਗਾ, 20 ਸਾਲ ਜੇਲ੍ਹ ਜਾਊਗਾ, ਤੇ ਉਹਨਾਂ ਦਾ ਘਰ ਦੇਖੋ ਉਹਨਾਂ ਦੇ ਰੋਣਾ ਪਿਆ ਹੋਣਾ ਜੀ। ਡਾਕਟਰ ਸਾਹਿਬ ਆਪਾਂ ਪਹਿਲਾਂ ਵਾਲੀ ਖਬਰ ਤੇ ਆ ਜਾਈਏ ਜਿਹੜੀ ਤੋਂ ਵਾਪਸ ਮੁੜ ਕੇ ਆਏ ਸੀ। ਕਾਬਲ ਹਵਾਈ ਅੱਡੇ ਤੇ ਜਿਹੜਾ ਬੰਬ ਧਮਾਕੇ ਦੇ ਵਿੱਚ ਉਹ ਲੱਤ ਤੇ ਬਾਂਹ ਗਵਾਉਣ ਵਾਲਾ ਜਿਹੜਾ, ਉਹਨੇ ਮਤਲਬ ਕਿ ਜੋ ਬਾਈਡਨ ਦੇ ਨਾਲ ਆਪਦੀਆਂ ਕੋਈ ਯਾਦਾਂ ਦੀ ਗੱਲ ਕੀਤੀ ਹੈ ਜੀ, ਕੀ ਕਹਿ ਰਿਹਾ ਜੀ? ਜਦੋਂ ਇਹ ਉੱਥੇ ਛੱਡ ਕੇ ਆਏ ਆ, ਉਹ ਥੋੜਾ ਚਿਰ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਜਿਹੜੇ ਅਮਰੀਕਨ ਫੌਜੀ ਸੀ, ਇਹਨਾਂ ਦੇ ਲਾਗੇ ਆ ਕੇ ਕਿਸੇ ਬੰਦੇ ਨੇ ਸੁਸਾਈਡ ਬੰਬਰ ਸੀ ਉਹ, ਤੇ ਉਹਦੇ ਨਾਲ ਐਕਸਕਿਊਜ਼ ਮੀ ਕੁਝ ਤਾਂ ਅਮਰੀਕਨ ਮਾਰੇ ਗਏ ਤੇ ਕੁਝ ਜ਼ਖਮੀ ਹੋਏ, ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ। ਜਿਹੜਾ ਬੰਦਾ ਸੁਸਾਈਡ ਬੰਬਰ ਹੁੰਦਾ ਉਹਨੂੰ ਰੋਕਣਾ ਬੜਾ ਔਖਾ ਜੀ। ਤੇ ਉਸ ਤੋਂ ਬਾਅਦ ਪਹਿਲਾਂ ਤਾਂ ਉੱਥੇ ਹੀ ਇਲਾਕੇ ਦੇ ਵਿੱਚ ਇਹਨਾਂ ਨੇ ਥੋੜਾ ਜਿਹਾ ਤਾਂ ਉਹਦਾ ਇਲਾਜ ਕੀਤਾ, ਪ੍ਰਾਇਮਰੀ ਜਿਹੜੀ ਏਡ ਦਿੱਤੀ ਉੱਥੇ ਦਿੱਤੀ। ਉਸ ਤੋਂ ਬਾਅਦ US ਦੇ ਵਿੱਚ ਲਿਆ ਕੇ ਉਹਨੂੰ, ਕਿਉਂਕਿ ਉਹਦੀ ਲੱਤ ਇੱਕ ਉੜ ਗਈ ਸੀ ਤੇ ਇੱਕ ਬਾਂਹ ਉੜ ਗਈ ਸੀ ਜੀ, ਉਹਨੂੰ ਫਿਰ ਮਿਲਟਰੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਜੀ। ਤੇ ਮਿਲਟਰੀ ਹਸਪਤਾਲ ਦੇ ਵਿੱਚ ਫਿਰ ਉਹਦਾ ਇਲਾਜ ਹੁੰਦਾ ਸੀ ਵਿਚਾਰੇ ਦਾ। ਤੇ ਹੁਣ ਇੱਕ ਪੋਲੀਟੀਸ਼ੀਅਨ ਦੀ ਜਿਹੜੀ ਇੱਕ ਲੋੜ ਪੈ ਗਈ ਹੈ ਨਾ ਅੱਜ ਕੱਲ, ਉਹ ਪੁਰਾਣੇ ਜ਼ਮਾਨੇ ਜਾਂਦੇ ਲੱਗੇ ਵੀ ਰਾਜਾ ਆਇਆ ਸੀ ਗਿਆ ਸੀ, ਉਹ ਵੀ ਵੈਸੇ ਤੁਰੇ ਫਿਰਦੇ ਹੁੰਦੇ ਸੀ ਲੋਕੀ, ਰਾਜੇ ਵੀ ਤੁਰੇ ਫਿਰਦੇ, ਉਹ ਵੀ PR ਕਰਦੇ ਹੁੰਦੇ ਸੀ। ਤੇ ਹੁਣ ਦਿਆਂ ਤੇ PR ਦਾ ਜ਼ਿਆਦਾ ਹੀ ਜ਼ੋਰ ਆ। ਅਸੀਂ ਡਰਾਮੇ ਦੀ ਗੱਲ ਕੀਤੀ ਵੀ ਪਾਰਲੀਮੈਂਟ ਦੇ ਵਿੱਚ ਕੀ ਡਰਾਮਾ ਚੱਲਦਾ ਜੀ। ਹੁਣ PR ਵਾਲੇ ਜਿਹੜੇ ਆ ਉਹ ਬਹੁਤ ਜ਼ਿਆਦਾ ਆ, ਪ੍ਰੈਜ਼ੀਡੈਂਟ ਦੇ ਦੁਆਲੇ, ਪ੍ਰਾਈਮ ਮਿਨਿਸਟਰ ਦੇ ਦੁਆਲੇ,
ਉਹ ਦੱਸਦੇ ਆ ਵੀ ਤੁਸੀਂ ਜਿੱਦਾਂ ਸਾਡੇ ਪ੍ਰਾਈਮ ਮਿਨਿਸਟਰ ਨੇ ਇਹ ਪਹਿਲਾਂ ਬਹੁਤ ਕਰਦੇ ਹੁੰਦੇ ਸੀ, ਦੌੜਦੇ ਹੁੰਦੇ ਸੀ ਤਾਂ ਕੋਈ ਬੰਦਾ ਰਾਹ ਦੇ ਵਿੱਚ ਮਿਲ ਗਿਆ, ਉਹਨਾਂ ਦਾ ਨਵਾਂ ਵਿਆਹ ਹੋਇਆ, ਉਹਨਾਂ ਨਾਲ ਫੋਟੋ ਖਿਚਾ ਲਈ। ਕਦੇ ਕਿਸੇ ਨੇ ਇਹ ਪੁੱਛਿਆ ਵੀ ਇਹ ਕੈਮਰਾਮੈਨ ਲੈ ਕੇ ਕਿਉਂ ਨੱਠਦੇ ਆ? ਜਿਵੇਂ ਕੇਜਰੀਵਾਲ ਵੀ ਕਰਦਾ ਹੁੰਦਾ ਸੀਗਾ ਵੀ ਉਹ ਕਦੇ ਰੇਹੜੀ ਤੇ ਖੜਾ ਛਲੀਆਂ ਖਾਈ ਜਾਂਦਾ, ਕਦੇ ਕੁਛ ਕਰੀ ਜਾਂਦਾ, ਕੈਮਰੇ ਵਾਲਾ ਨਾਂ ਰੱਖਦਾ। ਉਹ ਸਾਰਾ ਕੈਮਰੇ ਵਾਲਾ ਨਾਂ ਰੱਖਣਾ। ਜਾਂ ਜੇ ਤੁਸੀਂ ਕੁਦਰਤੀ ਕਿਤੇ ਖੜੇ ਆ, ਜਾਂ ਤਾਂ ਆਪਣੇ ਤੁਸੀਂ ਸੈੱਲ ਨਾਲ ਫੋਟੋ ਖਿੱਚ ਲਈ, ਉਹ ਜੁਦੀ ਗੱਲ ਹੈ। ਜਿਹੜਾ ਐਕਚੁਅਲੀ ਪ੍ਰੋਫੈਸ਼ਨਲ ਫੋਟੋਗ੍ਰਾਫਰ ਨਾਲ ਗਿਆ ਹੈ ਤੁਹਾਡੇ ਤੇ, ਫਿਰ ਪਹਿਲਾਂ ਹੀ ਪਲਾਨ ਕੀਤਾ ਸੀ ਨਾ, ਸਪਸ਼ਟ ਹੁੰਦਾ ਵੀ ਡਰਾਮਾ ਹੈ। ਤੇ ਇਹ ਮਿਲਟਰੀ ਹਸਪਤਾਲ ਦੇ ਵਿੱਚ ਹੁਣ ਜਿਹੜੇ ਜਨਰਲਸ ਆ, ਉਹਨਾਂ ਨੇ ਵੀ ਚਮਚੀ ਮਾਰਨੀ ਹੁੰਦੀ ਥੋੜੀ ਬਹੁਤੀ, ਤਾਂ ਉਹਨਾਂ ਨੇ ਕਿਹਾ ਵੀ ਆਪਾਂ ਜੋ ਬਾਈਡਨ ਨੂੰ ਇੱਥੇ ਸਾਧਦੇ ਆ। ਦੇਖੋ, ਇੱਕ ਬੰਦਾ ਸਰਵ ਕਰਕੇ ਆਇਆ ਅਫਗਾਨਿਸਤਾਨ ਦੇ ਵਿੱਚ, ਤਾਂ ਉਹਦੇ ਇੰਜਰੀਜ਼ ਹੋਈਆਂ, ਬਾਂਹ ਉੜ ਗਈ, ਲੱਤ ਉੜ ਗਈ, ਤੇ ਜੋ ਬਾਈਡਨ ਪ੍ਰੈਜ਼ੀਡੈਂਟ ਉਹਦੇ ਕੋ ਆਊਗਾ, ਵੱਡੀ ਗੱਲ ਹੋਣੀ ਹੈ। ਮਤਲਬ ਫੋਟੋਜ਼ ਜਾਣਗੀਆਂ, ਟੀਵੀ ਤੇ ਆਊਗਾ ਵੀ ਇੱਕ ਸੋਲਜੀਅਰ ਨੂੰ ਮਿਲਣ ਗਿਆ। ਕਿੰਨਾ ਧਿਆਨ ਰੱਖਦੇ ਆ ਆਪਦੇ ਫੌਜੀਆਂ ਦਾ। ਸਾਰਜੈਂਟ ਸੀ ਬੰਦਾ ਉਹ, ਜਿਹਨੂੰ ਅਸੀਂ ਹੌਲਦਾਰ ਸ਼ਾਇਦ ਕਹਿੰਦੇ, ਹੌਲਦਾਰ ਹੀ ਹੁੰਦਾ ਜੀ। ਤੇ ਉਹਨਾਂ ਨੇ ਬਣਾ ਲਿਆ ਪ੍ਰੋਗਰਾਮ। ਪੁੱਛਣ ਆਏ ਜਨਰਲ ਜਿਹੜੇ, ਉਹ ਪੁੱਛਣ ਆਏ ਉਹਨੂੰ, ਸਾਰਜੈਂਟ ਨੂੰ, ਵੀ ਅਸੀਂ ਜੇ ਜੋ ਬਾਈਡਨ ਨੂੰ ਸਦੀਏ ਤਾਂ ਠੀਕ ਹੈ। ਹੁਣ ਵਿਚਾਰਾ ਜਿਹੜਾ ਸਾਰਜੈਂਟ ਆ, ਉਹ ਕੀ ਕਹੇ? ਜਨਰਲ ਪੁੱਛਣ ਲੱਗੇ ਆ। ਉਹਨੇ ਕਿਹਾ ਵੀ ਠੀਕ ਹੈ, ਤੁਸੀਂ ਸੋਚਦੇ ਤਾਂ ਠੀਕ ਹੀ ਹੋਣਾ, ਵੱਡੇ ਅਫਸਰ ਹੈ। ਤੇ ਉਹ ਕਹਿੰਦੇ ਵੀ ਪ੍ਰੋਗਰਾਮ ਬਣਾ ਲਿਆ, ਇੰਨੀ ਤਰੀਕ ਨੂੰ ਇੰਨੇ ਵਜੇ ਉਹਨਾਂ ਨੇ ਆਉਣਾ ਆ ਤੁਹਾਨੂੰ ਦੇਖਣ। ਤੇ ਉਹਨੂੰ ਜਦੋਂ ਪ੍ਰੈਜ਼ੀਡੈਂਟ ਇੱਥੇ ਹੋਣਾ ਆ, ਤਾਂ ਉਸ ਵੇਲੇ ਤੈਨੂੰ ਕੋਈ ਨਸ਼ਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜੇ ਬੰਦੇ ਦੀ ਬਾਂਹ ਵੱਢ ਹੋਈ, ਲੱਤ ਵੱਢ ਹੋਈ ਆ, ਉਹਦੇ ਤਾਂ ਪੇਨ ਹੁੰਦੀ ਹੈ, ਤਾਂ ਉਹਨੂੰ ਤਾਂ ਪੇਨ ਤੋਂ ਕੁਛ ਨਾ ਕੁਛ ਖਾਣਾ ਪੈਂਦਾ ਹੈ। ਤੇ ਉਹ ਕਹਿੰਦਾ ਮੈਨੂੰ ਹਮੇਸ਼ਾ ਹੀ ਉਹ ਕੁਛ ਨਾ ਕੁਛ ਦਿੰਦੇ ਹੀ ਰਹਿੰਦੇ ਸੀ ਖਾਣ ਨੂੰ, ਕੋਈ ਨਾ ਕੋਈ ਗੋਲੀ, ਤੇ ਜਿਹਦੇ ਨਾਲ ਫਿਰ ਮੈਨੂੰ ਪਤਾ ਨਹੀਂ ਲੱਗਦਾ ਸੀ ਮੈਂ ਕਈ ਵਾਰੀ ਕੀ ਕਹਿਣਾ ਹੈ। ਤੇ ਉਹ ਜ਼ਰੂਰੀ ਵੀ ਸੀ, ਕਿਉਂਕਿ ਉਹ ਪੇਨ ਹੀ ਬਹੁਤ ਹੁੰਦੀ ਸੀ, ਬਿਲਕੁਲ। ਤੇ ਉਹਨੇ ਉਹਨਾਂ ਦੇ ਹੁਕਮ ਦੇ ਅਨੁਸਾਰ ਕਹਿਤਾ ਵੀ ਠੀਕ ਹੈ, ਵੀ ਮੈਂ ਉਹਨਾਂ ਚਿਰ ਨਹੀਂ ਖਾਂਦਾ, ਮੈਂ ਕੋਈ ਗਲਤ ਗੱਲ ਨਾ ਕਹਿ ਦੇਵਾਂ ਪ੍ਰੈਜ਼ੀਡੈਂਟ ਨੂੰ। ਤੇ ਉਹ ਕਹਿੰਦਾ ਜੀ, ਉਹਨਾਂ ਨੇ ਮੈਨੂੰ ਕਿਹਾ ਸੀ ਵੀ 1 ਵਜੇ ਆਉਣਾ ਆ, 1 ਵਜੇ ਵੀ ਨਹੀਂ ਆਇਆ, ਕਹਿੰਦਾ 2 ਵਜੇ ਵੀ ਨਹੀਂ ਆਇਆ, 3 ਵਜੇ ਵੀ ਨਹੀਂ ਆਇਆ। ਕਹਿੰਦਾ ਮੇਰੇ ਪੇਨ ਹੋਣ ਲੱਗੀ ਆ ਸਰੀਰ ਦੇ ਵਿੱਚ, ਤੇ ਮੈਂ ਉਹਨਾਂ ਚਿਰ ਗੋਲੀਆਂ ਰੋਕ ਕੇ ਬੈਠਾ ਵੀ ਮੈਂ ਹੋਰ ਗਲਤ ਗੱਲ ਨਾ ਕਹਿ ਦੇਵਾਂ। ਤੇ ਫੇਰ ਕਹਿੰਦਾ ਮੈਂ ਥੋੜੀ ਜਿਹੀ ਖਾ ਹੀ ਲਈ ਇੱਕ, ਵੀ ਚੱਲ ਇਹਦਾ ਪਤਾ ਨਹੀਂ ਕਿੰਨੇ ਵਜੇ ਆਉਣਾ। ਕਹਿੰਦਾ 3 ਘੰਟਿਆਂ ਬਾਅਦ ਪ੍ਰੈਜ਼ੀਡੈਂਟ ਆਇਆ ਉੱਥੇ। ਤੇ ਪਹਿਲਾਂ ਤਾਂ ਆਉਂਦਾ ਹੀ ਜਿਹੜੀ ਬਾਂਹ ਉਹਦੀ ਕੱਟ ਹੋਈ ਆ ਨਾ, ਉਧਰ ਨੂੰ ਉਹਨਾਂ ਹੱਥ ਮਿਲਾਉਣ ਲਈ ਜੋ ਬਾਈਡਨ ਨੇ ਹੱਥ ਮੋਹਰੇ ਕਰਦਾ। ਅੱਛਾ, ਫੇਰ ਉਹਨੂੰ ਥੋੜਾ ਚਿਰ ਏਦਾਂ ਹੱਥ ਕਰੀ ਰੱਖਿਆ, ਤੇ ਜ਼ਿਆਦਾ ਨਾਰਦਿਆਂ ਨੇ ਯਾਦ ਕਰਾਇਆ ਇਹ ਤਾਂ ਬਾਂਹ ਉਹਦੀ ਵੱਢ ਹੋਈ ਹੈ, ਕੱਟ ਹੋਈ ਆ ਉਹਦੀ। ਤੇ ਉਹਨੇ ਫਿਰ ਦੇਖਿਆ ਵੀ ਇਹਦੇ ਹੈ ਨਹੀਂ। ਕਹਿੰਦਾ ਮੇਰੀ ਜਿਹੜੀ ਕੱਟ ਹੋਈ ਸੀ ਤਾਂ ਚਲੋ ਹੈ ਹੀ ਨਹੀਂ ਬਾਂਹ, ਦੂਸਰੀ ਤੇ ਵੀ ਸ਼ਾਰਪ ਜਿਹੜੀ ਜ਼ਖਮ ਸੀਗੇ ਉਹਦੇ, ਤੇ ਉਹਦੇ ਤੇ ਪਲਾਸਟਰ ਕੀਤਾ ਸੀ ਉਹਨਾਂ ਨੇ, ਤੇ ਉਹ ਸਿਰਫ ਹੱਥ ਹੀ ਦਿਖਦਾ ਸੀ। ਤੇ ਫੇਰ ਉਹ ਕਹਿੰਦਾ ਦੂਸਰੇ ਪਾਸੇ ਚੱਲ ਗਿਆ, ਤਾਂ ਉਹਦੇ ਹੱਥ ਜਿਹੜਾ ਮਿਲਾਇਆ ਤਾਂ ਨਹੀਂ, ਕਹਿੰਦਾ ਉਹ ਮੇਰੇ ਉਂਗਲੀਆਂ ਏਦਾਂ ਲਾਉਣ ਲੱਗ ਪਿਆ, ਟੱਚ ਕਰਨ ਲੱਗ ਪਿਆ, ਕਦੇ ਉਹਨੂੰ ਕਰੇ ਕਦੇ ਉਹਨੂੰ ਕਰੇ। ਕਹਿੰਦਾ ਸ਼ਰਮਿੰਦਾ ਵੀ ਹੋਇਆ ਹੋਣਾ ਥੋੜਾ, ਕਿਉਂਕਿ ਕੈਮਰੇ ਲੱਗੇ ਸੀ ਉੱਥੇ। ਤੇ ਫੇਰ ਕਹਿੰਦਾ ਉਹਨੂੰ ਕਹਿੰਦਾ ਮੈਂ ਦੱਸ ਰਿਹਾ ਵੀ ਇੱਥੇ ਉਹਦੀ ਜਿਹੜੀ ਮਾਂ ਨਾਲ ਲਾਗੇ ਬੈਠੀ ਆ, ਉਹ ਦੱਸਣ ਦੀ ਕੋਸ਼ਿਸ਼ ਕਰਦੀ ਆ ਜੋ ਬਾਈਡਨ ਦੀ ਵਾਈਫ ਨੂੰ, ਵੀ ਜਿਹੜੇ ਇੰਜਰਡ ਹੋ ਕੇ ਆਉਂਦੇ ਆ ਉੱਥੋਂ ਕਾਬਲ ਤੋਂ, ਮਤਲਬ ਕਿਸੇ ਵੀ ਵਾਰ ਤੋਂ, ਜਦੋਂ ਉਹਨਾਂ ਦੇ ਫਿਰ ਘਰਦਿਆਂ ਤੇ ਬੋਝ ਪੈਂਦਾ ਹੈ, ਉਹਨਾਂ ਦੇ ਘਰਦਿਆਂ ਨੂੰ ਦੇਖਭਾਲ ਕਰਨੀ ਪੈਂਦੀ ਹੈ। ਹਸਪਤਾਲ ਤਾਂ ਤੁਸੀਂ ਇੰਨਾ ਚਿਰ ਰੱਖੋਗੇ, ਫਿਰ ਛੱਡ ਦੇਣਾ ਇਹਨੂੰ, ਤੇ ਫਿਰ ਘਰ ਦੇ ਵਿੱਚ ਕੋਈ ਨਾ ਕੋਈ ਬੰਦਾ ਹੋਊਗਾ ਜਿਹੜਾ ਦੇਖਭਾਲ ਕਰੂਗਾ ਇਹਦੀ। ਵੀ ਉਹਨਾਂ ਲਈ ਵੀ ਕੋਈ ਪ੍ਰੋਗਰਾਮ ਬਣਾਓ ਵੀ ਇਹਨਾਂ ਦੀ ਅਸਿਸਟੈਂਟ ਦਿੱਤੀ ਜਾਵੇ ਇਹਨਾਂ ਨੂੰ। ਉਹ ਤਾਂ ਇਦਾਂ ਦੀਆਂ ਗੱਲਾਂ ਕਰਦੀ ਹੈ, ਕਹਿੰਦੀ ਜਿਹੜੀ ਜੋ ਬਾਈਡਨ ਦੀ ਵਾਈਫ ਆ, ਉਹ ਨਾ ਹੀ ਸੁਣਦੀ ਆ ਤਾਂ ਨਾ ਹੀ ਉਹਨੂੰ ਦਿਲਚਸਪੀ ਆ। ਕਹਿੰਦਾ ਤੇ ਉਹ ਤਾਂ ਦਿਲਚਸਪੀ ਕਹਿੰਦਾ ਸੀਗੀ ਵੀ ਮੈਂ ਇੱਧਰ ਨੂੰ ਖੜੀ ਹੋਣ ਲੱਗੀਆਂ, ਹੁਣ ਮੇਰੀ ਇੱਧਰੋਂ ਫੋਟੋ ਖਿੱਚ ਦਿਓ, ਇੱਧਰ ਨੂੰ ਖੜੀ ਹੋਣ ਲੱਗੀਆਂ, ਮੈਂ ਇੱਧਰ ਨੂੰ ਫੋਟੋ ਖਿੱਚ ਦਿਓ। ਮੋਦੀ ਜੀ ਵੀ ਆਪਦੇ ਵਿਚਾਲੇ ਤੇ ਫੋਟੋਗ੍ਰਾਫਰ ਦੇ ਵਿਚਾਲੇ ਨਹੀਂ ਕਿਸੇ ਨੂੰ ਆਉਣ ਦਿੰਦੇ। ਸਾਰਿਆਂ ਦੀ ਸਾਰਿਆਂ ਦੀ। ਤੁਸੀਂ ਦੇਖੋ ਹੁਣ ਹੜ੍ਹ ਆਏ ਸੀ,
ਭਗਵੰਤ ਮਾਨ ਨੇ 140 ਗੱਡੀਆਂ ਪਹਿਲਾਂ ਤਾਂ ਤੁਹਾਡੇ ਨਾਲ ਸਿਕਿਉਰਿਟੀ ਦੀਆਂ ਤੁਰੀਆਂ ਫਿਰਦੀਆਂ, ਉਹ ਸਿਕਿਉਰਿਟੀ ਜਿੱਥੇ ਬੰਦਿਆਂ ਨੂੰ ਕੰਮ ਕਰਨਾ ਚਾਹੀਦਾ ਉਹਨਾਂ ਦਾ ਕੰਮ ਰੁਕ ਜਾਂਦਾ, ਅੱਛਾ ਉਹਨਾਂ ਲਈ ਤਾਂ ਵਕਤ ਪੈ ਜਾਂਦਾ। ਬਿਲਕੁਲ। ਤੇ ਉਹ ਫਿਰ ਜਾ ਕੇ ਜਿੱਥੇ 1.5 ਫੁੱਟ ਪਾਣੀ ਹੁੰਦਾ ਨਾ ਖੜਨਾ, ਉੱਥੇ ਫਿਰ ਪਜਾਮਾ ਤਾਂ ਨੂੰ ਚੱਕ ਕੇ ਖੜ ਜਾਣਾ ਵੀ ਇੱਥੋਂ ਫੋਟੋ ਖਿੱਚ ਮੇਰੀ, ਕਿਉਂਕਿ ਹੁਣ ਵਾਲੀ ਪੀਰ ਵਾਲੀ ਅੱਗੇ ਨਾਲੋਂ ਵੱਖਰੀ ਆ। ਪਹਿਲਾਂ ਆਉਂਦੇ ਹੁੰਦੇ ਸੀ ਚੀਫ ਮਿਨਿਸਟਰ ਨੇ ਆਉਣਾ ਹੈਲੀਕਾਪਟਰ 'ਚ, ਅੱਛਾ ਉਹ ਹੈਲੀਕਾਪਟਰ ਦੀਆਂ ਖਬਰਾਂ ਦੇ ਦਿੰਦੇ ਸੀ। ਹੁਣ ਦੇ ਪੀਆਰ ਵਾਲੇ ਕਹਿੰਦੇ ਨਹੀਂ ਇਹ ਚੰਗਾ ਨਹੀਂ, ਲੋਕੀ ਚੰਗਾ ਗੱਲ ਨਹੀਂ ਚੰਗੀ ਸਮਝਦੇ ਵੀ ਹੈਲੀਕਾਪਟਰ ਰਾਹੀਂ ਆਇਆ, ਇਹਨੂੰ ਕੀ ਪਤਾ ਥੱਲੇ ਕੀ ਹੋ ਰਿਹਾ। ਹੁਣ ਤਾਂ ਜੇ ਖੇਤਾਂ 'ਚ ਅੱਗ ਲੱਗੀ ਹੈ, ਤੁਸੀਂ ਖੇਤਾਂ ਦੇ ਵਿੱਚ ਜਾਓ ਤੇ ਉਹਨੂੰ ਚੱਕ ਕੇ ਸਵਾਹ ਨੂੰ ਇਹਦਾ ਤਾਂ ਨੂੰ ਉਠਾਓ, ਦੇਖੋ ਦਿਖਾ ਲਓ ਲੋਕਾਂ ਨੂੰ ਵੀ ਅਸੀਂ ਵੀ, ਸਾਨੂੰ ਵੀ ਕੋਈ ਕੰਸਰਨ ਹੈਗਾ। ਬਿਲਕੁਲ। ਸੋ ਇਹ ਐਕਚੁਅਲੀ ਤੁਸੀਂ ਕਹਿ ਲਓ ਕਿ ਡੈਮੋਕ੍ਰੇਸੀ ਲਈ, ਲੋਕਾਂ ਨੂੰ ਦਿਖਾਉਣ ਲਈ, ਮੁੜ ਕੇ ਰੀ-ਇਲੈਕਸ਼ਨ ਲਈ ਕੁਝ ਗੱਲਾਂ ਫੋਰਸ ਕੀਤੀਆਂ ਆ ਜਿਹੜੀਆਂ ਇਹਨਾਂ ਨੂੰ ਕਰਨੀਆਂ ਪੈਂਦੀਆਂ ਬੰਦੇ ਨੂੰ। ਬਿਲਕੁਲ ਜੀ। ਨਹੀਂ, ਪਰ ਸਿਆਸਤਦਾਨ ਤੇ ਡਿਪੈਂਡ ਕਰਦਾ ਜੀ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਤੁਸੀਂ ਵੀ ਜਾਣਦੇ ਹੋ ਉਹਨੂੰ ਜੀ, ਉਹ ਹਾਲਾਂਕਿ ਮੰਡੀ ਬੋਰਡ ਦੇ ਚੇਅਰਮੈਨ ਸੀ, ਜਿਹੜੇ ਕਿ ਤੁਸੀਂ ਦੇਖੋ ਮੰਡੀ ਬੋਰਡ ਕਿੱਡਾ ਵੱਡਾ ਅਦਾਰਾ, ਉਹਦੇ ਚੇਅਰਮੈਨ, ਉਹਨਾਂ ਨੇ ਜਾਣਾ ਬੱਸ ਤੇ, ਆਪਦਾ ਬੈਗ ਉਹਨੇ ਆਪ ਚੱਕਣਾ, ਅੱਗੇ ਉਹਨੇ ਰਿਕਸ਼ੇ ਤੇ ਜਾਣਾ ਬਤੌਰ ਚੇਅਰਮੈਨ। ਦੇਖੋ ਜਿਹੜਾ ਬੰਦਾ, ਉਹਦੇ ਬੰਦੇ ਵੀ ਸੀਗੇ, ਜਿਹੜੇ ਬੰਦੇ ਹੈਗੇ ਆ ਡਾਊਨ ਟੂ ਅਰਥ, ਹਾਂਜੀ, ਮੇਰਾ ਖਿਆਲ ਨਹੀਂ ਵੀ ਉਦਾਂ ਦੇ ਕੋਈ ਬਹੁਤੇ ਬੰਦੇ ਹੋਣੇ ਆ, 1% ਵੀ ਹੈ ਨਹੀਂ। ਜੀ ਜੀ ਜੀ। ਤੇ ਉਹ ਤਾਂ ਬੰਦੇ ਨੂੰ, ਜਿਹੜਾ ਬੰਦਾ ਬੱਸੇ ਜਾ ਰਿਹਾ ਉਹਨੂੰ ਤਾਂ ਵੈਸੇ ਹੀ ਬੰਦੇ ਮਿਲ ਰਹੇ। ਹਾਂ ਬਿਲਕੁਲ। ਜਿਹੜਾ ਬੰਦਾ ਤੁਰ ਕੇ ਜਾ ਰਿਹਾ ਆਪਣੇ ਪਿੰਡ ਨੂੰ, ਉਹਨੂੰ ਵੈਸੇ ਹੀ ਬੰਦੇ ਮਿਲ ਰਹੇ ਆ। ਬਿਲਕੁਲ। ਇਹ ਤਾਂ ਜਾਂਦੇ ਆ ਜਦੋਂ ਇਹਨਾਂ ਤੋਂ ਡਰਦੇ ਆ ਲੋਕੀ ਵੀ ਮੇਰੀ ਕਾਰ ਤੇ ਨਾ ਮਾਰ ਜਾਣ ਕੋਈ। ਸਹੀ ਹੈ। ਫਿਰ ਇਹਨਾਂ ਨੂੰ ਪਖੰਡ ਕਰਨਾ ਪੈਂਦਾ ਆ, ਕਿਉਂਕਿ ਇਹ ਵੈਸੇ ਲੋਕਾਂ ਤੋਂ ਕੋਹਾਂ ਦੂਰ ਰਹਿੰਦੇ। ਬਿਲਕੁਲ। ਤੇ ਪਖੰਡ ਕਰਨ ਲਈ ਫੋਟੋ ਖਿਚਾਉਣੀ ਪੈਂਦੀ ਹੈ। ਤੇ ਜਿਹੜੇ ਜਥੇਦਾਰ ਖੁੱਡੀਆਂ ਵਰਗੇ ਹੋਣੇ ਆ, ਉਹ ਤਾਂ ਲੋਕਾਂ 'ਚ ਤੁਰੇ ਫਿਰਦੇ, ਉਹਨਾਂ ਨੂੰ ਕੋਈ ਫਰਕ ਹੀ ਨਹੀਂ, ਕੋਈ ਸਮੱਸਿਆ ਹੀ ਨਹੀਂ ਸੁਣੋ। ਤੇ ਉਹਨਾਂ ਨੂੰ ਨਾ ਲੋਕਾਂ ਨੂੰ ਹੋਣੇ ਆ ਵੀ ਇਹ ਸਾਡੇ 'ਚ ਨਹੀਂ ਆਉਂਦਾ, ਉਹ ਕਹਿਣਗੇ ਇੱਥੇ ਤੁਰਿਆ ਜਾਂਦਾ, ਫੜ ਲੈਨੇ, ਕੋਈ ਗੱਲ ਨਹੀਂ। ਬਿਲਕੁਲ। ਆਪਣੇ ਅੱਗੇ ਪਹਿਲਾਂ ਜਿਹੜੇ ਪੁਰਾਣੇ ਜਥੇਦਾਰ ਹੁੰਦੇ ਸੀ ਅਕਾਲੀ ਦਲ ਦੇ, ਤਾਂ ਉਹਨਾਂ ਦਾ ਕਹਿੰਦੇ ਹੁੰਦੇ ਸੀ ਵੀ ਜਥੇਦਾਰ ਇਦਾਂ ਹੁੰਦਾ ਸੀ ਵੀ ਜਿਹੜਾ ਮਰਜ਼ੀ ਘਰ ਜਾ ਵੜੇ, ਜਿਹੜਾ ਮਰਜ਼ੀ, ਉਹ ਫੱਟੇ ਤੇ ਬੈਠੇ ਹੁੰਦੇ ਸੀ, ਫੱਟਾ ਤਖਤ ਪੁੱਛ ਢਾ ਕੇ। ਮਾਸਟਰ ਤਾਰਾ ਸਿੰਘ ਜਿਹੜੇ ਕਹਿੰਦੇ ਦਰਖਤ ਥੱਲੇ ਤਖਤ ਪੁੱਛ ਢਾ ਲੈਂਦੇ ਸੀ, ਮਤਲਬ ਇਦਾਂ ਦੇ ਬੰਦੇ ਹੀ ਇਦਾਂ ਦੇ। ਹਾਂ, ਤੇ ਉਹ ਜੇ 2 ਤਖਤ ਪੁੱਛ ਰੱਖੇ ਹੁੰਦੇ ਸੀ ਕੋਲੇ, ਇੱਥੇ ਆ ਕੇ ਬਹਿ ਜਾਓ। ਅੱਗੇ ਤਾਂ ਕਹਿੰਦੇ ਹੁੰਦੇ ਸੀ ਵੀ ਮਿਹਣਾ ਮਾਰਦੀਆਂ ਹੁੰਦੀਆਂ ਸੀ ਔਰਤਾਂ ਬਈ ਜੇ ਤੂੰ ਮੇਰੇ ਨਾਲ ਜੋ ਕੁਛ ਕੀਤਾ ਨਾ, ਜਾਂ ਤੇਰੇ ਘਰ ਵਾਲਾ ਜਥੇਦਾਰ ਬਣ ਜਾਵੇ। ਮਤਲਬ ਇਹ ਵੀ ਦਿਨੇ ਰਾਤ ਆਉਣਾ ਹੀ ਨਹੀਂ ਘਰ, ਲੋਕਾਂ ਦੇ ਵਿੱਚ ਹੀ ਤੁਰੇ ਫਿਰਦੇ ਰਹਿਣਾ। ਜਥੇਦਾਰ ਦੇ ਸਾਹਮਣੇ ਪਟਵਾਰੀ ਦਾ ਘਰ ਹੈ ਤੇ ਪਟਵਾਰੀ ਨੂੰ ਕਹਿੰਦੇ ਕਿ ਸੁਗਾਤਾਂ ਆ ਰਹੀਆਂ ਤੇ ਜਥੇਦਾਰ ਨੂੰ ਪੁੱਛਦੇ ਜੀ। ਗੱਲ ਤਾਂ ਠੀਕ ਹੈ। ਹੁਣ ਤਾਂ ਜਥੇਦਾਰ ਵੀ ਜਿਹੜੇ ਅਕਾਲੀ ਦਲ ਦੇ ਨਾ ਜੀ, ਇੱਕ ਤਾਂ SUV ਤਕੜੀ ਜੀ ਲੈ ਕੇ ਆਉਣਗੇ, ਫਿਰ ਜਿਹੜਾ ਉਹਨਾਂ ਨੇ ਕੁੜਤਾ ਪਜਾਮਾ ਪਾਇਆ ਹੁੰਦਾ ਉਹ ਕੋਈ 25-30 ਹਜ਼ਾਰ ਦਾ ਘੱਟੋ ਘੱਟ ਹੋਊਗਾ, ਵਿਸ਼ੇਸ਼ ਕਦਰ ਦਾ, ਪੂਰਾ ਕੋਈ ਕਰੀਜ਼ ਹੋਣੀ ਚਾਹੀਦੀ ਉਹਦੀ, ਮਤਲਬ ਇੰਨਾ ਸੋਹਣਾ ਪ੍ਰੈਸ ਕੀਤਾ ਹੋਵੇ ਨਾ, ਤੇ ਨਿਕਲਣਾ ਆ ਉਹਨਾਂ ਨੇ ਕਾਲੀਆਂ ਐਨਕਾਂ ਲਾ ਕੇ, ਤੇ ਹੱਥ ਦੇ ਵਿੱਚ ਮੋਬਾਈਲ ਫੜਿਆ ਹੋਣਾ। ਉਹ ਆਪਣੇ ਆਪ ਦੇ ਵਿੱਚ ਇੱਕ ਐਕਟਿੰਗ ਕਰ ਰਹੇ ਹੋ, ਪੂਰੇ ਐਕਟਰ ਆ ਉਹ। ਬਿਲਕੁਲ। ਜਿੱਦਾਂ ਧਰਮਿੰਦਰ ਨਿਕਲਿਆ ਉੱਥੋਂ ਤੇ ਉੱਥੇ ਸ਼ੂਟਿੰਗ ਹੋ ਰਹੀ ਹੈ, ਤੇ ਇਹਨਾਂ ਦਾ ਤਾਂ ਪੁਰਾਣੇ ਅਕਾਲੀਆਂ ਦਾ ਬਹੁਤ ਫਰਕ ਹੈ। ਬਿਲਕੁਲ। ਸੋ ਡਾਕਟਰ ਸਾਹਿਬ, ਚੀਨ ਨੇ ਯੂਕਰੇਨ 'ਚ ਸ਼ਾਂਤੀ ਫਾਰਮੂਲੇ ਦੀ ਤਲਾਸ਼ ਚੱਲ ਰਹੀ ਗੱਲਬਾਤ ਦੀ ਪ੍ਰਸ਼ੰਸਾ ਕੀਤੀ ਹੈ। ਇਹ ਦੇਖੋ, ਹੁਣ ਕਮ ਸੇ ਕਮ ਅਮਰੀਕਾ ਦੇ ਵਿੱਚ ਤਾਂ ਇਹ ਸ਼ਬਦਾਵਲੀ ਆ ਗਈ ਆ ਕਿ ਚਲੋ ਬਹੁਤ ਆਪੋਜੀਸ਼ਨ ਚੱਲਦੀ ਆ, ਯੂਰਪ ਦੇ ਵਿੱਚ ਬੜੀ ਆਪੋਜੀਸ਼ਨ ਚੱਲਦੀ ਹੈ, ਤੁਸੀਂ ਲੜਾਈ ਦੀਆਂ ਗੱਲਾਂ ਕਰੀ ਜਾਂਦੇ ਆ, ਤੇ ਜੇ ਕੋਈ ਅਮਨ ਸ਼ਾਂਤੀ ਦੀ ਗੱਲ ਕਰਦਾ ਉਹਦੀ ਸੁਣਦੇ ਹੀ ਨਹੀਂ, ਕੋਈ ਨਹੀਂ। ਹੁਣ ਇਹ ਸਪੋਰਟ ਕਰਨ ਲੱਗ ਪਏ, ਕਮ ਸੇ ਕਮ ਓਪਨਲੀ ਸਪੋਰਟ ਕਰਦੇ ਆ, ਖਾਸ ਤੌਰ ਤੇ ਸਾਊਦੀ ਅਰੇਬੀਆ ਦੀ, ਕਿਉਂਕਿ ਸਾਊਦੀ ਅਰੇਬੀਆ ਨੇ ਕਿਹਾ ਸੀ ਵੀ ਅਸੀਂ ਸ਼ਾਂਤੀ ਕਰਾ ਸਕਦੇ ਹਾਂ ਉੱਥੇ, ਤੇ ਉਹਨਾਂ ਨੇ ਕੁਝ ਨੰਬਰ ਆਫ ਕੰਟਰੀਜ਼ ਇਕੱਠੇ ਕੀਤੇ ਉੱਥੇ। ਇੱਕ ਤਾਂ ਸਾਊਦੀ ਅਰੇਬੀਆ ਦੇ ਨਾਲ ਵੈਸੇ ਹੀ ਇਹਨਾਂ ਦਾ ਪੰਗਾ ਪਿਆ ਸੀ ਪਿੱਛੇ ਜਿਹੇ, ਕਿਸੇ ਜ਼ਮਾਨੇ 'ਚ ਤਾਂ ਉਹ ਰਿਲੇਸ਼ਨ ਹੁੰਦੇ ਸੀ ਵੀ ਜੋ ਵੀ ਵਾਈਟ ਹਾਊਸ ਚੋਂ ਡਿਸਾਈਡ ਕਰਦੇ ਸੀ ਉਹ ਸਾਊਦੀ ਅਰੇਬੀਆ ਕਰ ਦਿੰਦਾ ਸੀ। ਹੁਣ ਉਹਨਾਂ ਨੇ ਅੱਖਾਂ ਦਿਖਾਉਣੀਆਂ ਸ਼ੁਰੂ ਕਰਤੀਆਂ, ਤੇ ਹੁਣ ਸਾਊਦੀ ਅਰੇਬੀਆ, ਨੰਬਰ ਆਫ ਗਲਫ ਕੰਟਰੀਜ਼, ਇਹਨਾਂ ਨੇ ਇਜ਼ਰਾਈਲ ਦੇ ਨਾਲ ਸਮਝੌਤੇ ਕੀਤੇ, ਜਿਨ੍ਹਾਂ ਨੂੰ ਐਬਰਾਹਮ ਸਮਝੌਤੇ ਕਿਹਾ ਜਾਂਦਾ। ਐਬਰਾਹਮ ਉਹ ਫਰਿਸ਼ਤਾ ਸੀ ਜਿਹਨੂੰ ਯਹੂਦੀ ਵੀ ਮੰਨਦੇ ਆ
ਈਸਾਈ ਵੀ ਮੰਨਦੇ ਆ ਤੇ ਮੁਸਲਮਾਨ ਵੀ ਮੰਨਦੇ ਆ। ਸਾਂਝਾ ਫਰਿਸ਼ਤਾ, ਕਿਉਂਕਿ ਰੱਬ ਵੀ ਵੰਡੇ ਆ ਨਾ, ਇਹ ਥੋੜੇ ਜਿਹੇ ਰੱਬ ਆ ਜਿਹੜੇ ਸਾਰਿਆਂ ਦੇ ਸਾਂਝੇ ਆ, ਕਹਿੰਦੇ ਤਾਂ ਸਾਰੇ ਹੀ ਆ, ਪਰ ਰੱਬ ਦੇ ਕਿਸੇ ਦੇ ਕੱਛਾ ਪਾਇਆ, ਕਿਸੇ ਨੇ ਟਿੰਡ ਕਢਾਈ ਆ, ਰੱਬ ਦੇ ਸ਼ੇਪਾਂ ਵੱਖਰੀਆਂ ਸ਼ੇਪਾਂ ਬਣਾਈਆਂ। ਤਾਂ ਉਹਨਾਂ ਨੇ ਇਹ ਅਮਰੀਕਾ ਵਾਲਿਆਂ ਨੇ ਇਨਕਰੇਜ ਕਰਦੇ ਸੀ ਵੀ ਐਬਰਾਹਮ ਅਕੋਰਡ ਜਿਨ੍ਹਾਂ ਨੇ ਸਾਈਨ ਕੀਤੇ ਉਹ ਸਾਰੇ ਇਕੱਠੇ ਹੋਵੋ, ਤੁਸੀਂ ਜੀ ਹੋਰਨਾਂ ਕੰਟਰੀਜ਼ ਨੂੰ ਵੀ ਇਕੱਠੇ ਕਰੋ ਤੇ ਯੂਕਰੇਨ ਨੂੰ ਵੀ ਲੈ ਕੇ ਆਓ। ਇੱਕ ਗੱਲ ਵੱਡੀ ਉਹਨਾਂ ਨੇ ਕਰ ਦਿੱਤੀ ਕਿ ਅਸੀਂ ਇਸ ਰਾਉਂਡ ਦੇ ਵਿੱਚ ਰਸ਼ੀਆ ਨੂੰ ਇਨਵੋਲਵ ਨਹੀਂ ਕਰਨਾ। ਹੁਣ ਬਹੁਤੀਆਂ ਕਿਆਸਰਾਈਆਂ ਲਾਉਂਦੇ ਸੀ ਲੋਕੀ ਵੀ ਜੇ ਰਸ਼ੀਆ ਨੂੰ ਇਨਵੋਲਵ ਨਹੀਂ ਕਰਨਾ ਤੇ ਫਿਰ ਚਾਈਨਾ ਨੇ ਇਸ ਸਮਝੌਤੇ ਦੇ ਵਿੱਚ ਨਹੀਂ ਸ਼ਾਮਲ ਹੋਣਾ, ਕਿਉਂਕਿ ਚਾਈਨਾ ਵਾਲੇ ਤਾਂ ਰਸ਼ੀਆ ਦੇ ਨਾਲ ਹੀ ਹੈ, ਕਲੋਜ਼ ਐਲਾਈ ਆ ਉਹਨਾਂ ਦੀ। ਪਰ ਚਾਈਨਾ ਵਾਲਿਆਂ ਨੂੰ ਆਪਣੀ ਫੋਰਨ ਪਾਲਿਸੀ ਦਾ ਪਤਾ ਆ। ਇੱਕ ਤਾਂ ਰਸ਼ੀਆ ਨੂੰ ਉਹਨਾਂ ਨੂੰ ਕੋਈ ਵੱਡਾ ਇਤਰਾਜ਼ ਨਹੀਂ ਵੀ ਸਾਊਦੀ ਅਰੇਬੀਆ ਵਾਲੇ ਪੀਸ ਕਾਨਫਰੰਸ ਕਰਦੇ ਆ, ਤੇ ਜਿੱਥੇ ਕਿ ਅਮਰੀਕਨਜ਼ ਨੇ ਆਪਣੀਆਂ ਐਲਾਈਜ਼ ਭੇਜੀਆਂ ਆ ਉੱਥੇ, ਉਹਦੇ ਵਿੱਚ ਨੰਬਰ 1 ਤੇ ਉਹ ਰਸ਼ੀਆ ਵਾਲੇ ਨਹੀਂ ਇਹ ਚਾਹੁੰਦੇ ਵੀ ਸਾਊਦੀ ਅਰੇਬੀਆ ਨੂੰ ਨਾਰਾਜ਼ ਕੀਤਾ ਜਾਵੇ। ਵੈਸੇ ਉਹਨਾਂ ਨੇ ਕਿਹਾ ਵੀ ਜੇ ਅਸੀਂ ਨਹੀਂ ਬੈਠੇ ਇੱਥੇ, ਜੇ ਸਾਡੀਆਂ ਸ਼ਰਤਾਂ ਹੈ ਨਹੀਂ ਆ ਤੇ ਫੇਰ ਤਾਂ ਸਮਝੌਤਾ ਹੋਣਾ ਹੀ ਨਹੀਂ। ਕੱਲੇ ਯੂਕਰੇਨ ਵਾਲਿਆਂ ਦੇ ਕਹੇ ਤੇ ਹੋਣਾ ਨਹੀਂ, ਯੂਕਰੇਨ ਵਾਲਿਆਂ ਦੀਆਂ ਸ਼ਰਤਾਂ ਹੋ ਰਿਹਾ, ਸਾਡੀਆਂ ਸ਼ਰਤਾਂ ਹੋ ਰਿਹਾ। ਪਰ ਚੀਨ ਨੇ ਦੇਖਿਆ ਮੌਕਾ ਕਿ ਡਿਪਲੋਮੈਟਿਕਲੀ ਜੇ ਅਜੇ ਵੀ ਸਾਊਦੀ ਅਰੇਬੀਆ ਵਾਲੇ ਇਹ ਕੰਮ ਕਰ ਰਹੇ ਆ ਜਿਨ੍ਹਾਂ ਦੇ ਨਾਲ ਸਾਡੇ ਰਿਲੇਸ਼ਨ ਚੰਗੇ ਆ, ਰਸ਼ੀਆ ਵਾਲਿਆਂ ਨੂੰ ਕੋਈ ਬਹੁਤਾ ਵੱਡਾ ਆਬਜੈਕਸ਼ਨ ਹੈ ਨਹੀਂਗਾ, ਕਿਉਂਕਿ ਇਹ ਸਾਊਦੀ ਅਰੇਬੀਆ ਦੇ ਵਿੱਚ ਹੋ ਰਹੀ ਆ ਜਿਨ੍ਹਾਂ ਦੇ ਨਾਲ ਉਹਨਾਂ ਦੇ ਰਿਲੇਸ਼ਨ ਚੰਗੇ ਆ। ਤੇ ਉਹਨਾਂ ਨੇ ਪ੍ਰੋੜਤਾ ਕੀਤੀ, ਉਹਨਾਂ ਨੇ ਬੈਕਿੰਗ ਕੀਤੀ ਆ ਚਾਈਨਾ ਨੇ ਆ ਕੇ। ਹਾਲਾਂਕਿ ਉਹਨਾਂ ਨੂੰ ਪਤਾ ਕਿ ਚਾਲ ਜਿਹੜੀ ਚੱਲਦੀ ਆ ਅਮਰੀਕਨ ਚੱਲ ਰਿਹਾ, ਪਰ ਫਿਰ ਵੀ ਉਹਨਾਂ ਨੇ ਦੇਖਿਆ ਵੀ ਇਹਨਾਂ ਨੂੰ ਅਮਰੀਕਾ ਨੂੰ ਚਾਂਸ ਨਹੀਂ ਦੇਣਾ, ਇਹਨਾਂ ਨੂੰ ਆਈਸੋਲੇਟ ਕਰਨ ਸਾਡੇ, ਕਿਉਂਕਿ ਅਮਰੀਕਨਜ਼ ਚਾਹੁੰਦੇ ਸੀ ਕਿ ਜਿਹੜੇ ਚਾਈਨੀਜ਼ ਇੰਨੇ ਐਕਟਿਵ ਹੋਏ ਆ ਡਿਪਲੋਮੈਟਿਕਲੀ, ਇਰਾਨ ਦਾ ਤਾਂ ਸਾਊਦੀ ਅਰੇਬੀਆ ਦਾ ਸਮਝੌਤਾ ਕਰਾਤਾ, ਹੋਰਨਾਂ ਦੇਸ਼ਾਂ ਦੇ ਵੀ ਸਮਝੌਤੇ ਕਰਾ ਰਹੇ ਆ, ਵੀ ਹੁਣ ਸਾਡਾ ਰੋਲ ਨਾ ਘਟ ਜਾਵੇ। ਬਿਲਕੁਲ ਆਪਣੀ ਹਾਜ਼ਰੀ ਵਿੱਚ ਲਾ ਲਈਏ, ਆਪਣੀ ਹਾਜ਼ਰੀ ਵਿੱਚ ਲਾ ਲਈਏ। ਅੱਛਾ, ਰੂਸ ਨੂੰ ਵੀ ਕੋਈ ਪ੍ਰੋਬਲਮ ਨਹੀਂ ਗੀ? ਰੂਸ ਨੂੰ ਪ੍ਰੋਬਲਮ ਆਉਣੀ ਹੈ ਵੀ ਸਾਰੇ ਅੱਕੇ ਪਏ ਆ ਜੀ ਹੁਣ ਜੰਗ ਤੋਂ ਨਾ, ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ। ਉਹਨਾਂ ਦੀ ਫੋਰਨ ਪਾਲਿਸੀ ਦਾ ਐਨਾਲਿਸਿਸ ਇਹ ਹੈ ਵੀ ਚਲੋ ਸਾਨੂੰ ਨਹੀਂ ਵੀ ਸੱਦਿਆ, ਪਹਿਲੀ ਤਾਂ ਗੱਲ ਸਾਡੇ ਤੋਂ ਬਿਨਾਂ ਸ਼ਾਂਤੀ ਹੋਣੀ ਨਹੀਂ, ਇਹ ਤਾਂ ਪੱਕਾ ਪਤਾ ਨਾ, ਸਾਰਿਆਂ ਨੂੰ ਪਤਾ ਵੀ ਸਾਨੂੰ ਹੀਰ ਤੇ ਸ਼ਾਮਲ ਕਰ ਲੈਣਗੇ। ਕੋਈ ਮੂਰਖ ਬੰਦਾ ਹੋਊਗਾ ਜਿਹਨੂੰ ਨਾ ਪਤਾ ਹੋਊਗਾ, ਬਿਲਕੁਲ ਇੰਨਾ ਪਤਾ ਵੀ ਸਾਡੇ ਤੋਂ ਬਿਨਾਂ ਸ਼ਾਂਤੀ ਨਹੀਂ ਹੋਣੀ। ਪਰ ਕਮ ਸੇ ਕਮ ਸ਼ਾਂਤੀ ਦੀ ਗੱਲ ਤਾਂ ਕਰਨ ਲੱਗੇ ਨਾ। ਕੈਨੇਡਾ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿੱਚੋਂ ਇੱਕ ਵੀ ਬੰਦਾ ਅੱਜ ਤਾਈਂ ਇਹ ਗਲਤੀ ਨਾਲ ਸ਼ਬਦ ਸ਼ਾਂਤੀ ਨਹੀਂ ਕਹਿੰਦਾ। ਦੇਖੋ ਸਾਡੀ ਕੀ ਮਜਬੂਰੀ ਬਣੀ ਆ, ਸਾਡਾ ਪ੍ਰਾਈਮ ਮਿਨਿਸਟਰ ਆ, ਉਹਨਾਂ ਨੂੰ ਜਦੋਂ ਇਦਾਂ ਦੇ ਸਵਾਲ ਪੁੱਛਣਾ ਉਹਨੇ ਆਪਣੇ ਘਰਦਿਆਂ ਦੀਆਂ ਫੋਟੋ ਸੋਸ਼ਲ ਮੀਡੀਆ ਤੇ ਪਾਉਣ ਲੱਗ ਪੈਣਾ, ਜਾਣ ਕਹਿੰਦਾ 500 ਮਿਲੀਅਨ ਹੋਰ ਦੇਵਾਂਗੇ ਯੂਕਰੇਨ ਨੂੰ, ਕਿਉਂਕਿ ਯੂਕਰੇਨੀਅਨ ਵੋਟਾਂ ਇੱਥੇ ਬਹੁਤ ਕਾਊਂਟ ਕਰਦੀਆਂ। ਉਹਨਾਂ ਦੀਆਂ ਵੋਟਾਂ ਲਈ ਤੁਰੇ ਫਿਰਦੇ ਤਿੰਨੇ ਪਾਰਟੀਆਂ। ਐਨਡੀਪੀ ਦੀ ਤਾਂ ਜਿਹੜੀ ਫੋਰਨ ਕ੍ਰਿਟਿਕ ਆ ਨਾ, ਉਹ ਐਕਚੁਅਲੀ ਜਿਸ ਰਾਈਡਿੰਗ ਚ ਉਹਦੀ ਰਾਈਡਿੰਗ ਦੇ ਵਿੱਚ ਯੂਕਰੇਨੀਅਨ ਰਹਿੰਦੇ ਬਹੁਤ ਆ, ਉਹਦੇ ਆਪਣੇ ਹਿੱਤ ਆ, ਕੱਲੀ ਦਾ ਹਿੱਤ ਆ, ਨਾਲ ਦੂਸਰੀਆਂ ਪਾਰਟੀਆਂ ਵੀ ਉਹਨਾਂ ਨੂੰ ਨਾ ਨਹੀਂ ਕਰਦੀਆਂ। ਸੋ ਚਾਈਨਾ ਨੇ ਬੜੀ ਸਮਾਰਟ ਡਿਪਲੋਮੇਸੀ ਪਲੇ ਕੀਤੀ ਹੈ ਵੀ ਚਲੋ ਕਿਸੇ ਦਾ ਵੀ ਹੋਵੇ, ਫੇਰ ਵੀ ਅਸੀਂ ਸਾਡੀ ਐਲਾਈ ਜਿਹੜੀ ਆ ਸਾਊਦੀ ਅਰੇਬੀਆ ਨੂੰ ਅਸੀਂ ਸਮਝਦੇ ਵੀ ਸਾਡੇ ਦੋਸਤ ਆ। ਜੇ ਸਾਡੇ ਦੋਸਤ ਘਰ ਦੇ ਵਿੱਚ ਦਾਵਤ ਦੇ ਰਹੇ ਹੋਣ ਤਾਂ ਉਹਨਾਂ ਦੇ ਜਾਣਾ ਚਾਹੀਦਾ। ਇਹ ਕਰਕੇ ਨਹੀਂ ਵੀ ਇਹਨਾਂ ਨੇ ਕਿਹੜੇ ਬੰਦੇ ਸੱਦੇ, ਇਸ ਕਰਕੇ ਵੀ ਸਾਡੇ ਦੋਸਤ ਦਾ ਘਰ ਆ। ਬਿਲਕੁਲ ਬਿਲਕੁਲ। ਸੋ ਡਾਕਟਰ ਸਾਹਿਬ, ਯੂਕਰੇਨ ਦੀ ਸਿਕਿਉਰਿਟੀ ਸਰਵਿਸ ਦਾ ਦਾਅਵਾ ਹੈ ਕਿ ਉਸਨੇ ਜ਼ੈਲੈਂਸਕੀ ਨੂੰ ਮਾਰਨ ਦੀ ਸਾਜ਼ਿਸ਼ ਕਰਨ ਵਾਲੀ ਇੱਕ ਔਰਤ ਫੜੀ ਹੈ ਜੀ। ਅੱਜ ਕੱਲ ਯੂਕਰੇਨ ਦੇ ਵਿੱਚ ਉਹ ਕਹਿੰਦੇ ਆ ਕਿ ਪਹਿਲਾਂ ਤਾਂ ਜ਼ੈਲੈਂਸਕੀ ਨੇ ਸਾਰੀ ਆਪੋਜੀਸ਼ਨ, ਜਿੰਨੀ ਵੀ ਆਪੋਜੀਸ਼ਨ ਸਾਰੀਆਂ ਪਾਰਟੀਆਂ ਦੇ ਉਹਨਾਂ ਦੇ ਲੀਡਰ ਫੜ ਕੇ ਜੇਲ੍ਹ 'ਚ ਦਿੱਤੇ ਆ ਜੀ। ਤੇ ਅੱਜ ਕੱਲ ਜੇ ਕੋਈ ਬੰਦਾ ਬੱਚਾ ਜਿਹੜਾ ਆਪੋਲੀਟੀਕਲ ਆ, ਜਿਹੜਾ ਸਿਆਸੀ ਨਹੀਂ ਆ, ਵੈਸੇ ਉਹ ਕ੍ਰਿਟਿਸਾਈਜ਼ ਕਰਦੇ ਆ ਜ਼ੈਲੈਂਸਕੀ ਦੀ ਕਿਸੇ ਨਾ ਕਿਸੇ ਪਲੇਟਫਾਰਮ ਤੋਂ, ਤਾਂ ਉਹਨੂੰ ਹੁਣ ਇਹ ਬਣਾ ਦਿੰਦਾ ਹੈ ਰਸ਼ੀਆ ਦਾ ਏਜੰਟ, ਵੀ ਇਹ ਰਸ਼ੀਅਨ ਏਜੰਟ ਸੀ ਤੇ ਮੈਨੂੰ ਮਾਰਨ ਆਇਆ ਸੀ। ਜੇ ਰਸ਼ੀਆ ਵਾਲਿਆਂ ਨੇ ਮਾਰਨਾ ਹੋਵੇ ਉਹਨੇ ਇਹਨਾਂ ਬੰਦਿਆਂ ਦੇ ਥਰੂ ਥੋੜ੍ਹਾ ਮਾਰਨਾ।
ਨਾਲੇ ਉਹਨਾਂ ਦੀ ਵੀ ਇੰਟੈਲੀਜੈਂਸ ਕੋਈ ਹੋਣੀ ਆ, ਜੇ ਇੰਨੀ ਮਾੜੀ ਤਾਂ ਹੋ ਨਹੀਂ ਸਕਦੀ ਵੀ ਤੁਸੀਂ ਔਰਤਾਂ ਨੂੰ ਫੜੀ ਜਾਂਦੇ। ਉਹਨੇ ਕੁਛ ਨਾ ਕੁਛ ਕਹਿ ਦਿੱਤਾ, ਉਹਨੂੰ ਫੜ ਕੇ ਜੇਲ੍ਹ 'ਚ ਦਿੱਤਾ। ਕੱਲ ਇੱਕ ਹੋਰ ਬੰਦਾ ਫੜਿਆ, ਉਹ ਤੇ ਵੀ ਇਹ ਇਲਜ਼ਾਮ ਲਾਇਆ ਸੀ ਵੀ ਇਹ ਰਸ਼ੀਆ ਦਾ ਏਜੰਟ ਆ। ਉਹ ਕਹਿੰਦੇ ਵੀ ਸਾਡੇ ਸਾਰੇ ਏਜੰਟ ਹੋ ਗਏ, ਨਾਲੇ ਜੇ ਮਾਰਨਾ ਹੀ ਆ ਤਾਂ ਉਹਨਾਂ ਦੇ ਕੋਲ ਹੈਗੇ ਢੰਗ। ਜ਼ੈਲੈਂਸਕੀ ਨੂੰ ਮਾਰਨਾ ਕੋਈ ਔਖੀ ਗੱਲ ਨਹੀਂ ਹੈ ਰਸ਼ੀਆ ਲਈ, ਜੇ ਚੱਕਣਾ ਹੋਵੇ ਉਹਨਾਂ ਨੇ ਚੱਕ ਵੀ ਸਕਦੇ ਆ, ਕੋਈ ਵੱਡੀ ਗੱਲ ਨਹੀਂ ਉਹਨਾਂ ਲਈ। ਪਰ ਜਿਹੜੇ ਬੰਦਿਆਂ ਨੂੰ ਤੁਸੀਂ ਫੜ ਰਹੇ ਆ, ਇਹਨਾਂ ਨੇ ਕਿੱਦਾਂ ਉਹਨੂੰ ਮਾਰਨਾ ਸੀ? ਅਖੇ ਉਹ ਪੁੱਛ ਰਹੀ ਸੀ ਔਰਤ ਵੀ ਕਿਸੇ ਇੱਕ ਜਗ੍ਹਾ ਤੇ ਯੂਕਰੇਨ ਚ ਹੜ੍ਹ ਆਏ ਆ, ਤਾਂ ਉੱਥੇ ਜ਼ੈਲੈਂਸਕੀ ਨੇ ਜਾਣਾ ਸੀ, ਤੇ ਉਹਨੇ ਕਿਸੇ ਨੂੰ ਪੁੱਛਿਆ ਵੀ ਇਹਦਾ ਉੱਥੇ ਕੀ ਪ੍ਰੋਗਰਾਮ ਆ, ਤੇ ਇਹ ਕਿਉਂ ਪੁੱਛ ਰਹੀ ਆ? ਇਹ ਪੁੱਛਣ ਦਾ ਮਤਲਬ ਆ ਵੀ ਇਹਨੇ ਕੁਝ ਕਰਨਾ ਆ। ਕੀ ਕਰਨ ਜੋਗੀ ਆ ਉਹ? ਕਿਹੜੀ ਇੰਟੈਲੀਜੈਂਸ ਦੇ ਨਾਲ ਰਹੀ ਹੈ, ਕਿਹੜੇ ਮਾਫੀਏ ਨਾਲ ਰਹੀ ਹੈ, ਕਿਹੜੇ ਹਥਿਆਰ ਆ ਉਹਦੇ ਕੋਲ, ਕੀ ਸਾਜ਼ਿਸ਼ ਹੋਰ ਫੜੀ ਹੈ? ਮਤਲਬ ਇੰਨੀ ਫ੍ਰਿਵਲਸ ਜਿਹਨੂੰ ਕਹਿੰਦੇ ਹੁੰਦੇ ਅਸੀਂ, ਬਿਲਕੁਲ ਹਲਕੀ ਫੁਲਕੀ ਜਿਹੀ ਗੱਲ ਹੋਵੇ, ਸ਼ੋਧੀ ਗੱਲ, ਤੇ ਛੋਟੀਆਂ ਛੋਟੀਆਂ ਗੱਲਾਂ ਤੇ ਤੁਸੀਂ ਆਪੋਜੀਸ਼ਨ ਸਾਰੀ ਉਦਾਂ ਨਾਰਮਲ ਵੈਸਟਰਨ ਕੰਟਰੀਜ਼ ਕਿਸੇ ਵੀ ਕੰਟਰੀ ਨੂੰ ਨਿਖੇਧੀ ਕਰਨਗੇ। ਜਿੱਦਾਂ ਇਮਰਾਨ ਖਾਨ ਨੂੰ ਵੀ ਫੜ ਲਿਆ ਨਾ, ਫੇਰ ਵੀ ਭਾਵੇਂ ਖੁਸ਼ ਆ ਅੰਦਰੋਂ ਕਿ ਇਮਰਾਨ ਖਾਨ ਸਾਡੇ ਵਿਰੁੱਧ ਸੀ, ਫੇਰ ਵੀ ਇਹਨਾਂ ਦੀ ਇਹ ਕਹਿੰਦੇ ਆ ਵੀ ਤੁਹਾਨੂੰ ਏਦਾਂ ਲੀਡਰ ਜਿਹੜਾ ਆਪੋਜੀਸ਼ਨ ਦਾ ਫੜ ਕੇ ਜੇਲ੍ਹ ਚ ਨਹੀਂ ਦੇਣਾ ਚਾਹੀਦਾ। ਪਰ ਉਦਾਂ ਵੈਸੇ ਖੁਸ਼ ਆ, ਕੋਈ ਗੱਲ ਨਹੀਂ, ਉਹ ਕਹਿੰਦਾ ਬਾਹਰ ਹੀ ਚੰਗਾ ਹੈ। ਪਰ ਜਦੋਂ ਇਹਨਾਂ ਨੂੰ ਕਮ ਸੇ ਕਮ ਸਟੇਟਮੈਂਟ ਤਾਂ ਦਿੰਦੇ ਆ ਨਾ ਓਪਨਲੀ ਮੂੰਹ ਰੱਖਣ ਲਈ ਦਾ, ਵੀ ਤੁਸੀਂ ਡੈਮੋਕ੍ਰੇਸੀ ਉਹੋ ਹੀ ਹੁੰਦੀ ਆ ਜਿਹੜੀ ਆਪਣੇ ਆਪੋਜੀਸ਼ਨ ਨੂੰ ਅਲਾਓ ਕਰਦੀ ਵੀ ਤੁਸੀਂ ਸਾਡੀ ਨੁਕਤਾਚੀਨੀ ਕਰੋ। ਆਪੋਜੀਸ਼ਨ ਦਾ ਮਤਲਬ ਹੀ ਹੋਰ ਕੋਈ ਨਹੀਂ ਹੈ। ਤੇ ਜਿਹੜੇ ਬੰਦਿਆਂ ਨੇ ਆਪੋਜੀਸ਼ਨ ਕੀਤੀ ਆ ਯੂਕਰੇਨ ਚ, ਸਾਰੀ ਜੇਲ੍ਹ ਚ, ਸਾਰੀ ਆਪੋਜੀਸ਼ਨ ਜੇਲ੍ਹ ਚ ਜੀ, ਤੇ ਇਹ ਡੈਮੋਕ੍ਰੇਸੀ ਆ ਉਹਨਾਂ। ਡਾਕਟਰ ਸਾਹਿਬ, ਪੋਲੈਂਡ ਦੀਆਂ ਕੁਝ ਜਨਤਕ ਸ਼ਖਸੀਅਤਾਂ ਨੇ ਜ਼ੈਲੈਂਸਕੀ ਦੇ ਇੱਕ ਸਹਿਯੋਗੀ ਦੀ ਕੋਈ ਟਿੱਪਣੀ ਉਹਨੇ ਕੀਤੀ ਹੈ, ਉਹ ਤੇ ਇਤਰਾਜ਼ ਕੀਤਾ ਹੈ ਜੀ। ਜ਼ੈਲੈਂਸਕੀ ਦੇ ਏਡ ਨੇ, ਕਿਸੇ ਨੇ, ਉਹਨਾਂ ਦੇ ਸਲਾਹਕਾਰ ਨੇ ਸੱਚ ਬੋਲਤਾ। ਉਹ ਕਹਿੰਦੇ ਪੋਲੈਂਡ ਦੇ ਨਾਲ ਸਾਡੀ ਦੋਸਤੀ ਹੈ ਇਸ ਵੇਲੇ, ਪਰ ਇਹ ਉਨਾ ਚਿਰ ਹੀ ਰਹਿਣੀ ਹੈ ਜਿੰਨਾ ਚਿਰ ਰਸ਼ੀਆ ਦੇ ਨਾਲ ਲੜਾਈ ਲੱਗੀ ਹੈ। ਬਾਅਦ ਦੇ ਵਿੱਚ ਸਾਡੀ ਉਹ ਪਹਿਲਾਂ ਵਾਲੀ ਦੁਸ਼ਮਣੀ ਆ ਜਾਣੀ। ਹੁਣ ਉਹਨੇ ਕਿਉਂ ਕਿਹਾ? ਕਿਉਂਕਿ ਬਹੁਤੇ ਦੇਸ਼ ਜਿਹੜੇ ਆ ਇੱਕ ਦੂਸਰੇ ਨਾਲ ਕਿਸੇ ਅਲਾਇੰਸ ਪਾਰਟਨਰ ਬਣੇ ਹੁੰਦੇ ਆ। ਅਲਾਇੰਸ ਦੇ ਵਿੱਚ ਗ੍ਰੀਕ ਤੇ ਟਰਕੀ ਵਾਲੇ ਦੋਨੇ ਹੀ ਨੇਟੋ ਦੇ ਮੈਂਬਰ ਆ, ਪਰ ਦੋਨੋਂ ਦੇਸ਼ਾਂ ਦੀ ਐਨੀ ਲੱਗਦੀ ਆ। ਸਾਈਪ੍ਰਸ ਦੇ ਵਿੱਚ ਇਹਨਾਂ ਦੇ ਵਿਚਕਾਰ UN ਨੇ ਇੱਕ ਫੋਰਸ ਖੜੀ ਕੀਤੀ ਆ। ਜਿੱਦਣ UN ਦੀ ਫੋਰਸ ਉੱਥੋਂ ਹਟਾ ਲੈਣ ਉਦਣ ਹੀ ਇਹਨਾਂ ਨੇ ਲੜ ਪੈਣਾ। ਪਹਿਲਾਂ ਵੀ ਲੜਾਈ ਕਰ ਚੁੱਕੇ ਆ। ਦੋਨੋਂ ਹੀ ਜਾਣੇ ਇੱਕੋ ਹੀ ਪਰਿਵਾਰ ਦੇ ਮੈਂਬਰ ਆ, ਇੱਕੋ ਹੀ ਨੇਟੋ ਦੇ ਮੈਂਬਰ ਆ। ਬਹੁਤ ਦੇਸ਼ ਆ ਜਿਨ੍ਹਾਂ ਦੀ ਆਪਸ ਵਿੱਚ ਹੀ ਬਹੁਤ ਕੁਛ ਬਾਰਡਰ ਇਸ਼ੂਜ਼ ਆ, ਟ੍ਰੇਡ ਇਸ਼ੂਜ਼ ਆ, ਪੁਰਾਣੀਆਂ ਦੁਸ਼ਮਣੀਆਂ ਆ। ਪੋਲੈਂਡ ਦੀ ਦੁਸ਼ਮਣੀ ਤਾਂ ਯੂਕਰੇਨ ਦੇ ਨਾਲ ਬੜੀ ਇਤਿਹਾਸਕ ਆ ਨਾ, ਪੁਰਾਣੀ ਆ, ਗਵਾਂਢੀ ਹੈ ਜਮਾਂ, ਬਿਲਕੁਲ ਗਵਾਂਢੀਆਂ ਦੇ ਨਾਲ ਆ। ਤੇ ਇੱਕ ਜਦੋਂ ਆਸਟਰੀਅਨ ਅੰਪਾਇਰ ਹੁੰਦਾ ਸੀ ਉਦੋਂ ਪੋਲੈਂਡ ਵੀ ਉਹਦਾ ਹਿੱਸਾ ਹੁੰਦਾ ਸੀ, ਤੇ ਵੈਸਟਰਨ ਯੂਕਰੇਨ ਵੀ ਉਹਦਾ ਹਿੱਸਾ ਹੁੰਦਾ ਸੀ। ਅੱਛਾ, ਉਦੋਂ ਬਾਅਦ ਜੋ ਬਾਉਂਡਰੀ ਪੋਲੈਂਡ ਦੇ ਵਿੱਚ ਪੋਲੈਂਡ ਦੀ ਕਾਰਵ ਕੀਤੀ ਆ, ਉਹਦੇ ਵਿੱਚ ਪ੍ਰੋਬਲਮ ਆ ਗਈ। ਪੋਲੈਂਡ ਵਾਲੇ ਕਹਿੰਦੇ ਆ ਯੂਕਰੇਨ ਵਾਲੇ ਸਾਡੇ ਇਲਾਕਾ ਲੈ ਗਏ, ਯੂਕਰੇਨ ਵਾਲੇ ਕਹਿੰਦੇ ਆ ਪੋਲੈਂਡ ਸਾਡਾ ਇਲਾਕਾ ਲੈ ਗਿਆ। ਫਿਰ ਇਹ ਰਸ਼ੀਅਨ ਅੰਪਾਇਰ ਦਾ ਹਿੱਸਾ ਰਹੇ ਦੋਏ, ਜਿਹਦੇ ਵਿੱਚ ਪੋਲੈਂਡ ਵੀ ਸੀ ਤੇ ਯੂਕਰੇਨ ਦੇ ਵਿੱਚ, ਜਦੋਂ ਕੀਵ ਇਹਨਾਂ ਦੀ ਰਾਜਧਾਨੀ ਹੁੰਦੀ ਸੀ। ਤੇ ਉਸ ਵੇਲੇ ਤੋਂ ਬਾਅਦ ਫੇਰ ਵੰਡ ਹੋਈ ਯੂਕਰੇਨ ਦਾ, ਪੋਲੈਂਡ ਦਾ ਜਿਹੜਾ ਇਲਾਕਾ ਆ। ਪੋਲੈਂਡ ਵਾਲੇ ਉਹ ਚੋਂ ਵੀ ਵੰਡ ਤੋਂ ਦੁਖੀ ਸੀ ਵੀ ਜਿਹੜੀ ਸਾਡੇ ਇਲਾਕੇ ਜਿਹੜੇ ਐਕਚੁਅਲੀ ਕੁਝ ਪੋਲਿਸ਼ ਸਪੀਕਰ ਇਹਨਾਂ ਦੇ ਯੂਕਰੇਨ ਦੇ ਵਿੱਚ ਵੀ ਰਹਿੰਦੇ, ਜਿਹੜੇ ਤੁਸੀਂ ਪੋਲੈਂਡ ਤਾਂ ਯੂਕਰੇਨ ਦੇ ਬਾਰਡਰ ਦੇ ਨਾਲ ਜਾਂਦੇ ਨਾ, ਉੱਥੇ ਪੋਲਿਸ਼ ਸਪੀਕਿੰਗ ਬੰਦੇ ਰਹਿੰਦੇ ਆ। ਤੇ ਇਹਦਾ ਕਲੇਮ ਆ ਪੋਲੈਂਡ ਦਾ ਵੀ ਇਹ ਸਾਡੇ ਬੰਦੇ ਆ ਤੇ ਸਾਡਾ ਇਲਾਕਾ ਹੈ, ਰੱਖਿਆ ਹੈ ਯੂਕਰੇਨ ਨੇ। ਤੇ ਕਈ ਵਾਰ ਇੱਕ ਦੂਜੇ ਨਾਲ ਤਲਖੀ ਦੇ ਵਿੱਚ ਵੀ ਇਹਨਾਂ ਨੇ ਬਿਆਨ ਦਿੰਦੇ ਰਹੇ। ਪਹਿਲਾਂ ਵੀ ਆਲਮੋਸਟ ਕਰਮਸ਼ ਹੁੰਦੀਆਂ ਨੇ,
ਫੁੱਲ ਸਕੇਲ ਤਾਂ ਲੜਾਈ ਹੋਈ ਨਹੀਂ, ਪਰ ਸਕਰਮਸ਼ ਜਿਹਨੂੰ ਕਹਿੰਦੇ ਹੁੰਦੇ ਆ, ਛੋਟੀਆਂ ਛੋਟੀਆਂ ਇਧਰੋਂ ਸ਼ੂਟਿੰਗ ਕਰਦੀ ਉਧਰੋਂ ਸ਼ੂਟਿੰਗ ਕਰਦੀ, ਇਸ ਤਰ੍ਹਾਂ ਹੁੰਦੀ ਰਹੀ ਆ, ਖੁੰਦਕਾਂਜੀਆਂ ਕੱਢਦੇ ਰਹੇ ਤੇ ਇਸੇ ਕਰਕੇ ਉਹਦੇ ਮੂੰਹੋਂ ਨਿਕਲ ਗਿਆ ਵੀ ਇਹ ਇਸ ਵੇਲੇ ਤਾਂ ਦੋਸਤ ਬਣੇ ਆ, ਕਿਉਂਕਿ ਨੇਟੋ ਕੰਟਰੀਜ਼ ਉਹਨਾਂ ਦੀ ਸਪੋਰਟ ਕਰਦੇ ਯੂਕਰੇਨ ਦੀ ਰਸ਼ੀਆ ਦੇ ਖਿਲਾਫ। ਹੁਣ ਜਦੋਂ ਰਸ਼ੀਆ ਨਿਕਲ ਗਿਆ ਇਸ ਸਿਚੁਏਸ਼ਨ ਦੇ ਵਿੱਚੋਂ, ਰਸ਼ੀਆ ਨਾਲ ਵਾਰ ਇੱਕ ਦਿਨ ਤਾਂ ਖਤਮ ਹੋਣੀ ਹੈ ਬਿਲਕੁਲ, ਤੇ ਉਦੋਂ ਬਾਅਦ ਪੋਲੈਂਡ ਦੇ ਨਾਲ ਫੇਰ ਸ਼ੁਰੂ ਹੋ ਜਾਊਗੀ ਪੁਰਾਣੀ ਗੱਲ। ਫੇਰ ਪੋਲੈਂਡ ਦੇ ਵਿੱਚ ਡਿਊਰਿੰਗ ਦਿਸ ਵਾਰ, ਜਦੋਂ ਲੜਾਈ ਲੱਗੀ ਸੀ ਪਿਛਲੇ ਸਾਲ, ਰਸ਼ੀਅਨ ਇੱਕ ਮਿਸਾਈਲ ਪੋਲੈਂਡ ਦੇ ਵਿੱਚ ਆਈ, ਜਿਹੜੀ ਡਿਫੈਂਸ ਇਹਨਾਂ ਨੇ, ਜਿਹੜੇ ਯੂਕਰੇਨੀਅਨ ਕਹਿੰਦੇ ਆ ਵੀ ਅਸੀਂ ਪੈਟਰੀਓਟ ਮਿਸਾਈਲ ਛੱਡੀ ਸੀ, ਜਿਹੜੀ ਡਿਫੈਂਸਿਵ ਮਿਸਾਈਲ ਆ, ਵੀ ਇਹਨਾਂ ਦੀ ਮਿਸਾਈਲ ਦੇ ਨਾਲ ਲਾ ਕੇ ਉਹ ਮਿਸਾਈਲ ਚਲ ਗਈ ਪੋਲੈਂਡ ਦੇ ਵਿੱਚ, ਤਾਂ ਪੋਲੈਂਡ ਦੇ ਵਿੱਚ ਕੁਝ ਬੰਦੇ ਮਰ ਵੀ ਗਏ ਸੀ। ਹੁਣ ਸ਼ਰੇਆਮ ਸਿੱਧਾ ਹੀ ਉਹ ਪੋਲੈਂਡ ਤੇ ਇੱਕ ਕਿਸਮ ਦਾ ਹਮਲਾ ਸੀ ਜੇ ਟੈਕਨੀਕਲੀ ਦੇਖਿਆ ਜਾਵੇ, ਪਰ ਅਮਰੀਕਾ ਵਾਲੇ ਡਰਦੇ ਸੀ ਇਸ ਗੱਲ ਤੋਂ ਵੀ ਜੇ ਹੁਣ ਇੱਕ ਨੇਟੋ ਕੰਟਰੀ ਤੇ ਇਹਨਾਂ ਨੇ ਹਮਲਾ ਕਰਤਾ, ਇਹਦਾ ਮਤਲਬ ਸਾਨੂੰ ਲੜਾਈ ਕਰਨੀ ਪਊਗੀ ਰਸ਼ੀਆ ਦੇ ਨਾਲ। ਪਹਿਲਾਂ ਹੀ ਬਿਨਾਂ ਹੀ ਕਿਸੇ ਅਜੇ ਇਨਕੁਆਰੀ ਤੋਂ ਜੋ ਬਾਈਡਨ ਦਾ ਬਿਆਨ ਸੀ, ਇਹ ਗਲਤੀ ਨਾ ਆ ਗਈ, ਬਿਨਾਂ ਹੀ ਉਹਨੂੰ ਇਨਵੈਸਟੀਗੇਸ਼ਨ ਕੀਤੀ ਤੇ ਡਰਦਿਆਂ ਦਾ ਬਿਆਨ ਆਇਆ ਸੀ ਉਹ ਵੀ ਇਹ ਗਲਤੀ ਨਾ ਆ ਗਈ ਹੈ। ਯੂਕਰੇਨ ਵਾਲੇ ਪਾਸੇ ਬੇਲਾਰੂਸ ਦੇ ਰਾਹੀਂ ਉਹ ਵੈਗਨਰ ਜਿਹੜਾ ਆ ਰਿਹਾ ਜੀ, ਉਹਦਾ ਵੀ ਤਾਂ ਉਹ ਤਾਂ ਅਲੱਗ ਗੱਲ ਚੱਲ ਰਹੀ ਹੈ ਉਹਨਾਂ ਦੀ, ਜਿਹੜੀ ਬੈਲਾਰੂਸ ਚੋਂ ਆਉਂਦੇ ਆ, ਪਰ ਇਹ ਸਿਰਫ ਯੂਕਰੇਨ ਤੇ ਪੋਲੈਂਡ ਦੀ ਇਸ਼ੂ ਆ। ਯੂਕਰੇਨ ਵਾਲਿਆਂ ਨੇ ਆਬਜੈਕਸ਼ਨ ਲਾਇਆ ਸੀ, ਉਹ ਕਹਿੰਦੇ ਸੀ ਵੀ ਰਸ਼ੀਆ ਵਾਲਿਆਂ ਨੇ ਜਾਣਬੁੱਝ ਕੇ ਇੱਧਰ ਨੂੰ ਮਾਰੀ ਹੈ, ਅਸੀਂ ਪੈਟਰੀਓਟ ਮਿਸਾਈਲ ਛੱਡੀ ਵੀ ਆ, ਫੇਰ ਵੀ ਇਹਨਾਂ ਦੇ ਗਈ ਆ, ਤਾਂ ਉਹ ਮੰਨਦੇ ਨਹੀਂ ਸੀ। ਉਹ ਵੈਸੇ ਅਮਰੀਕਨਜ਼ ਨੇ ਤੇ ਨੇਟੋ ਨੇ ਵੈਸੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇਸ ਗੱਲ ਤੇ ਤੇਲ ਨਾ ਪਾਓ, ਮਿੱਟੀ ਵਾਲਾ ਤੇਲ ਨਾ ਪਾਓ, ਇਹਨੂੰ ਥੱਲੇ ਹੀ ਦੱਬ ਦਿਓ, ਪਰ ਉਹ ਯੂਕਰੇਨ ਵਾਲੇ ਉਸ ਵੇਲੇ ਸਮਝਦੇ ਨਹੀਂ ਸੀ ਇਹ ਗੱਲ। ਸੋ ਬਾਅਦ ਦੇ ਵਿੱਚ ਇਹਨਾਂ ਨੇ ਇਨਕੁਆਇਰੀ ਕਮਿਸ਼ਨ ਬਿਠਾ ਲਿਆ ਨੇਟੋ ਨੇ, ਜਿਹਦੇ ਇੱਕ ਮੈਂਬਰ ਆਪਣੇ ਅਮਰੀਕਾ ਦਾ ਸੀ ਤੇ ਇੱਕ ਪੋਲੈਂਡ ਦਾ ਸੀ। ਯੂਕਰੇਨ ਵਾਲਿਆਂ ਦਾ ਕੋਈ ਮੈਂਬਰ ਨਹੀਂ ਸੀ, ਜਿਹੜੀ ਕਿ ਹਾਲਾਂਕਿ ਲੜਾਈ ਉਹਨਾਂ ਦੀ ਚੱਲਦੀ ਹੈ, ਤੇ ਇਹਨਾਂ ਨੇ ਜਿਹੜਾ ਯੂਕਰੇਨ ਦਾ ਅਮਰੀਕਾ ਦਾ ਤੇ ਪੋਲੈਂਡ ਦਾ ਕਮਿਸ਼ਨ ਸੀ, ਉਹਨਾਂ ਨੇ ਕਨਕਲੂਡ ਕਰਤਾ ਵੀ ਨਹੀਂ, ਇਹ ਗਲਤੀ ਨਹੀਂ ਆ ਗਈ ਇਸ ਮਿਸਾਈਲ, ਮਤਲਬ ਸਿੱਧਾ ਸ਼ਰੇਆਮ ਹੀ ਗੱਲ ਯੂਕਰੇਨ ਨੂੰ ਦੱਸਤੀ ਵੀ ਦੇਖੋ ਅਸੀਂ ਸਿੱਧੇ ਰਸ਼ੀਆ ਨਾਲ ਪੰਗਾ ਨਹੀਂ ਲੈਣਾ ਚਾਹੁੰਦੇ। ਹੁਣ ਤੁਹਾਡੇ ਤੇ ਹਮਲਾ ਕੀਤਾ, ਤੁਸੀਂ ਨੇਟੋ ਦੇ ਮੈਂਬਰ ਨਹੀਂ ਆ, ਪਰ ਪੋਲੈਂਡ ਤੇ ਹਮਲਾ ਕੀਤਾ, ਪੋਲੈਂਡ ਨੇਟੋ ਦਾ ਮੈਂਬਰ ਹੈ, ਇਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਅਸੀਂ ਤੈਸ਼ ਚਾਹ ਕੇ ਕੁਝ ਨਹੀਂ ਕਰਨਾ। ਸੋ ਲੜਾਈ ਹੋ ਗਈ ਤਾਂ ਸਿੱਧੀ ਰਸ਼ੀਆ ਨਾਲ ਹੋਣੀ ਹੈ। ਬਿਲਕੁਲ। ਸੋ ਯੂਕਰੇਨੀਅਨ ਉਸ ਵੇਲੇ ਵੀ ਚੁੱਪ ਰਹੇ ਨਹੀਂ, ਚੁੱਪ ਕਰਾ ਦਿੱਤੇ ਗਏ। ਤੇ ਫਿਰ ਜਦੋਂ ਤੁਸੀਂ ਦੇਖਦੇ ਰਸ਼ੀਆ ਦੇ ਵਿੱਚ ਵਰਲਡ ਵਾਰ 2 ਦੇ ਵਿੱਚ ਜਦੋਂ ਨਾਜ਼ੀ ਫੋਰਸਸ ਆਈਆਂ ਸੀ ਜਰਮਨੀ ਦੀਆਂ, ਉਹਨਾਂ ਨੇ ਜਿਹੜਾ ਤਕਰੀਬਨ ਸਾਰਾ ਯੂਕਰੇਨ ਟੇਕ ਓਵਰ ਕੀਤਾ ਸੀ ਉਹਨਾਂ ਨੇ, ਆਲਮੋਸਟ ਉਹ ਮਾਸਕੋ ਪਹੁੰਚ ਚੁੱਕੇ ਸੀ। ਜੋ ਮਾਸਕੋ ਤੋਂ ਫਿਰ ਪਿੱਛੇ ਨੂੰ ਕਰਨੇ ਸ਼ੁਰੂ ਕੀਤੇ ਨਾ ਸੋਵੀਅਤ ਫੋਰਸਸ ਨੇ, ਤੇ ਜਦੋਂ ਫਿਰ ਸੋਵੀਅਤ ਫੋਰਸਸ ਆਈਆਂ ਇੱਥੇ ਨੂੰ ਜਰਮਨੀ ਨੂੰ, ਜਿੱਤੇ ਰੌਲਾ ਪਿਆ ਸੀ, ਪਿਊਟਨ ਕਹਿੰਦਾ ਸੀ ਸਟਾਲਿਨ ਨੇ ਤੁਹਾਨੂੰ ਫ੍ਰੀ ਕਰਾਤਾ, ਪੋਲੈਂਡ ਵਾਲਿਆਂ ਨੂੰ, ਪੋਲੈਂਡ ਵਾਲੇ ਰੌਲਾ ਪਾਉਣ ਲੱਗੇ ਸੀ। ਤਾਂ ਉਸ ਵੇਲੇ ਥੋੜਾ ਜਿਹਾ ਇਲਾਕਾ ਜਿਹੜਾ ਉਹ ਯੂਕਰੇਨ ਨੇ ਲਿਆ ਆ, ਉਹ ਪੋਲੈਂਡ ਵਾਲੇ ਕਹਿੰਦੇ ਤੁਸੀਂ ਜ਼ੋਰ ਨਾਲ ਲਿਆ ਸਾਡੇ ਤੋਂ, ਤੇ ਤੁਹਾਡੀ ਉਦੋਂ ਤਕੜੀ ਫੋਰਸ ਸੀ, ਤੁਸੀਂ ਉਹਨਾਂ ਨੂੰ ਜਰਮਨੀ ਵਾਲਿਆਂ ਨੂੰ ਧੱਕਦਿਆਂ ਸਾਡਾ ਇਲਾਕਾ ਵੀ ਲੈ ਗਏ, ਤਾਂ ਉਹ ਵੀ ਅਸੀਂ ਲੈਣਾ ਹੈ। ਤੇ ਇਹਨਾਂ ਦੇ ਮਤਲਬ ਤੇ ਇੱਕ ਤਾਂ ਆਸਟਰੀਅਨ ਅੰਪਾਇਰ ਤੋਂ, ਦੂਸਰਾ ਜ਼ਾਰ ਦੇ ਅੰਪਾਇਰ ਤੋਂ, ਤੀਸਰਾ ਵਰਲਡ ਵਾਰ 2 ਤੋਂ, ਤਿੰਨਾਂ ਹਿਸਟੋਰੀਕਲ ਰੀਜ਼ਨ ਦਾ ਕਰਕੇ ਇਹਨਾਂ ਦਾ ਝਗੜਾ ਚੱਲਦਾ ਹੈ, ਉਹ ਵੀ ਇਲਾਕੇ ਦਾ। ਇਲਾਕਾ ਦੇਣਾ ਲੈਣਾ ਅੱਜ ਕੱਲ ਬੜਾ ਮੁਸ਼ਕਲ ਹੈ ਜੀ। ਅੱਗੇ ਤਾਂ ਜਿਹੜੇ ਜ਼ਾਰ ਜਾਂ ਰਾਜੇ ਇਹ ਵੇਚ ਦਿੰਦੇ ਹੁੰਦੇ ਸੀ ਇਲਾਕਾ, ਬਿਲਕੁਲ। ਹੁਣ ਤੁਸੀਂ 1 ਇੰਚ ਵੇਚ ਕੇ ਦੇਖੋ, ਉਦੋਂ ਹੀ ਪ੍ਰਾਈਮ ਮਿਨਿਸਟਰ ਨੂੰ ਫਾਹਾ, ਮਤਲਬ ਪੰਗਾ ਪੈ ਗਿਆ ਨਾ। ਹੁਣ ਅੱਜ ਕੱਲ ਲੋਕਾਂ ਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ। ਸੋ ਪੋਲੈਂਡ ਵਾਲੇ ਇਸ ਗੱਲ ਤੇ ਖੁਸ਼ ਨਹੀਂ ਹੈ ਵੀ ਜ਼ੈਲੈਂਸਕੀ ਦਾ ਏਡ ਕਹਿ ਰਿਹਾ ਵੀ ਸਾਡੀ ਦੁਸ਼ਮਣੀ ਫੇਰ ਸ਼ੁਰੂ ਹੋ ਜਾਣੀ। ਉਹ ਕਹਿੰਦੇ ਵੀ ਅਸੀਂ ਤਾਂ ਤੁਹਾਡੀ ਖਾਤਰ ਕਈ ਕੁਛ ਕਰਦੇ ਹਾਂ। ਪਹਿਲੀ ਗੱਲ ਹੈ
ਅਸੀਂ ਜਿਹੜਾ ਤੁਹਾਡਾ ਫੂਡ ਬਾਹਰ ਜਾਂਦਾ ਬਲੈਕ ਸੀ ਰਾਹੀਂ ਤੁਸੀਂ ਕੱਢ ਨਹੀਂ ਸਕਦੇ, ਅਸੀਂ ਇਲਾਕਾ ਦਿੱਤਾ ਹੈ ਵੀ ਤੁਸੀਂ ਸਾਡੇ ਥਾਣੀ ਕੱਢ ਕੇ ਲੈ ਆਓ। ਹਾਲਾਂਕਿ ਪੋਲੈਂਡ ਦੇ ਜਿਹੜੇ ਫਾਰਮਰਸ ਆ ਉਹ ਆਬਜੈਕਸ਼ਨ ਕਰਦੇ ਆ ਵੀ ਜਿਹੜੇ ਧੜ ਤੁਸੀਂ ਚੀਜ਼ਾਂ ਲਈ ਆਉਣੇ ਆ ਯੂਕਰੇਨ ਤੋਂ, ਇਹਦੇ ਨਾਲ ਸਾਡੀਆਂ ਚੀਜ਼ਾਂ ਸਸਤੀਆਂ ਹੋ ਜਾਂਦੀਆਂ, ਉਹ ਵਿਕਦੀਆਂ ਨਹੀਂ। ਉਹਨਾਂ ਦਾ ਕਹਿੰਦੇ ਆਬਜੈਕਸ਼ਨ ਦੇ ਬਾਵਜੂਦ ਵੀ ਅਸੀਂ ਤੁਹਾਡੇ ਨਾਲ ਖੜੇ ਆ, ਇਸ ਕਰਕੇ ਕਿ ਤੁਸੀਂ ਰਸ਼ੀਆ ਦੇ ਨਾਲ ਲੜਦੇ ਆ, ਤੁਸੀਂ ਮੁਸੀਬਤ ਚ ਹੋ ਇਸ ਵੇਲੇ। ਪਰ ਇਹ ਗੱਲ ਕਲੀਅਰ ਹੋ ਗਈ ਜਿਸ ਵੇਲੇ ਲੜਾਈ ਖਤਮ ਹੋਈ ਤਾਂ ਉਹ ਪੁਰਾਣੀਆਂ ਜਿਹੜੀਆਂ ਦੁਸ਼ਮਣੀਆਂ ਉਹ ਸਾਹਮਣੇ ਆਉਣੀਆਂ, ਜ਼ਖਮ ਹਰੇ ਹੋਣਗੇ। ਜ਼ਖਮ ਹਰੇ ਅਜੇ ਤਾਈਂ ਉਹ ਤਾਂ ਕਰ ਦਿੱਤੇ ਉਹਨੇ ਜ਼ੈਲੈਂਸਕੀ ਦੀ ਏਡ ਨੇ। ਬਹੁਤੇ ਅਕਲ ਵਾਲੇ ਲੱਗਦੇ ਨਹੀਂ ਹੈ ਕਿਉਂਕਿ ਜ਼ੈਲੈਂਸਕੀ ਵੀ ਨੇਟੋ ਦੇ ਖਿਲਾਫ ਬੋਲਣ ਲੱਗ ਪਿਆ ਸੀ, ਝੜਕੇ ਮਾਰਦਾ ਸੀ ਵੈਸੇ ਤੁਸੀਂ ਸਾਡਾ ਕੁਝ ਨਹੀਂ ਕਰਦੇ, ਸਾਡਾ ਕੁਝ ਨਹੀਂ ਕਰਦੇ। ਅਮਰੀਕਨਜ਼ ਬੜੇ ਦੁਖੀ ਹੋਏ ਵੀ ਦੇਖੋ ਇੰਨਾ ਕੁਝ ਕਰਦਿਆਂ ਤੇ ਵੀ ਫੇਰ ਨਹੀਂ ਮੰਨਦਾ। ਫੇਰ ਉਹਨਾਂ ਦੇ ਏਡ ਜਿਹੜੇ ਉਹ ਵੀ ਇਦਾਂ ਦੇ ਹੀ ਹੈ। ਕਮੇਡੀਅਨ ਹੁੰਦਾ ਸੀ ਬੰਦੇ, ਕਮੇਡੀਅਨ ਦੇ ਨਾਲ ਦੇ ਵੀ ਤਾਂ ਕਮੇਡੀਅਨ ਹੀ ਹੋਣਗੇ, ਭਗਵੰਤ ਮਾਨ ਹੀ ਆ ਸਾਰੇ, ਤੇ ਉਹ ਸੋਚ ਕੇ ਨਹੀਂ ਬੋਲਦੇ ਬਹੁਤੇ। ਤੇ ਖਾਸ ਤੌਰ ਤੇ ਉਸ ਕੰਟਰੀ ਨੂੰ ਜਿਹਨੂੰ ਇਸ ਵੇਲੇ ਖਤਰਾ ਪਿਆ ਹੈ ਜੀ, ਤੇ ਉਹਨੂੰ ਬਾਕੀ ਦੇ ਦੇਸ਼ ਉਹਦੀ ਮਦਦ ਕਰ ਰਹੇ ਆ। ਤੇ ਉਸ ਵੇਲੇ ਜਿਹੜਾ ਏਡਸ ਵਗੈਰਾ ਨੂੰ ਜ਼ੈਲੈਂਸਕੀ ਨੂੰ ਥੋੜਾ ਜਿਹਾ ਸੋਚ ਕੇ ਬੋਲਣਾ ਚਾਹੀਦਾ ਜੀ, ਜਿਹੜਾ ਨਹੀਂ ਬੋਲਦੇ ਹੋ। ਸੋ ਡਾਕਟਰ ਸਾਹਿਬ ਅਗਲੀ ਖਬਰ ਹੈ ਕਿ ਡਾਕਟਰ ਕੈਲੀ ਜੌਨਸਨ ਆਰਬਰ ਉਹਨਾਂ ਨੇ ਬੋਰੈਕਸ ਬਾਰੇ ਕੁਝ ਕਿਹਾ ਹੈ ਸੋਸ਼ਲ ਮੀਡੀਆ ਤੇ, ਔਰ ਦੂਜੀ ਵਾਰੀ ਲੋਕਾਂ ਨੇ ਉਹਦੀ ਗੱਲ ਨੂੰ ਨਕਾਰਿਆ ਜੀ, ਕੀ ਮਸਲਾ ਜੀ? ਇਹ ਸੋਸ਼ਲ ਮੀਡੀਆ ਦੀ ਗੱਲ ਚੱਲ ਪਈ। ਫੇ ਟਿਕਟੌਕ ਤੇ ਕੋਈ ਬੰਦਿਆਂ ਨੇ ਸ਼ੁਰੂ ਕੀਤਾ ਵੀ ਜਿਹੜੀ ਬੋਰੈਕਸ ਆ ਨਾ ਉਹ ਥੋੜੀ ਜਿਹੀ ਖਾਣ ਨਾਲ ਢਿੱਡ ਸਾਫ਼ ਹੋ ਜਾਂਦਾ, ਤਾਂ ਉਹ ਬੜੀ ਫਾਇਦੇਮੰਦ ਆ। ਹੁਣ ਇਹ ਡਾਕਟਰ ਉਹੋ ਹੀ ਆ ਗੂਗਲ ਵਾਲੇ ਜੀ, ਬੋਰੈਕਸ ਪਾਉਂਦੇ ਆ ਜਿਹੜੀ ਡਿਟਰਜੈਂਟ ਹੁੰਦੀ ਨਾ ਜਿਹੜੀ ਕੱਪੜੇ ਧੋਣ ਵਾਲੀ, ਜਾਂ ਪੈਸਟੀਸਾਈਡਸ ਹੁੰਦੀਆਂ ਆ ਜਿਹਨਾਂ ਨੂੰ ਅਸੀਂ ਕੀ ਕਹਿੰਦੇ ਆ ਕੀੜੇ ਮਾਰ ਦਵਾਈਆਂ ਜੀ, ਉਹਨਾਂ ਦੇ ਵਿੱਚ ਪਾਉਂਦੇ ਆ ਉਹ ਕੈਮੀਕਲ ਜਿਹੜੀ ਆ ਬੜੀ ਖਤਰਨਾਕ ਕੈਮੀਕਲ ਜਿਹੜੀ ਕੀੜੇ ਮਾਰ ਸਕਦੀ। ਤੁਸੀਂ ਦੇਖ ਲਓ ਕਿੱਦਾਂ ਦੀ ਹੋਊਗੀ। ਤੇ ਲੋਕਾਂ ਨੂੰ ਇਹ ਟ੍ਰੈਂਡ ਦੱਸ ਰਿਹਾ, ਮਤਲਬ ਇੱਕ ਨਹੀਂ ਆ ਕਈ ਹਜ਼ਾਰਾਂ ਬੰਦੇ ਫਾਲੋ ਕਰਦੇ ਉਹਨੂੰ ਵੀ, ਤੇ ਇਹ ਬੰਦਾ ਕਹਿ ਰਿਹਾ ਦੱਸ ਰਿਹਾ ਪਰ ਉਹਦੀ ਗੱਲ ਘੱਟ ਸੁਣਦੇ ਆ ਵੀ ਤੁਹਾਡੇ ਲਈ ਇਹ ਖਤਰਨਾਕ ਚੀਜ਼ ਆ, ਤੁਸੀਂ ਢਿੱਡ ਦੇ ਵਿੱਚ ਪਾਈ ਜਾਂਦੇ ਆ। ਤੇ ਜਿਹੜੀ ਚੀਜ਼ ਨੂੰ ਜਿਹੜੀ ਕੱਪੜੇ ਸਾਫ਼ ਕਰ ਦਿੰਦੀ ਆ, ਕੀੜੇ ਮਾਰ ਦਿੰਦੀ ਆ, ਦੱਸੋ ਤੁਹਾਡੇ ਢਿੱਡ ਨੂੰ ਕੀ ਕਰੂਗੀ। ਪਰ ਉਹ ਟ੍ਰੈਂਡ ਬਣਿਆ ਹੈ, ਇੱਕ ਟ੍ਰੈਂਡ ਬਣਨ ਨੂੰ ਬਹੁਤੀ ਦੇਰ ਨਹੀਂ ਲੱਗਦੀ। ਲੋਕਾਂ ਨੇ ਇਹ ਇੱਕ ਪਿੱਛੇ ਜਿਹਾ ਕਿਸੇ ਵਿਚਾਰੀ ਔਰਤ ਨੇ ਮੂੰਹ ਦੇ ਵਿੱਚ ਬਲੀਚ ਹੁੰਦੀ ਨਾ ਆਪਣੇ ਜਿਹੜੀ ਪਾਉਨੇ ਆ ਤੁਸੀਂ ਚਿੱਟੀਆਂ ਕਮੀਜ਼ਾਂ ਵਗੈਰਾ ਜਦੋਂ ਵਾਸ਼ਰ ਚ ਪਾਉਨੇ ਆ, ਬਲੀਚ ਕਰਕੇ ਪਾਉਨੇ ਆ। ਤਾਂ ਉਹ ਬਲੀਚ ਕਿਸੇ ਨੇ ਕਹਿਤਾ, ਕੋਈ ਟ੍ਰੈਂਡ ਚੱਲਿਆ ਵੀ ਬਲੀਚ ਦੇ ਨਾਲ ਦੰਦ ਧੋਵੋ ਨਾ ਤਾਂ ਫਿਰ ਚਿੱਟੇ ਹੋ ਜਾਂਦੇ ਆ। ਤਾਂ ਉਹਨੇ ਉਹੀ ਕੰਮ ਕੀਤਾ, ਬਲੀਚ ਵਰਤ ਲਈ, ਤੇ ਉਹਦੇ ਟੇਸਟ ਬੱਡ ਜਿਹੜੇ ਆ ਜਾਂਦੇ ਲੱਗੇ। ਫਿਰ ਉਹ ਕੰਪਲੇਂਟ ਕਰਦੀ ਸੀ ਆ ਕੇ, ਖੁਦ ਹੀ ਸੋਸ਼ਲ ਮੀਡੀਆ ਤੇ ਹੀ ਕਰਦੀ ਸੀ ਵੀ ਦੇਖੋ ਮੈਨੂੰ ਹੁਣ ਕਿਸੇ ਚੀਜ਼ ਦਾ ਟੇਸਟ ਨਹੀਂ ਪਤਾ ਲੱਗਦਾ। ਫਿਰ ਉਹਨੂੰ ਸਾਇੰਟਿਸਟ ਦੱਸਦੇ ਵੀ ਸਾਨੂੰ ਪਹਿਲਾਂ ਪੁੱਛ ਲੈਂਦੀ ਤਾਂ ਪਹਿਲਾਂ ਹੀ ਦੱਸ ਦੇਣਾ ਵੀ ਜਿਹੜੀਆਂ ਕੈਮੀਕਲ ਇਹਦੇ ਵਿੱਚ ਹੁੰਦੀਆਂ। ਤੁਸੀਂ ਇਹ ਦੇਖੋ ਵੀ ਜਿਹੜੀ ਚੀਜ਼ ਹਰ ਚੀਜ਼ ਨੂੰ ਬਿਲਕੁਲ ਦੁੱਧ ਚਿੱਟਾ ਕਰ ਦਿੰਦੀ ਹੈ, ਕੋਈ ਕੈਮੀਕਲ ਤਕੜੀ ਹੋਣੀ ਹੈ ਤਾਂ ਮੂੰਹ ਦਾ ਕੀ ਹਾਲ ਕਰੂਗੀ। ਸੋ ਇਸ ਤਰ੍ਹਾਂ ਦੇ ਜਦੋਂ ਖਤਰਨਾਕ ਕੈਮੀਕਲਸ ਕੋਈ ਸੁਜੈਸਟ ਕਰਦਾ ਵੀ ਤੁਸੀਂ ਥੋੜਾ ਜਿਹਾ ਖਾ ਲਓ, ਤੁਸੀਂ ਇਸ ਵੇਲੇ ਖਾ ਲਿਆ ਕਰੋ, ਉਹਦੇ ਬਾਰੇ ਤੁਸੀਂ ਆਪਣੇ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰ ਲਿਆ ਕਰੋ ਵੀ ਭਾਈ ਅਸੀਂ ਖਾਣ ਲੱਗੇ ਆ, ਸਾਨੂੰ ਤਾਂ ਟਿਕਟੌਕ ਤੇ ਪਤਾ ਲੱਗਾ। ਫਿਰ ਸੁਸਾਈਡ ਕਰਨੀ ਤੁਹਾਡੀ ਮਰਜ਼ੀ ਹੈ, ਪਰ ਕਮ ਸੇ ਕਮ ਚੇਤਨ ਰਹੋ। ਸਿੰਪਲੀ ਕਿਸੇ ਇਨਫਲੂਐਂਸਰ ਜਿਹਨੂੰ ਕਹਿੰਦੇ ਆ ਉਹਨੂੰ ਸੁਣ ਕੇ ਨਾ ਲਾਪਾਓ ਵੀ YouTube ਤੇ ਮੈਂ ਦੇਖਿਆ ਸੀ ਜੀ, ਇਹਨੂੰ ਮੈਂ ਟਿਕਟੌਕ ਤੇ ਦੇਖਿਆ ਸੀ, ਇਹਨੂੰ ਟਵਿੱਟਰ ਤੇ ਦੇਖਿਆ ਸੀ। ਨਹੀਂ, ਇਹ ਗੱਲਾਂ ਬਹੁਤ ਖਤਰਨਾਕ ਆ ਜੀ। ਡਾਕਟਰ ਸਾਹਿਬ ਕੀ ਗੱਲ ਹੋਈ ਹੈ ਕਿ ਸਿਰਫ 50% ਜਿਹੜੇ ਅਮਰੀਕੀ ਹੈ ਉਹ ਕਹਿ ਰਹੇ ਆ ਕਿ ਅਸੀਂ ਲੋਕਤੰਤਰ 'ਚ ਰਹਿ ਰਹੇ ਹਾਂ, ਇਹਦੇ ਵੱਲ ਬਾਕੀ ਜਿਹੜੇ ਸੰਤੁਸ਼ਟ ਨਹੀਂ ਹੈ? ਦੇਖੋ, ਇੱਕ ਤਾਂ ਜਿਹੜਾ ਅਮਰੀਕਨ ਸਿਸਟਮ ਆ ਉਹਦੇ ਵਿੱਚ ਤੁਸੀਂ ਜੇ ਇਲੈਕਸ਼ਨ ਦੇਖਦੇ ਆ ਨਾ, ਬਹੁਤੀਆਂ ਇਲੈਕਸ਼ਨ ਇੱਕ ਤਾਂ ਹੁੰਦੀਆਂ ਬਹੁਤ ਆ ਉੱਥੇ ਜੀ,
ਹਰ 2 ਸਾਲਾਂ ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈ, ਜਿਹੜੀ ਲੋਅਰ ਹਾਊਸ ਹੈ ਪਾਰਲੀਮੈਂਟ ਦਾ, ਹਰ 2 ਸਾਲ ਉਹਨਾਂ ਦੇ ਐਮਪੀ ਦੀ ਟਰਮ ਸਿਰਫ 2 ਸਾਲ ਹੀ ਆ। ਅੱਛਾ। ਹਰ 2 ਸਾਲਾਂ ਬਾਅਦ ਇਲੈਕਸ਼ਨ ਹੁੰਦੀ ਹੈ ਉਹਨਾਂ ਦੀ। ਅੱਛਾ, ਉਦੋਂ ਪਹਿਲਾਂ ਉਹਨਾਂ ਦੀ ਨੋਮੀਨੇਸ਼ਨ ਹੁੰਦੀ ਹੈ। ਹਰ ਚਾਹੇ ਉਹ ਸਿਟਿੰਗ ਐਮਪੀ ਵੀ ਹੋਵੇ, ਉਹਦੀ ਨੋਮੀਨੇਸ਼ਨ ਹਰੇਕ ਸਾਲ ਹੀ ਹੁੰਦੀ ਹੈ ਜੀ। ਅੱਛਾ, ਨੋਮੀਨੇਸ਼ਨ ਤੇ ਉਹ ਕਹਿੰਦੇ ਹੁੰਦੇ ਵੀ ਜਦੋਂ ਕੋਈ ਕਾਂਗਰਸ ਦਾ ਮੈਂਬਰ ਜਿੱਤ ਜਾਂਦਾ ਨਾ, ਉਸੇ ਵੇਲੇ ਦੂਜੀ ਦਾ ਕੈਂਪੇਨ ਸ਼ੁਰੂ ਕਰ ਦਿੰਦਾ, ਕਿਉਂਕਿ ਨੋਮੀਨੇਸ਼ਨ ਵੀ ਤਾਂ ਜਿੱਤਣੀ ਹੁੰਦੀ ਹੈ ਤੇ ਇੱਕ ਇਲੈਕਸ਼ਨ ਜ਼ਿਆਦਾ ਹੋ ਰਹੀਆਂ। ਫਿਰ ਉੱਥੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਆ, ਸੈਨੇਟ ਦੀ ਇਲੈਕਸ਼ਨ ਆ, 6 ਸਾਲਾਂ ਬਾਅਦ ਉਹ ਆ ਜਾਂਦੀ ਹੈ। ਫਿਰ ਜਿਹੜੇ ਪ੍ਰੋਵਿੰਸ਼ੀਅਲ ਲੈਜਿਸਲੇਚਰਸ ਆ, ਉਹਨਾਂ ਦੇ 2 ਸਦਨ ਆ, ਥੱਲੇ ਵਾਲੇ ਦੀ ਉੱਪਰ ਵਾਲੇ ਦੀ ਹੋ ਜਾਂਦੀ ਆ। ਮਿਊਨਿਸਪੈਲਿਟੀ ਦੀਆਂ ਇਲੈਕਸ਼ਨ ਹੁੰਦੀਆਂ। ਫਿਰ ਜੱਜਾਂ ਨੂੰ, ਜਿਹੜੇ ਕਾਉਂਟੀ ਜੱਜਸ ਆ ਨਾ, ਉਹਨਾਂ ਨੂੰ ਚੁਣਦੇ ਆ। ਡਿਸਟ੍ਰਿਕਟ ਅਟਾਰਨੀ ਨੂੰ ਚੁਣਦੇ ਆ, ਉਹਨਾਂ ਦੀ ਇਲੈਕਸ਼ਨ ਆ ਜਾਂਦੀ ਹੈ। ਮਤਲਬ ਇਲੈਕਸ਼ਨ ਇੰਨੀਆਂ ਹੁੰਦੀਆਂ, ਜਿੱਦਾਂ ਮਾਘੀ ਦਾ ਮੇਲਾ ਹੁੰਦਾ ਨਾ, ਯੂਐਸ ਦੇ ਵਿੱਚ ਇੰਨੀਆਂ ਇਲੈਕਸ਼ਨ ਹੁੰਦੀਆਂ, ਲੋਕੀ ਅੱਕੇ ਵੀ ਪਏ ਆ। ਇੱਕ ਇਹ ਵੀ ਰੀਜ਼ਨ ਹੈ। ਫਿਰ ਦੇਖਦੇ ਆ ਕਿ ਜਦੋਂ ਉੱਥੇ ਇਲੈਕਸ਼ਨ ਤੇ ਕੋਈ ਲਿਮਿਟ ਨਹੀਂ, ਸਾਡੇ ਇੱਥੇ ਪੈਸੇ ਦੀ ਲਿਮਿਟ ਆ, ਤੁਸੀਂ ਕਿੰਨੇ ਪੈਸੇ ਲੈ ਸਕਦੇ ਇੱਕ ਬੰਦੇ ਤੋਂ, ਉਹ ਲਿਮਿਟ ਲਾਈ ਹੈ। ਨਾ ਬਿਜ਼ਨਸ ਵਾਲੇ ਪੈਸੇ ਦੇ ਸਕਦੇ ਆ, ਨਾ ਲੇਬਰ ਯੂਨੀਅਨ ਵਾਲੇ ਦੇ ਸਕਦੇ। ਤੁਹਾਨੂੰ ਇੰਡੀਵਿਜੂਅਲ ਬੰਦੇ ਤੋਂ ਦੇਣੇ ਪੈਂਦੇ। ਹਾਲਾਂਕਿ ਇਹ ਚ ਵੀ ਜਿਹੜੇ ਪੈਸੇ ਵਾਲੇ ਬੰਦੇ ਉਹ ਕਰ ਲੈਂਦੇ ਹੇਰ ਫੇਰ ਥੋੜੀ ਜੀ। ਕਿਸੇ ਬੰਦੇ ਨੇ ਫੈਕਟਰੀ ਦੇ ਵਿੱਚ ਉਹਦੇ ਕੋਲ 500 ਬੰਦਾ, 1000 ਬੰਦਾ, ਉਹ ਕਹਿੰਦਾ ਵੀ ਚੱਲ 1000 ਦੇ ਦੇਂ, ਅਸੀਂ ਤੁਹਾਨੂੰ ਕਿਸੇ ਤਰੀਕੇ ਨਾਲ ਦੇ ਦੇਵਾਂਗੇ, ਕੋਈ ਜ਼ਿਆਦੀ ਗੱਲ ਨਹੀਂ। ਬਿਲਕੁਲ ਹੇਰਾ ਫੇਰੀ ਤਾਂ ਹੁੰਦੀ ਹੈ, ਇੱਥੇ ਵੀ ਹੁੰਦੀ ਹੈ, ਪਰ ਉਹ ਅਜੇ ਵੀ ਲਿਮਿਟ ਹੈ ਨਾ। ਇੱਕ ਬੰਦਾ ਉਹ ਇੱਕ ਸਰਟਨ ਅਮਾਉਂਟ ਤੋਂ ਜ਼ਿਆਦਾ ਪੈਸੇ ਦੇ ਨਹੀਂ ਸਕਦਾ ਜੀ। ਯੂਐਸ ਦੇ ਵਿੱਚ ਤਾਂ ਜੇ ਕੋਈ ਬੰਦੇ ਦੀ ਮਤਲਬ ਜੇਬ ਦੇ ਵਿੱਚ ਪੈਸੇ ਹੈਗੇ, ਉਹ ਕਹਿੰਦਾ ਮੈਂ $1 ਬਿਲੀਅਨ ਦਿੰਦਾ ਇਹਨੂੰ, ਤੁਸੀਂ ਨਾ ਨਹੀਂ ਕਰ ਸਕਦੇ। ਕੋਈ ਲਿਮਿਟ ਨਹੀਂ ਉੱਥੇ। ਇੰਨਾ ਤਕੜਾ ਰੋਲ ਕਰਦਾ ਪੈਸਾ, ਤੁਸੀਂ ਇਮੇਜਿਨ ਨਹੀਂ ਕਰ ਸਕਦੇ। ਜਿਹੜਾ ਸਾਡਾ ਕੋਈ ਐਮਪੀ ਜਿੱਤ ਕੇ ਗਿਆ ਹੋਵੇ, ਉਹ ਕਹਿੰਦਾ ਮੇਰਾ ਤਾਂ $1,00,000 ਲੱਗਾ, ਤਾਂ ਉਹ ਬੰਦਾ ਕਹਿੰਦਾ $1,00,000 ਤਾਂ ਮੇਰਾ ਇੱਕ ਦਿਨ ਪਾਰਟੀ ਤੇ ਲੱਗ ਗਿਆ ਸੀ, ਜਿੱਦਣ ਮੈਂ ਅਨਾਉਂਸ ਹੀ ਕੀਤਾ ਸੀ। ਪਤਾ ਕਿੰਨੇ ਲੱਖ ਲੱਗਾ ਹੋਣਾ। ਜਿੱਦਾਂ ਇੰਡੀਆ ਦੇ ਵਿੱਚ ਵੀ ਇਦਾਂ ਇੰਡੀਆ 'ਚ ਵੀ ਐਵੇਂ ਚੱਲਦਾ, ਬਹੁਤ ਜ਼ਿਆਦਾ ਖਰਚਾ ਸ਼ੁਰੂ ਹੋ ਜਾਂਦਾ। ਤੇ ਉਹ ਬਾਅਦ ਦੇ ਵਿੱਚ ਤਾਂ ਲਿਖ ਕੇ ਦਿੰਦੇ ਆ 65 ਲੱਖ ਹੀ ਖਰਚਿਆ ਸੀ, ਪਰ ਬਹੁਤ ਜ਼ਿਆਦਾ। ਫਿਰ ਉੱਥੇ ਜਿਹੜੀਆਂ ਕੰਪਨੀਆਂ ਬਹੁਤ, ਫਾਰਮਾਸਿਊਟੀਕਲ ਇੰਡਸਟਰੀ ਹੋਣ ਜ਼ਿਆਦਾ। ਪਹਿਲਾਂ ਅੱਜ ਤੋਂ ਕੋਈ 30 ਸਾਲ ਪਹਿਲਾਂ ਨੰਬਰ 1 ਹੁੰਦੇ ਸੀ ਆਇਲ ਇੰਡਸਟਰੀਜ਼, ਕਿਉਂਕਿ ਇਹਨਾਂ ਦਾ ਬਿਜ਼ਨਸ ਜ਼ਿਆਦਾ ਸੀ ਜੀ। ਇਹਨਾਂ ਦੀ ਲੌਬੀ ਜ਼ਿਆਦਾ ਹੁੰਦੀ ਸੀ ਤੇ ਸਭ ਤੋਂ ਜ਼ਿਆਦਾ ਪੈਸੇ ਹਰ ਕੈਂਡੀਡੇਟ ਨੂੰ ਦਿੰਦੇ ਹੀ ਇਹ ਹੁੰਦੇ ਸੀ। ਫਿਰ ਹੁੰਦੇ ਸੀ ਆਰਮਾਮੈਂਟ ਵਾਲੇ, ਜਿਹੜੇ ਹਥਿਆਰ ਵੇਚਦੇ ਆ ਜੀ, ਤੇ ਉਹ ਅਜੇ ਵੀ ਹੁਣ ਦੂਜੇ ਨੰਬਰ ਤੇ ਆ। ਅਜੇ ਵੀ ਹੁਣ ਪਹਿਲੇ ਨੰਬਰ ਤੇ ਫਾਰਮਾਸਿਊਟੀਕਲ ਇੰਡਸਟਰੀ ਆ, ਜਿਹੜੇ ਕੰਟਰੀਬਿਊਟ ਕਰਦੇ ਆ। ਫਾਰਮਾਸਿਊਟੀਕਲ ਇੰਡਸਟਰੀ ਜ਼ਿਆਦਾ ਤੌਰ ਤੇ ਪਹਿਲਾਂ ਰਿਪਬਲਿਕਨ ਪਾਰਟੀ ਨੂੰ ਦਿੰਦੇ ਸੀ ਪੈਸੇ, ਮਤਲਬ ਦਿੰਦੇ ਦੋਹਾਂ ਨੂੰ ਹੀ ਆ, ਏਦਾਂ ਨਹੀਂ ਵੀ ਇੱਕ ਨੂੰ ਦਿੰਦੇ ਆ। ਰਿਪਬਲਿਕਨਸ ਨੂੰ ਵੀ ਦਿੰਦੇ ਆ, ਡੈਮੋਕ੍ਰੈਟਸ ਨੂੰ ਵੀ ਦਿੰਦੇ ਆ। ਰਿਪਬਲਿਕਨਸ ਨੂੰ ਥੋੜੇ ਜਿਹਾ ਜ਼ਿਆਦਾ ਦਿੰਦੇ ਹੁੰਦੇ ਸੀ, ਡੈਮੋਕ੍ਰੈਟ ਨੂੰ ਘੱਟ ਦਿੰਦੇ। ਜਦੋਂ ਜੋ ਬਾਈਡਨ ਇਲੈਕਸ਼ਨ ਜਿੱਤਿਆ, ਉਹ ਸਾਲ ਪਹਿਲੀ ਵਾਰੀ ਆ ਵੀ ਡੈਮੋਕ੍ਰੈਟਸ ਨੂੰ ਇਹਨਾਂ ਨੇ ਜ਼ਿਆਦਾ ਦਿੱਤੇ ਆ ਫਾਰਮਾਸਿਊਟੀਕਲ ਨੇ, ਤਾਂ ਰਿਪਬਲਿਕਨਸ ਨੂੰ ਘੱਟ ਦਿੱਤੇ ਆ। ਹੁਣ ਟ੍ਰੈਂਡ ਹੋਰ ਤਰ੍ਹਾਂ ਹੋਇਆ, ਪੈਸੇ ਦਾ ਬਹੁਤ ਜ਼ਿਆਦਾ ਜ਼ੋਰ ਚੱਲਦਾ ਉੱਥੇ। ਫਿਰ ਮੀਡੀਆ ਦੇਖੋ, ਜਿਹਦਾ ਰੋਲ ਹੋਣਾ ਚਾਹੀਦਾ ਸੀ, ਜਿਹਨੂੰ ਕਹਿੰਦੇ 4th ਪਿਲਰ ਹੈ ਜੀ, ਚੌਥਾ ਥੰਮ ਹੈ ਜੀ ਡੈਮੋਕ੍ਰੇਸੀ। ਤੁਸੀਂ ਜਿਹੜੇ ਵੀ ਟੈਲੀਵਿਜ਼ਨ ਦੇਖ ਲਓ, ਫੌਕਸ ਨੈਟਵਰਕ ਉਹ ਰਿਪਬਲਿਕਨ ਦੀ ਗੱਲ ਹੋਊਗੀ। CNN ਅੱਖਾਂ ਮੀਟ ਕੇ ਖੋਲ ਲਓ, ਉਹਨੇ ਕੁਛ ਨਾ ਕੁਛ ਸਭ ਤੋਂ ਹੈਡਲਾਈਨ ਇਹ ਹੋਣੀ ਆ ਵੀ ਰਿਪਬਲਿਕਨ ਨੇ ਗਲਤ ਕੀ ਕੀਤਾ, ਡੋਨਲਡ ਟਰੰਪ ਦੀ ਛੱਲ ਲਾਈ ਹੋਣੀ। ਤੇ ਫੌਕਸ ਨੈਟਵਰਕ ਖੋਲ ਕੇ ਦੇਖ ਲਓ, ਉਹਨਾਂ ਨੇ ਜੋ ਬਾਈਡਨ ਦੀ ਛੱਲ ਲਾਈ ਹੋਣੀ। ਮਤਲਬ ਅਖਬਾਰ ਵੀ ਇਦਾਂ ਹੀ ਵੰਡੇ ਹੋਏ। ਨਿਊਯਾਰਕ ਟਾਈਮ ਨੇ ਡੈਮੋਕ੍ਰੈਟ ਦੀ ਸਪੋਰਟ ਕਰਨੀ ਹੈ, ਨਿਊਯਾਰਕ ਪੋਸਟ ਨੇ ਰਿਪਬਲਿਕਨ ਦੀ ਕਰਨੀ। ਇਦਾਂ ਸ਼ਹਿਰਾਂ ਵੱਖਰੇ ਵੱਖਰੇ ਸੀ। ਸੋ ਉਹ ਲੋਕੀ ਤਾਂ ਸੋਚਦੇ ਆ ਵੀ ਹਰੇਕ ਵਾਰੀ ਆਉਂਦੇ ਆ ਸਾਡੇ ਤੋਂ ਬੰਦੇ, ਤੇ ਇਹ ਕਹਿੰਦੇ ਅਸੀਂ ਆਹ ਕਰ ਦੇਣਾ, ਅਸੀਂ ਆਹ ਕਰ ਦੇਣਾ। ਆ ਗਨ ਵਾਇਲੈਂਸ ਦੀ ਗੱਲ ਕਰ ਲਓ, ਕੋਈ 2-3 ਹਫ਼ਤੇ ਮਸੀਂ ਲੰਘਦੇ ਆ ਜਦੋਂ ਤੁਹਾਨੂੰ ਖਬਰ ਆਉਂਦੀ ਆ, ਜਿੱਦਾਂ ਅੱਜ ਪੜ੍ਹਦੇ ਸੀ ਕਿ ਲੜਕੀ ਨੂੰ ਮਾਰਤਾ। ਕੋਈ
ਕਈ ਵਾਰੀ ਮਾਸ ਸ਼ੂਟਿੰਗ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ, ਕਿਤੇ 15 ਮਾਰ ਤੇ, ਕਿਤੇ 25 ਮਾਰ ਤੇ, ਕਿਤੇ 10 ਮਾਰ ਤੇ। ਹਰ ਵਾਰੀ ਡੈਮੋਕ੍ਰੈਟ ਵੀ ਕਹਿਣਗੇ ਤੇ ਦੂਸਰੇ ਵੀ ਕਹਿਣਗੇ ਵੀ ਸਾਨੂੰ ਗਨ ਕੰਟਰੋਲ ਕਰਨਾ ਚਾਹੀਦਾ। ਤਾਂ ਅੱਜ ਤਾਈਂ ਕੀਤਾ ਇਹਨਾਂ ਨੇ? ਕੀਤਾ ਨਹੀਂ ਹੈ। ਫਾਰਮਾਸਿਊਟੀਕਲ ਇੰਡਸਟਰੀ ਦੇ ਲੋਕੀ ਅੱਕੇ ਪਏ ਆ, ਲੋਕਾਂ ਨੂੰ ਤਾਂ ਦਵਾਈਆਂ ਚਾਹੀਦੀਆਂ ਹੁੰਦੀਆਂ। ਅੱਛਾ, ਇੱਕ ਕੋਈ ਤੁਹਾਨੂੰ ਅੱਜ $15 ਦੀ ਦੇ ਰਿਹਾ ਗੋਲੀ, ਉਹ ਦੂਜੇ ਦਿਨ 150 ਨੂੰ ਕਰ ਦੇਵੇ ਤਾਂ ਉਹਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਜੀ, ਉਹਦੀ ਮਰਜ਼ੀ ਆ। ਇਹਨਾਂ ਨੇ ਕੀਤੇ ਵੀ ਆ। ਓਬਾਮਾ ਨੇ ਇੱਕ ਫਾਰਮਾ ਕੇਅਰ ਲੈ ਕੇ ਆਂਦਾ ਸੀ, ਜਦੋਂ ਓਬਾਮਾ ਕੇਅਰ ਲਈ ਲੈ ਕੇ ਆਇਆ ਨਾ, ਤਾਂ ਉਹ ਦੇਖੋ ਉਹ ਵੀ ਬੜੇ ਦਮਗਜੇ ਮਾਰਦਾ ਸੀ ਜੀ, ਅਸੀਂ ਓਬਾਮਾ ਕੇਅਰ ਲੈ ਕੇ ਆਏ ਆ, ਸਾਡਾ ਵਧੀਆ ਹੋਣਾ ਆ, ਅਸੀਂ ਮੈਡੀਕਲ ਏਡ ਦੇਣੀ ਆ ਲੋਕਾਂ ਨੂੰ, ਉਹਨਾਂ ਦੀ ਕਵਰੇਜ ਨਹੀਂ ਹੁੰਦੀ, ਪ੍ਰਾਈਵੇਟ ਹੱਥਾਂ ਦੇ ਵਿੱਚ ਆ। ਉੱਥੇ ਦੀਆਂ ਜਿਹੜੀਆਂ ਕੰਪਨੀਆਂ, ਇੰਸ਼ੋਰੈਂਸ ਕੰਪਨੀਆਂ ਆ, ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਸਾਰੀਆਂ ਸਰਕਾਰਾਂ ਵੈਸੇ ਕਰਦੀਆਂ ਹੁੰਦੀਆਂ ਕਿ ਫਾਰਮਾਸਿਊਟੀਕਲ ਕੰਪਨੀ ਨਾਲ ਕਿਸੇ ਨਾਲ ਵੀ ਤੁਸੀਂ ਨੈਗੋਸ਼ੀਏਟ ਕਰਦੇ ਆ, ਦੇਖੋ ਅਸੀਂ ਤੁਹਾਡੇ ਤੋਂ ਮਤਲਬ $1 ਬਿਲੀਅਨ ਦੀ ਆਹ ਦਵਾਈ ਲੈਣੀ ਹੈ, ਤੇ ਤੁਸੀਂ ਸਾਨੂੰ ਕਿਹੜੀ ਪ੍ਰਾਈਸ ਤੇ ਦੇਵੋਗੇ? ਪ੍ਰਾਈਸ ਨੈਗੋਸ਼ੀਏਟ ਕਰਦੇ ਹੋ ਜੀ, ਸਾਰੀਆਂ ਕਰਦੀਆਂ, ਸਾਰੀ ਕੰਪਨੀਆਂ ਵੀ ਕਰਦੀਆਂ, ਜਿਹੜੇ ਆ ਵੇਚਦੇ ਆ ਇਹ ਵੀ ਕਰਦੇ ਆ ਵੀ ਜੇ ਤੁਹਾਡੀਆਂ ਇੰਨੀਆਂ ਗੋਲੀਆਂ ਵੇਚੀਏ ਤਾਂ ਤੁਸੀਂ ਸਾਨੂੰ ਕਿੰਨੇ ਦੀ ਦੇਵੋਗੇ? ਪ੍ਰੋਫਿਟ ਬਣਾਉਂਦੇ ਨਾ। ਉਹਨੇ ਓਬਾਮਾ ਕੇਅਰ ਦੇ ਵਿੱਚ ਲਿਖਿਆ ਆ ਪ੍ਰੈਸ਼ਰ ਦੇ ਥੱਲੇ ਆ ਕੇ ਵੀ ਨਹੀਂ, ਅਸੀਂ ਨੈਗੋਸ਼ੀਏਟ ਨਹੀਂ ਕਰਾਂਗੇ, ਜਿੰਨੇ ਪੈਸੇ ਮੰਗਦੇ ਆ ਉਨੇ ਹੀ ਦੇਵਾਂਗੇ। ਤੇ ਫਿਰ ਤੁਹਾਡਾ ਓਬਾਮਾ ਕੇਅਰ ਕਾਹਦਾ ਹੋਵੇ? ਤੁਸੀਂ ਇੱਕ ਪਾਸੇ ਤਾਂ ਕਹਿੰਦੇ ਅਸੀਂ ਤਾਂ ਫਾਰਮਾਸਿਊਟੀਕਲ ਕੰਪਨੀ ਦੇ ਬਰਾਬਰ ਮੂਹਰੇ ਖੜੇ ਆ, ਮੁੱਕੇ ਤਾਣ ਕੇ ਖੜੇ ਆ, ਅਸੀਂ ਲੋਕਾਂ ਨਾਲ ਖੜੇ ਆ। ਲੋਕਾਂ ਨਾਲ ਖੜੇ ਕਿੱਥੇ ਗਏ? ਉਹਨਾਂ ਨੇ ਇੱਕ ਡਿਮਾਂਡ ਕੀਤੀ, ਤੁਸੀਂ ਮੰਨ ਗਏ, ਬਣ ਗਏ। ਬਿਲਕੁਲ। ਇੰਸ਼ੋਰੈਂਸ ਕੰਪਨੀਆਂ ਆ, ਉਹਨਾਂ ਨੇ ਕੰਪਨੀਆਂ ਜਿਹੜੇ ਚੰਗੇ ਵੀ ਆ ਇੰਸ਼ੋਰੈਂਸ, ਜਿਨ੍ਹਾਂ ਦੇ ਕੋਲ ਚੰਗੇ ਪੈਸੇ, ਚੰਗੀਆਂ ਜੌਬਸ ਕਰਦੇ ਆ, ਉਹ ਕਹਿਣਗੇ ਅਸੀਂ 90% ਹੀ ਦੇਣਾ, 10% ਤੁਸੀਂ ਜੇਬ ਚੋਂ ਦਿਓ ਜੇ ਤੁਸੀਂ ਹਸਪਤਾਲ ਚਲ ਗਏ। ਹਸਪਤਾਲਾਂ ਦੇ ਵਿੱਚ ਜਿੱਥੇ ਕਿ ਤੁਹਾਨੂੰ ਜੇ ਤਾਂ ਹੋਟਲ 'ਚ ਜਾਣਾ ਕਮਰਾ ਤੁਹਾਨੂੰ $300-400 ਦਾ ਮਿਲ ਜਾਊਗਾ 5 ਸਟਾਰ ਜੀ, ਹਸਪਤਾਲਾਂ ਦੇ ਵਿੱਚ 5000 ਦੇ ਵਿੱਚ। ਉੱਥੇ ਇੰਨੀ ਕੀਮਤ ਹੈ। 5000 ਦਾ ਵੀ ਅੱਜ ਕੱਲ ਸਸਤਾ ਹੋਣਾ, 7-8 ਲਾਉਂਦੇ ਹੋ, ਮਤਲਬ ਚੰਗੇ ਹਸਪਤਾਲ ਜਿਹੜੇ ਜੀ, ਤੇ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ। ਲੋਕੀ ਰਹਿੰਦੇ ਤਾਂ ਅਮਰੀਕਨ ਲੋਕੀ ਆ ਉੱਥੇ ਨਾ, ਹਰ ਇੱਕ ਗੱਲ ਕਰਦੇ ਆ। ਯੂਨੀਵਰਸਿਟੀ ਦੇ ਵਿੱਚ ਜਾਂਦੇ ਆ, ਹੁਣ ਕੈਨ ਯੂ ਇਮੇਜਿਨ ਵੀ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਆ, ਆਮ ਹੀ ਇੱਕ ਅੰਡਰ ਗ੍ਰੈਜੂਏਟ ਦੀ ਫੀਸ ਜਿਹੜੀ ਆ, ਜਿੱਥੇ ਕਿ ਜਿਹੜੀ ਤਾਂ ਸਟੇਟ ਯੂਨੀਵਰਸਿਟੀ ਆ ਉਹ ਤਾਂ ਸ਼ਾਇਦ $2,500-3 ਹਜ਼ਾਰ ਚਾਰਜ ਕਰੂਗੀ, ਤੇ ਜਿਹੜੀ ਪ੍ਰਾਈਵੇਟ ਯੂਨੀਵਰਸਿਟੀ ਆ ਜਿਹੜੀਆਂ ਜ਼ਿਆਦਾ ਆ ਐਕਚੁਅਲੀ ਉੱਥੇ, ਉਹੀ ਕੋਰਸ ਦਾ 60,000 ਚਾਰਜ ਕਰਨਗੇ। ਤੇ ਅਮਰੀਕਨ ਲੋਕਾਂ ਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਲੱਗਦਾ ਨਾ। ਬਿਲਕੁਲ। ਸੋ ਅਮਰੀਕਨ ਲੋਕੀ ਸੋਚਦੇ ਵੀ ਸਾਡੀ ਡੈਮੋਕ੍ਰੇਸੀ ਹੈ ਕਿਹਦੇ ਲਈ, ਕਿੱਥੇ ਗਈ ਹੈ, ਕਿੱਥੇ ਗਈ? ਜੇ ਸਾਡੇ ਡੈਮੋਕ੍ਰੇਸੀ ਤਾਂ ਇਹੀ ਕਹਿੰਦੇ ਆ, ਜਿਹਦਾ ਲਿੰਕਨ ਨੇ ਡੈਫੀਨੇਸ਼ਨ ਦਿੱਤੀ ਸੀ, ਇਹ ਲੋਕਾਂ ਦੀ, ਲੋਕਾਂ ਲਈ, ਲੋਕਾਂ ਦੇ ਭਲੇ ਲਈ ਬਣਾਈ ਸਰਕਾਰ ਆ। ਉਹ ਕਹਿੰਦੇ ਲੋਕਾਂ ਲਈ ਤਾਂ ਸ਼ਬਦ ਗਲਤ ਵਰਤਦੇ ਆ, ਮਲਟੀਨੈਸ਼ਨਲ ਕਾਰਪੋਰੇਸ਼ਨ ਲਈ ਜ਼ਿਆਦਾ ਹੈ, ਧਨਾਢ ਬੰਦਿਆਂ ਲਈ ਜ਼ਿਆਦਾ ਬਣੀ ਹੈ, ਤੇ ਉਹ ਫਾਇਦਾ ਉਠਾਉਂਦੇ ਆ। ਤੇ ਜੋ ਕੁਝ ਕਹਿੰਦੇ ਆ ਅੱਜ ਤਾਈਂ ਪੋਲੀਟੀਸ਼ੀਅਨ ਕਦੇ ਕੀਤਾ ਨਹੀਂ ਕਿਸੇ ਨੇ ਜੀ। ਇਹ ਇੱਥੇ ਕਦੇ ਵੀ ਕਿਸੇ ਡੈਮੋਕ੍ਰੇਸੀ ਨੇ ਇਹ ਲਾਅ ਨਹੀਂ ਬਣਾਇਆ ਬਈ ਜੋ ਤੁਸੀਂ ਵਾਅਦਾ ਕਰਦੇ ਆ ਉਹ ਫਿਰ ਪੂਰਾ ਵੀ ਕਰੋ ਨਾ। ਬਿਲਕੁਲ। ਅਸੀਂ ਨਾਰਮਲੀ ਗੱਲ ਕਰਦੇ ਆ, ਕੰਟਰੈਕਟ ਬਣ ਜਾਂਦਾ, ਇਹਨੂੰ ਔਰਲ ਕੰਟਰੈਕਟ ਕਹਿੰਦੇ ਆ ਅਸੀਂ ਜੀ, ਜ਼ੁਬਾਨੀ ਕਰਦੇ ਆ, ਲਿਖਤੀ ਨਹੀਂ ਹੈ, ਜ਼ੁਬਾਨੀ ਹੈ। ਹਾਲਾਂਕਿ ਇਹਨਾਂ ਨੇ ਲਿਖਿਆ ਹੁੰਦਾ, ਇਹਦਾ ਮੈਨੀਫੈਸਟੋ ਦੇ ਵਿੱਚ ਲਿਖਿਆ ਹੁੰਦਾ, ਫੇਰ ਵੀ ਮੁੱਕਰ ਜਾਂਦੇ ਆ। ਬਿਲਕੁਲ। ਚਲੋ ਅੱਜ ਦਾ ਵਿਚਾਰ ਹੋ ਗਿਆ ਜੀ। ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ, ਕਿਹਨੂੰ ਸ਼ੇਰ ਸੁਣਾਈਏ ਲੋਕੀ ਵਿਹਲੇ ਨਹੀਂ, ਕਿਹਨੂੰ ਸ਼ੇਰ ਸੁਣਾਈਏ ਲੋਕੀ ਵਿਹਲੇ ਨਹੀਂ, ਮਹਿਫਲ ਕਿਵੇਂ ਜਮਾਈਏ ਲੋਕੀ ਵਿਹਲੇ ਨਹੀਂ। ਤੁਰ ਗਏ ਨੇ ਕੁਝ ਮੰਗੀ ਤੇ ਕੁਝ ਵਾਢੀ ਨੂੰ, ਤੁਰ ਗਏ ਨੇ ਕੁਝ ਮੰਗੀ ਤੇ ਕੁਝ ਵਾਢੀ ਨੂੰ,
ਕੱਲੇ ਕੁੱਕੜ ਖਾਈਏ ਲੋਕੀ ਵਿਹਲੇ ਨਹੀਂ, ਕੱਲੇ ਕੁੱਕੜ ਖਾਈਏ ਲੋਕੀ ਵਿਹਲੇ ਨਹੀਂ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਕਿਉਂਕਿ ਸਮਾਪਤੀ ਦਾ ਸਮਾਂ ਹੋ ਗਿਆ, ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਦਿਓ ਇਜਾਜ਼ਤ। ਕੱਲ ਨੂੰ ਫਿਰ ਹੋਰ ਨਵੀਆਂ ਖਬਰਾਂ, ਹੋਰ ਨਵੇਂ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦੇ ਨਾਲ ਅਸੀਂ ਹਾਜ਼ਰ ਹੋਵਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ, ਜਿਉਂਦੇ ਵਸਦੇ ਰਹੋ ਜੀ।